ਵਿੱਚ ਲਿਖਿਆ ਕੋਈ ਵੀ ਮਨੁੱਖ ਖਾਲੀ ਨਹੀਂ ਜਾਊਗਾ। ਪ੍ਰਭੂ ਯਿਸੂ ਮਸੀਹ ਉਹਨਾਂ ਦੇ ਰੋਗਾਂ ਨੂੰ, ਬਿਮਾਰੀ ਨੂੰ, ਸਾਰੀ ਚੀਜ਼ਾਂ ਨੂੰ ਦੂਰ ਕਰੂਗਾ। ਲੇਕਿਨ ਸ਼ਰਤ ਕੀ ਆ? ਉਹਦੇ ਘਰ ਦੇ ਵਿੱਚ ਆ ਕੇ ਉਹਦੇ ਵਚਨਾਂ ਨੂੰ ਅੰਦਰ ਲੈਣਾ। ਜਦੋਂ ਕੋਈ ਡਾਕਟਰ ਦਵਾਈ ਦਿੰਦਾ ਆ ਤੇ ਦਵਾਈ ਅੰਦਰ ਖਾਣੀ ਪੈਂਦੀ, ਇਸੇ ਤਰ੍ਹਾਂ ਜਿਹੜੇ ਵਚਨ ਨੇ ਵਚਨਾਂ ਨੂੰ ਖਾਣਾ ਪੈਂਦਾ ਆ, ਫਿਰ ਪਰਮੇਸ਼ਵਰ ਕੰਮ ਕਰਦਾ ਹੈ। ਆਓ ਪਹਿਲਾ ਤਿਮੋਥੀਅਸ ਪੜ੍ਹਦੇ ਹਾਂ। ਪਹਿਲਾ ਤਿਮੋਥੀਅਸ 3:8 ਪੜਾਂਗੇ। ਇਸੇ ਪ੍ਰਕਾਰ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਬਹੁਤ ਮਹਿ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ, ਨਾ ਨਿਸ਼ਚਾ ਦੇ ਭੇਦ ਨੂੰ ਸ਼ੁੱਧ ਅੰਤਕਰਨ ਨਾਲ ਮੰਨਣ, ਅਤੇ ਇਹ ਵੀ ਪਹਿਲਾਂ ਪਰਤਾਏ ਜਾਣ। ਜੇ ਨਿਰਦੋਸ਼ ਨਿਕਲਣ ਤਾਂ ਸੇਵਕਾਈ ਕਰਨ। ਇਸੇ ਤਰ੍ਹਾਂ ਤੀਵੀਆਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਉਂਗਲ ਕਰਨ ਵਾਲੀਆਂ, ਸਗੋਂ ਪਰਹੇਜ਼ਕਾਰ ਅਤੇ ਸਾਰੀਆਂ ਗੱਲਾਂ ਵਿੱਚ ਮਾਤਵਰ ਹੋਣ। ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ ਅਤੇ ਆਪਣੀਆਂ ਬਾਲਕਾਂ ਅਤੇ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ, ਕਿਉਂਕਿ ਜਿਨ੍ਹਾਂ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ ਉਹ ਆਪਣੇ ਲਈ ਅੱਛੀ ਪਦਵੀ ਅਤੇ ਉਸ ਨਿਸ਼ਚਾ ਵਿੱਚ ਜਿਹੜੀ ਮਸੀਹ ਯਿਸੂ ਉੱਤੇ ਹੈ ਵੱਡੀ ਦਲੇਰੀ ਪ੍ਰਾਪਤ ਕਰਦੇ ਹਨ। ਆਓ ਪ੍ਰਾਰਥਨਾ ਕਰਦੇ ਹਾਂ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, मेरे महान पिता प्रभु जी, जो तेरा वचन है खुदावन प्रभु यीशु मसीह, तेरा वचन आमीन है प्रभु जी। जो तेरे वचन ਵਿੱਚ ਲਿਖਿਆ ਗਿਆ ਹੈ खुदावन प्रभु जी, ਇਸੇ ਤਰ੍ਹਾਂ ਤੇਰੇ ਲੋਕਾਂ ਦੇ ਜੀਵਨ ਹੋਣੇ ਚਾਹੀਦੇ ਆ खुदावन प्रभु जी। जो तेरे वचन तो बाहर ਜਾਂਦਾ ਹੈ प्रभु यीशु मसीह, तू किसनों नहीं बख्शਦਾ खुदावन प्रभु जी मेरे महान पिता। लेकिन जो तेरे वचन ਵਿੱਚ ਚੱਲਦਾ है प्रभु यीशु मसीह, खुदावन उसਨੂੰ तू वचन बना देना है प्रभु यीशु मसीह, ਤੇ मेरे महान पिता उसका जीवन बदल ਜਾਂਦਾ है प्रभु जी मेरे महान पिता। ਅੱਜ ਦਾ वचन प्रभु यीशु मसीह कोई मनुख ना दसे प्रभु जी, तेरा पवित्र आत्मा इस वचन ਨੂੰ खोले, तू दया करनी है, कृपा करनी, एक एक जड़े ਨੂੰ ब्लैस करना, तेरे जिंदा जलाली सामर्थ्य नाम प्रभु यीशु मसीह ਦੇ ਵਿੱਚ ਮੰਗਦੇ ਹਾਂ, ਆਮੀਨ। वचन की कह रहा? वचन ਵਿੱਚ ਲਿਖਿਆ ਜਿਹੜਾ ਇੱਕ ਸੇਵਕ ਆ, ਸੇਵਕ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ। वचन इस चीज़ ਨੂੰ ਕਲੀਅਰ ਕਰ ਰਿਹਾ, क्योंकि वचन की करता, वचन किस ਦਾ ਲਿਹਾਜ਼ ਨਹੀਂ ਲੈਂਦਾ, ਨਾ ਵਿਸ਼ਵਾਸੀ ਦਾ, ਨਾ ਸੇਵਕ ਦਾ, ਨਾ ਨਬੀਆਂ ਦਾ। वचन ਕਦੇ किस ਦਾ ਲਿਹਾਜ਼ ਨਹੀਂ। वचन ਵਿੱਚ ਕੀ ਲਿਖਿਆ? वचन ਵਿੱਚ ਲਿਖਿਆ ਜਿਹੜਾ ਸੇਵਕ ਆ ਉਹ ਗੰਭੀਰ ਹੋਣਾ ਚਾਹੀਦਾ ਆ। ਸੇਵਕ ਕਿਸ ਚੀਜ਼ ਵਿੱਚ ਗੰਭੀਰ ਹੋਣਾ ਚਾਹੀਦਾ? ਇੱਕ ਸੇਵਕ ਆਪਣੀ ਕਲੀਸਿਆ ਦੇ ਵਿੱਚ ਗੰਭੀਰ ਹੋਣਾ ਚਾਹੀਦਾ ਆ। ਉਹਦੇ ਉੱਪਰ ਬੋਝ ਹੋਣਾ ਚਾਹੀਦਾ, ਕਿਉਂਕਿ ਇੱਕ ਜਿਹੜਾ ਸੇਵਕ ਹੁੰਦਾ ਆ ਉਹ ਇੱਕ ਬਲਦ ਦੀ ਤਰ੍ਹਾਂ ਹੁੰਦਾ ਆ, ਤੇ ਬਲਦ ਦੇ ਉੱਪਰ ਜਦੋਂ ਵਜਨ ਪਾਇਆ ਜਾਂਦਾ ਤੇ ਉਸ ਨੂੰ ਖਿੱਚਦਾ ਆ। ਇਸੇ ਤਰ੍ਹਾਂ ਸੇਵਕ ਬਾਰੇ ਲਿਖਿਆ ਗਿਆ ਵੀ ਸੇਵਕ ਕਿੱਦਾਂ ਦਾ ਹੋਣਾ ਚਾਹੀਦਾ। ਸੇਵਕ ਦੋ ਜ਼ਬਾਨਾਂ ਨਹੀਂ ਹੋਣਾ ਚਾਹੀਦਾ ਵੀ ਪਿੱਛੋਂ ਹੋਰ ਤੇ ਅੱਗੇ ਹੋਰ। ਜਿਹੜਾ ਸੇਵਕ ਆ ਇੱਕ ਨਮੂਨਾ ਹੁੰਦਾ। ਸੇਵਕ ਕਲੀਸਿਆ ਦੇ ਵਿੱਚ, ਕਲੀਸਿਆ ਤੋਂ ਬਾਹਰ, ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹੋਵੇ, ਉਹ ਇੱਕ ਨਮੂਨਾ ਹੀ ਹੋਣਾ ਚਾਹੀਦਾ। ਬਾਈਬਲ ਇਸ ਚੀਜ਼ ਨੂੰ ਸਾਫ਼ ਕਲੀਅਰ ਕਰਦੀ ਆ। ਅੱਗੇ ਲਿਖਿਆ ਜੇ ਨਿਰਦੋਸ਼ ਨਿਕਲਣ ਤਾਂ ਫਿਰ ਸੇਵਕਾਈ ਕਰਨ। ਜੇ ਸੇਵਕ ਨਿਰਦੋਸ਼ ਹੈ ਚੀਜ਼ਾਂ ਦੇ ਵਿੱਚ, ਜੇ ਇੱਕੋ ਹੀ ਪਤਨੀ ਆ ਉਹਦੀ, ਇਹ ਨਹੀਂ ਹੈ ਵੀ ਸੇਵਕ ਨੇ 2-2 ਵਿਆਹ ਕਰਾਏ ਜਾਂ 3 ਵਿਆਹ ਕਰਾਏ ਆ। ਜਿਹੜੇ ਸੇਵਕ ਨੇ 2 ਜਾਂ 3 ਵਿਆਹ ਕਰਾਏ ਨੇ ਉਹ ਵਚਨ ਤੋਂ ਬਾਹਰ ਆ, ਕਿਉਂਕਿ ਵਚਨ ਕੀ ਕਹਿੰਦਾ ਹੈ? ਵਚਨ ਕਹਿੰਦਾ ਸੇਵਕ ਦੀ ਇੱਕੋ ਹੀ ਪਤਨੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਬਾਈਬਲ ਸਾਨੂੰ ਜੋ ਬਿਆਨ ਕਰ ਰਹੀ ਹੈ, ਅਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ। ਸੇਵਕਾਂ ਨੂੰ ਵੀ ਜਿਹੜੀ ਸੇਵਕਾਈ ਦਿੱਤੀ ਗਈ ਆ ਉਹ ਵੀ ਵਚਨ ਦੇ ਅਨੁਸਾਰ ਹੋਣੀ ਚਾਹੀਦੀ ਆ। ਕੋਈ ਮਨੁੱਖ ਕਿਸੇ ਮਨੁੱਖ ਨੂੰ ਖੜਾ ਕਰੇ ਉਹ ਸੇਵਕਾਈ ਨਹੀਂ ਆ। ਜਦੋਂ ਪਵਿੱਤਰ ਆਤਮਾ ਆ ਕੇ ਕਿਸੇ ਮਨੁੱਖ ਨੂੰ ਖੜਾ ਕਰੇ ਤੇ ਉਹ ਸੇਵਕਾਈ ਪ੍ਰਮਾਣਿਤ ਹੁੰਦੀ ਆ। ਪਿਲਰ ਆਫ ਫਾਇਰ ਆਉਣ ਦੇ ਨਾਲ ਸੇਵਕਾਈਆਂ ਪ੍ਰਮਾਣਿਤ ਨਹੀਂ ਹੁੰਦੀਆਂ। ਮੈਂ ਕਹਿੰਦਾ ਆ ਜੇ ਪਿਲਰ ਆਫ ਫਾਇਰ ਆਂਦਾ ਆ ਤੇ ਸਾਡੇ ਜੀਵਨ ਕਿਉਂ ਨਹੀਂ ਬਦਲੇ? ਗੱਲ ਇਸ ਗੱਲ ਦੀ ਆ। ਮੇਨ ਗੱਲ ਇਹ ਆ, ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ, ਅੱਜ ਬਹੁਤ ਲੋਕ ਬਹੁਤ ਵੱਡੇ ਗਿਆਨੀ ਆ, ਕਹਿੰਦੇ ਗਿਆਨ ਦੇ ਨਾਲ ਅਸੀਂ ਸੰਸਾਰ ਨੂੰ ਜਿੱਤ ਨਹੀਂ ਸਕਦੇ, ਗਿਆਨ ਦੇ ਨਾਲ ਅਸੀਂ ਖੁਦਾ ਦੇ ਕੰਮਾਂ ਨੂੰ ਨਹੀਂ ਕਰ ਸਕਦੇ। ਅਸੀਂ ਕਿਹੜੀ ਚੀਜ਼ਾਂ ਨਾਲ ਖੁਦਾ ਦੇ ਕੰਮਾਂ ਨੂੰ ਪ੍ਰਗਟ ਕਰ ਸਕਦੇ ਹਾਂ? ਅਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਕੇ ਇੱਕ ਨਮੂਨਾ ਬਣ ਕੇ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹਾਂ। ਕਿਹਨਾਂ ਸਾਹਮਣੇ? ਸੰਸਾਰ ਦੇ ਲੋਕਾਂ ਸਾਹਮਣੇ, ਵੀ ਇਹਦੇ ਵਿੱਚ ਖੁਦਾ ਦਾ ਆਤਮਾ ਰਹਿੰਦਾ ਹੈ। ਲੇਕਿਨ ਬਾਈਬਲ ਕੀ ਬਿਆਨ ਕਰ ਰਹੀ ਹੈ? ਵੀ ਸੇਵਕ ਬੜਾ ਹੀ ਗੰਭੀਰ ਹੋਣਾ ਚਾਹੀਦਾ ਹੈ। ਸੇਵਕ ਮਜ਼ਾਕੀਆ ਜਾਂ ਮਖੌਲੀਆ ਨਹੀਂ ਹੋਣਾ ਚਾਹੀਦਾ। ਸੇਵਕ ਗੰਭੀਰ ਹੋਣਾ ਚਾਹੀਦਾ ਕਲੀਸਿਆ ਦੇ ਮੈਂਬਰਾਂ ਦੇ ਪ੍ਰਤੀ। ਉਸ ਦਾ ਬੋਝ ਹੋਣਾ ਚਾਹੀਦਾ ਆ। ਜੇ ਕੋਈ ਬਿਮਾਰ ਆ, ਪਰੇਸ਼ਾਨ ਆ, ਦੁੱਖ ਵਿੱਚ ਆ, ਮੁਸੀਬਤ ਵਿੱਚ ਆ, ਉਹਦੇ ਵਾਸਤੇ ਸੇਵਕ ਫਾਸਟ ਰੱਖੇ। ਉਹ ਰੋਟੀ ਨਾ ਖਾਵੇ ਜਦੋਂ ਤੱਕ ਕਲੀਸਿਆ ਦੇ ਮੈਂਬਰ ਨੂੰ ਆਰਾਮ ਨਹੀਂ ਮਿਲਦਾ। ਇਹਨੂੰ ਕਿਹਾ ਜਾਂਦਾ ਸੇਵਕਾਈ। ਲੇਕਿਨ ਅੱਜ ਕੱਲ੍ਹ ਕੀ ਆ, ਲੋਕਾਂ ਨੇ ਪਰਮੇਸ਼ਵਰ ਦੀ ਸੇਵਕਾਈ ਨੂੰ ਬਿਜ਼ਨਸ ਬਣਾ ਲਿਆ ਆ। ਪਰਮੇਸ਼ਵਰ ਦੀ ਸੇਵਕਾਈ ਬਿਜ਼ਨਸ ਨਹੀਂ ਆ। ਨਬੀ ਨੇ ਕਿਹਾ ਆ ਜਿਹੜੀ ਸੇਵਕਾਈ ਆ ਇਹ ਆਤਮਾ ਤੇ ਸੱਚਾਈ ਦੀ ਸੇਵਕਾਈ ਆ, ਇਹ ਗਿਆਨ ਦੀ ਸੇਵਕਾਈ ਨਹੀਂ ਆ। ਅੱਜ ਮੈਂ ਦੇਖਦਾ ਹਜ਼ਾਰਾਂ ਲੋਕ ਸੰਦੇਸ਼ ਦਾ ਪ੍ਰਚਾਰ ਕਰ ਰਹੇ ਆ, ਐਂਡ ਟਾਈਮ ਮੈਸੇਜ ਦੇ ਵਿੱਚ ਆ ਕੇ ਉਹ ਪ੍ਰਚਾਰ ਕਰ ਰਹੇ ਨੇ।
ਉਹ ਪ੍ਰਚਾਰ ਕਰਦੇ ਆ, ਦਾਵਾ ਕਰਦੇ, ਕਹਿੰਦੇ ਸਾਡਾ ਚਰਚ ਪ੍ਰਮਾਣਿਤ ਆ, ਕੋਈ ਕਹਿੰਦਾ ਸਾਡਾ ਚਰਚ ਪ੍ਰਮਾਣਿਤ ਆ। ਮੈਂ ਤੇ ਇੱਕ ਗੱਲ ਕਹਿਣਾ ਆ, ਜੇ ਤੁਹਾਡਾ ਚਰਚ ਪ੍ਰਮਾਣਿਤ ਆ ਤੇ ਤੁਹਾਡੇ ਚਰਚ ਦਾ ਕਰੈਕਟਰ ਕਿਉਂ ਪ੍ਰਮਾਣਿਤ ਨਹੀਂ ਹੋਇਆ ਅੱਜ ਤੱਕ? ਸਭ ਤੋਂ ਪਹਿਲਾਂ ਸਾਡਾ ਕਰੈਕਟਰ ਪ੍ਰਮਾਣਿਤ ਹੋਣਾ ਚਾਹੀਦਾ ਆ। ਸੇਵਕਾਈ ਤਾਂ ਖੁਦਾ ਆਪਣੇ ਆਪ ਹੀ ਪ੍ਰਮਾਣਿਤ ਕਰ ਦਿੰਦਾ ਆ, ਸੇਵਕਾਈ ਨੂੰ ਖੁਦਾ ਨੇ ਪ੍ਰਮਾਣਿਤ ਕਰਨਾ ਆ, ਲੇਕਿਨ ਸਭ ਤੋਂ ਪਹਿਲਾਂ ਸਾਡਾ ਕਰੈਕਟਰ ਪ੍ਰਮਾਣਿਤ ਹੋਣਾ ਚਾਹੀਦਾ ਖੁਦਾ ਦੇ ਅੱਗੇ। ਖੁਦਾ ਦੇ ਅੱਗੇ ਸਾਡਾ ਕਰੈਕਟਰ ਯੂਸਫ ਵਰਗਾ ਹੋਣਾ ਚਾਹੀਦਾ। ਜਦੋਂ ਤੱਕ ਇੱਕ ਕਲੀਸਿਆ ਦਾ ਕਰੈਕਟਰ ਯੂਸਫ ਦੇ ਕਰੈਕਟਰ ਵਰਗਾ ਨਹੀਂ ਆ, ਉਹਦਾ ਉਠਾਇਆ ਜਾਣਾ ਨਹੀਂ ਹੋਵੇਗਾ। ਕਿਉਂਕਿ ਕੋਈ ਵੀ ਮਨੁੱਖ ਨਬੀ ਦੇ ਸੰਦੇਸ਼ਾਂ ਨੂੰ ਨਹੀਂ ਕਰ ਸਕਦਾ। ਜੇ ਅਸੀਂ ਨਬੀ ਨੂੰ ਮੰਨਦੇ ਹਾਂ ਤੇ ਕੀ ਸਾਡਾ ਜੀਵਨ ਨਬੀ ਦੇ ਅਨੁਸਾਰ ਹੈਗਾ? ਜਿਸ ਤਰ੍ਹਾਂ ਨਬੀ ਨੇ ਜੀਵਨ ਬਤੀਤ ਕੀਤਾ ਸੀ, ਕੀ ਅਸੀਂ ਜੀਵਨ ਬਤੀਤ ਕਰ ਰਹੇ ਹਾਂ? ਨਬੀ ਨੇ ਦੁੱਖਾਂ ਵਿੱਚ ਜੀਵਨ ਬਤੀਤ ਕੀਤਾ, ਉਹ ਘੁਟਨੇ ਟੇਕਦਾ ਸੀ, ਆਪਣੀ ਕਲੀਸਿਆ ਵਾਸਤੇ ਫਾਸਟ ਕਰਦਾ ਸੀਗਾ। ਕੀ ਅੱਜ ਦੇ ਸੇਵਕ ਇਸ ਤਰ੍ਹਾਂ ਕਰਦੇ ਨੇ? ਇਸ ਕਰਕੇ ਬਾਈਬਲ ਬਿਆਨ ਕਰਦੀ ਆ ਵੀ ਜਿਹੜਾ ਸੇਵਕ ਆ ਉਹ ਬੜਾ ਗੰਭੀਰ ਹੋਣਾ ਚਾਹੀਦਾ ਆ। ਗੰਭੀਰਤਾ ਹੀ ਕਿਸ ਚੀਜ਼ ਦੀ ਚਾਹੀਦੀ ਆ? ਗੰਭੀਰਤਾ ਹੀ ਲੋਕਾਂ ਸਾਹਮਣੇ ਨਹੀਂ ਚਾਹੀਦੀ, ਗੰਭੀਰਤਾ ਹੀ ਵਚਨ ਦੇ ਵਿੱਚ ਚਾਹੀਦੀ ਆ। ਜੋ ਵਚਨ ਬੋਲਦਾ ਆ ਉਹਦੇ ਅਨੁਸਾਰ ਸੇਵਕ ਜੀਵਨ ਬਤੀਤ ਕਰੇ, ਉਸੇ ਅਨੁਸਾਰ ਕਲੀਸਿਆ ਨੂੰ ਸਿਖਾਵੇ ਵੀ ਤੁਸੀਂ ਇਸ ਤਰ੍ਹਾਂ ਜੀਵਨ ਬਤੀਤ ਕਰਨਾ। ਜੇ ਸੇਵਕ ਹੀ ਸਹੀ ਨਹੀਂ ਆ ਤੇ ਕਲੀਸਿਆ ਕਿੱਥੋਂ ਸਹੀ ਹੋ ਸਕਦੀ ਆ? ਜੇ ਜੜ ਹੀ ਸਹੀ ਨਹੀਂ ਆ ਤੇ ਫਰੂਟ ਵੀ ਨਹੀਂ ਲੱਗਣਗੇ। ਫਿਰ ਅੱਜ ਲੋਕਾਂ ਦਾ ਇਹੀ ਹਾਲ ਆ, ਸੰਸਾਰ ਵਿੱਚ ਜਿੰਨੇ ਮਸੀਹ ਲੋਕ ਆ ਸਭਨਾਂ ਦਾ ਇਹ ਹਾਲ ਆ, ਕਿਉਂਕਿ ਉਹ ਇੱਕ ਧਰਤੀ ਵਿੱਚ ਨਹੀਂ ਉੱਗੇ। ਲੋਕ ਅੱਜ ਕਾਹਦੇ ਵਿੱਚ ਲੱਗੇ ਹੋਏ ਆ? ਲੋਕ ਬੂਟਿਆਂ ਵਿੱਚ ਲੱਗੇ ਆ, ਇਸ ਕਰਕੇ ਉਹਨਾਂ ਨੂੰ ਕੋਈ ਵੀ ਪੱਟ ਦਿੰਦਾ ਅੱਜ ਕੱਲ੍ਹ। ਲੇਕਿਨ ਇਸ ਤਰ੍ਹਾਂ ਨਹੀਂ ਆ। ਜਦੋਂ ਅਸੀਂ ਖੁਦਾ ਦੇ ਵਿੱਚ ਵੱਧਦੇ ਆ ਤੇ ਖੁਦਾ ਕੀ ਕਰਦਾ? ਸਾਨੂੰ ਉਸ ਭੂਮੀ ਵਿੱਚ ਲਗਾਉਂਦਾ ਆ ਜਿਹੜੀ ਵਚਨ ਦੀ ਭੂਮੀ ਆ, ਤੇ ਉਹਦੇ ਵਿੱਚ ਲੱਗ ਕੇ ਜਿਹੜਾ ਇੱਕ ਮਨੁੱਖ ਆ ਵੱਧਦਾ ਫੁੱਲਦਾ ਆ। ਜਦੋਂ ਵੱਧਦਾ ਫੁੱਲਦਾ ਉਹਨੂੰ ਫਲ ਲੱਗਦੇ ਆ। ਜਦੋਂ ਫਲ ਲੱਗਦੇ ਆ ਤੇ ਲੋਕ ਉਸ ਫਲਾਂ ਨੂੰ ਦੇਖਦੇ ਆ ਤੇ ਮਹਿਮਾ ਵਡਿਆਈ ਕਰਦੇ ਆ ਪਰਮੇਸ਼ਵਰ ਦੀ। ਇਸੇ ਤਰ੍ਹਾਂ ਅੱਜ ਦਾ ਮਨੁੱਖ ਵੀ ਹੋਣਾ ਚਾਹੀਦਾ ਕਿ ਮਸੀਹ ਮਨੁੱਖ ਨੂੰ ਪਰਮੇਸ਼ਵਰ ਦੀ ਭੂਮੀ ਵਿੱਚ ਉਗਣਾ ਚਾਹੀਦਾ ਆ, ਉਹਦੇ ਵਿੱਚ ਵਧਣਾ ਚਾਹੀਦਾ, ਪਾਣੀ ਲੈਣਾ ਚਾਹੀਦਾ ਆ ਤਾਂ ਕਿ ਉਹਨੂੰ ਫਲ ਲੱਗੇ। ਜਦੋਂ ਤੱਕ ਫਲ ਨਹੀਂ ਲੱਗੂਗਾ ਪਛਾਣ ਨਹੀਂ ਹੋਵੇਗੀ। ਫਲ ਤੋਂ ਹੀ ਪਛਾਣ ਹੁੰਦੀ ਹੈ ਵੀ ਕਿਸ ਚੀਜ਼ ਦਾ ਬੂਟਾ ਆ। ਜੇ ਕੋਈ ਸੇਬ ਦਾ ਬੂਟਾ ਆ ਤੇ ਜੇ ਉਹਨੂੰ ਸੇਬ ਲੱਗਣਗੇ ਤਾਂ ਹੀ ਉਹਦੀ ਪਛਾਣ ਹੁੰਦੀ ਆ ਵੀ ਇਹ ਸੇਬ ਆ। ਇਸੇ ਤਰ੍ਹਾਂ ਸਾਨੂੰ ਚਾਹੀਦਾ ਆ, ਸਾਨੂੰ ਫਲ ਲੱਗਣੇ ਚਾਹੀਦੇ। ਕਿਹੜੇ ਫਲ ਲੱਗਣੇ ਚਾਹੀਦੇ? ਸਾਡੇ ਕੋਲ ਆਤਮਾ ਦੇ ਫਲ ਹੋਣੇ ਚਾਹੀਦੇ ਆ। ਸਰੀਰ ਦੇ ਫਲਾਂ ਨੂੰ ਪਰਮੇਸ਼ਵਰ ਨਹੀਂ ਵੇਖਦਾ। ਸਰੀਰ ਦੇ ਫਲ ਕੀ ਆ? ਸਰੀਰ ਦੇ ਫਲ ਆ ਜਿਹੜੇ ਅਸੀਂ ਸੰਸਾਰ ਤੋਂ ਬਾਹਰ ਕੰਮ ਕਰਦੇ ਹਾਂ, ਸਾਡੇ ਸਰੀਰਕ ਫਲ। ਲੇਕਿਨ ਆਤਮਾ ਦੇ ਫਲ ਕੀ ਆ? ਆਤਮਾ ਦੇ ਫਲ ਆ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਪ੍ਰੇਮ, ਪ੍ਰਪਣ ਦਾ ਪ੍ਰੇਮ। ਇਹ ਕੀ ਆ? ਆਤਮਾ ਦੇ ਫਲ ਆ। ਜਦੋਂ ਅਸੀਂ ਆਤਮਾ ਦੇ ਫਲਾਂ ਵਿੱਚ ਵੱਧਦੇ ਆ, ਸਾਡੇ ਜੀਵਨ ਨੂੰ ਦੇਖ ਕੇ ਲੋਕ ਕਹਿੰਦੇ ਆ ਇਹ ਮਨੁੱਖ ਦਾ ਜੀਵਨ ਮੇਰੀ ਅੱਖਾਂ ਸਾਹਮਣੇ ਬਦਲਿਆ ਆ। ਤੇ ਜਿਹਨੂੰ ਖੁਦਾ ਖੁਦ ਬਦਲ ਦੇਵੇ ਉਹਦੇ ਨਾਲ ਕੌਣ ਟੱਕਰ ਲੈ ਸਕਦਾ ਆ? ਜਦੋਂ ਯਿਸੂ ਮਸੀਹ ਨੇ ਪੌਲੁਸ ਦਾ ਜੀਵਨ ਬਦਲਿਆ ਤੇ ਕੋਈ ਪੌਲੁਸ ਅੱਗੇ ਨਹੀਂ ਖੜ ਸਕਿਆ। ਕੋਈ ਸਰਕਾਰਾਂ, ਰੋਮ ਦੀ ਸਰਕਾਰ ਪੌਲੁਸ ਅੱਗੇ ਨਹੀਂ ਖੜ ਸਕੀ। ਕਿਉਂ ਨਹੀਂ ਖੜ ਸਕੀ? ਕਿਉਂਕਿ ਪਹਿਲਾਂ ਪੌਲੁਸ ਸੇਵਕ ਬਣਨ ਤੋਂ ਪਹਿਲਾਂ ਪਰਤਾਇਆ ਗਿਆ। ਜਦੋਂ ਪਰਤਾਇਆ ਗਿਆ ਤੇ ਉਸ ਪਰਖ ਵਿੱਚੋਂ ਖਰਾ ਨਿਕਲਿਆ। ਇਸੇ ਤਰ੍ਹਾਂ ਪ੍ਰਭੂ ਦਾ ਵਚਨ ਕਹਿੰਦਾ ਸੇਵਕ ਪਰਤਾਏ ਜਾਣ। ਜੇ ਪਰਤਾਵੇ ਵਿੱਚੋਂ ਫੇਲ ਹੁੰਦੇ ਆ, ਜੇ ਦੋ ਪਤਨੀਆਂ ਦੇ ਪਤੀ ਨੇ, ਤੇ ਫਿਰ ਗਲਤ ਆ, ਉਹ ਸੇਵਕਾਈ ਨਹੀਂ ਕਰ ਸਕਦੇ। ਕਿਉਂਕਿ ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਆ ਜਿਹੜੀ ਦੁਲਹਨ ਆ ਉਹ ਦੁਲਹੇ ਦੀ ਆ। ਦੁਲਹੇ ਦੀ ਤਾਂ ਆ ਜੋ ਹਰਾਮਕਾਰੀ ਨਾ ਕਰੇ। ਜੇ ਮੰਨ ਲਓ ਕੋਈ ਔਰਤ ਆ ਜਦੋਂ ਉਹਦੀ ਇੰਗੇਜਮੈਂਟ ਹੁੰਦੀ ਆ ਉਹ ਵਿਆਹ ਤੋਂ ਪਹਿਲਾਂ ਹੀ ਕਿਸੇ ਹੋਰ ਨਾਲ ਰਿਲੇਸ਼ਨ ਰੱਖੇ ਤੇ ਇਹਦਾ ਕੀ ਮਤਲਬ ਹੁੰਦਾ ਆ ਵੀ ਉਹ ਵੀ ਵਿਚਾਰਨ ਆ। ਇਸੇ ਤਰ੍ਹਾਂ ਬਾਈਬਲ ਬਿਆਨ ਕਰਦੀ ਹੈ ਜੇ ਤੁਸੀਂ ਮੇਰੇ ਨਾਲ ਵਿਆਹੇ ਹੋਏ ਹੋ ਤੇ ਸੰਸਾਰ ਦੇ ਵਿੱਚ ਕਿਉਂ ਘੁੰਮ ਰਹੇ ਹੋ? ਅੱਜ ਸੇਵਕਾਂ ਦਾ ਵੀ ਇਹੀ ਹਾਲ ਆ। ਸੇਵਕ ਲੋਕ ਕੀ ਕਰਦੇ? ਕਲੀਸਿਆ ਨੂੰ ਖੁਸ਼ ਕਰਨ ਵਾਸਤੇ ਕਲੀਸਿਆ ਦੇ ਅਨੁਸਾਰ ਪ੍ਰਚਾਰ ਕਰਦੇ ਆ। ਲੇਕਿਨ ਮੈਂ ਉਹ ਪ੍ਰਚਾਰ ਕਰੂੰਗਾ ਜੋ ਬਾਈਬਲ ਬਿਆਨ ਕਰਦੀ ਆ। ਚਾਹੇ ਇੱਥੇ ਕਲੀਸਿਆ ਰਵੇ ਚਾਹੇ ਨਾ ਰਵੇ, ਮੈਂ ਪੱਥਰਾਂ ਨੂੰ ਪ੍ਰਚਾਰ ਕਰੂੰਗਾ, ਮੈਂ ਦੀਵਾਰਾਂ ਨੂੰ ਪ੍ਰਚਾਰ ਕਰੂੰਗਾ। ਕਿਉਂਕਿ ਖੁਦਾਵੰਦ ਨੇ ਮੈਨੂੰ ਇਸੇ ਦਿਨ ਲਈ ਠਹਿਰਾਇਆ ਆ ਵੀ ਮੈਂ ਖੁਦਾ ਦੇ ਵਚਨ ਦੀ ਸੇਵਕਾਈ ਆਤਮਾ ਤੇ ਸੱਚਾਈ ਨਾ ਕਰਾਂ। ਲੇਕਿਨ ਮੈਂ ਉਸ ਤਰ੍ਹਾਂ ਸੇਵਕਾਈ ਨਹੀਂ ਕਰੂੰਗਾ ਜਿੱਦਾਂ ਸੰਸਾਰ ਦੇ ਲੋਕਾਂ ਨੂੰ ਫੁੱਲੀਆਂ ਪਾਉਂਦੇ ਆ, ਲੋਕਾਂ ਨੂੰ ਚਾੜਦੇ ਆ। ਇਹ ਸੇਵਕਾਈ ਨਹੀਂ ਆ। ਸੇਵਕਾਈ ਹੋਣੀ ਚਾਹੀਦੀ ਆ ਵਚਨ ਦੇ ਅਨੁਸਾਰ। ਆਮੀਨ ਹੈ ਤੇ ਆਮੀਨ ਹੈ। ਜਿਹੜੀ ਗੱਲ ਨੂੰ ਮੰਨਣਾ ਆ ਚਾਹੇ ਦੁਨੀਆ ਦੀ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ। ਇੱਕ ਸੇਵਕ ਨੂੰ ਚਾਹੀਦਾ ਜਦ ਤੱਕ ਸੇਵਕ ਨਮੂਨਾ ਨਹੀਂ ਬਣਦਾ ਕਲੀਸਿਆ ਵਿੱਚ ਉਹਦੀ ਕਦੇ ਵਾਹ ਨਹੀਂ ਹੁੰਦੀ। ਕਦੇ ਵੀ ਨਹੀਂ ਕਹਿ ਸਕਦਾ ਕੋਈ ਵੀ ਇਹ ਸੇਵਕ। ਉਹਨਾਂ ਨੇ ਕਹਿਣਾ ਇਹ ਤਾਂ ਐਵੇਂ ਹੀ ਆ। ਕਿਉਂ ਐਵੇਂ ਆ? ਕਿਉਂਕਿ ਉਹ ਗੰਭੀਰ ਨਹੀਂ ਆ, ਕਲੀਸਿਆ ਦੇ ਪ੍ਰਤੀ ਵਫਾਦਾਰ ਨਹੀਂ ਆ। ਨਬੀ ਨੇ ਕਿਹਾ ਜਦੋਂ ਤੱਕ ਤੁਸੀਂ ਵਫਾਦਾਰ ਨਹੀਂ ਹੁੰਦੇ ਤੇ ਤੁਸੀਂ ਭੁੱਲ ਜਾਓ ਵੀ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਜਾ। ਜਿਹੜਾ ਬੰਦਾ ਖੁਦਾ ਦੇ ਨਾਲ ਵਫਾਦਾਰ ਨਹੀਂ ਆ ਉਹ ਤੁਹਾਡੇ ਨਾਲ ਵਫਾਦਾਰ ਕੀ ਹੋਵੇਗਾ? ਵਫਾਦਾਰੀ ਪ੍ਰਚਾਰ ਕਰਨ ਦੇ ਨਾਲ ਵਫਾਦਾਰੀ ਨਹੀਂ ਆਉਂਦੀ।
ਬਾਈਬਲ ਪੜ੍ਹਨ ਦੇ ਨਾਲ ਵਫਾਦਾਰੀ ਪ੍ਰਗਟ ਨਹੀਂ ਹੁੰਦੀ, ਫਾਸਟ ਰੱਖਣ ਨਾਲ ਵਫਾਦਾਰੀ, ਜੇ ਅਸੀਂ 6 ਘੰਟੇ ਪ੍ਰਾਰਥਨਾ ਕਰਦੇ ਤਾਂ ਵੀ ਵਫਾਦਾਰੀ ਪ੍ਰਗਟ ਨਹੀਂ ਹੁੰਦੀ। ਵਫਾਦਾਰੀ ਉਦੋਂ ਪ੍ਰਗਟ ਹੁੰਦੀ ਆ ਜਦੋਂ ਪ੍ਰੀਖਿਆ ਆਉਂਦੀ ਆ। ਜਦੋਂ ਤੱਕ ਮਨੁੱਖ ਪ੍ਰੀਖਿਆ ਵਿੱਚੋਂ ਪਾਸ ਨਹੀਂ ਹੁੰਦਾ ਉਹ ਕਦੇ ਵੀ ਆਪਣੀ ਵਫਾਦਾਰੀ ਪ੍ਰਗਟ ਨਹੀਂ ਕਰ ਸਕਦਾ। ਮੈਂ ਤੁਹਾਨੂੰ ਦੱਸਦਾ ਆ, ਜਦੋਂ ਸਕੂਲ ਦੇ ਵਿੱਚ ਸਟੱਡੀ ਹੁੰਦੀ ਆ, ਸਕੂਲ 'ਚ ਪੜ੍ਹਾਈ ਹੁੰਦੀ ਆ, ਸਾਡੇ ਬੱਚੇ ਪੂਰਾ ਸਾਲ ਪੜ੍ਹਦੇ ਆ, ਕਿਤਾਬਾਂ ਪੜ੍ਹਦੇ ਆ, 3-3 ਘੰਟੇ ਪੜ੍ਹਦੇ ਆ, ਬਾਅਦ 'ਚ ਕੀ ਹੁੰਦਾ, ਕਈ ਬੱਚੇ ਫੇਲ ਹੋ ਜਾਂਦੇ ਆ ਤੇ ਕਈ ਪਾਸ ਹੁੰਦੇ ਆ। ਤੇ ਅਸੀਂ ਕੀ ਕਹਿੰਦੇ ਆ, ਜੇ ਉਹ ਕਹਿਣ ਜੀ ਮੈਂ ਤਾਂ ਕਿਤਾਬਾਂ ਪੜ੍ਹੀਆਂ ਸੀ, ਉਸ ਚੀਜ਼ ਨਾਲ ਕੋਈ ਮਤਲਬ ਨਹੀਂ। ਭਾਵੇਂ ਤੂੰ ਅੱਧਾ ਘੰਟਾ ਕਿਤਾਬਾਂ ਨੂੰ ਪੜ੍ਹਿਆ, ਭਾਵੇਂ 6 ਘੰਟੇ ਪੜ੍ਹਿਆ, ਤੂੰ ਫੇਲ ਹੋ ਗਿਆ ਆ। ਇਸੇ ਤਰ੍ਹਾਂ ਖੁਦਾ ਦੀ ਪਵਿੱਤਰ ਹਜ਼ੂਰੀ ਆ, ਖੁਦਾ ਦਾ ਪਵਿੱਤਰ ਜੀਵਨ ਆ, ਜਦੋਂ ਪ੍ਰੀਖਿਆ ਆਉਂਦੀ ਆ ਤੇ ਮਸੀਹ ਲੋਕ ਫੇਲ ਹੋ ਜਾਂਦੇ ਆ। ਤੇ ਜਿਹੜਾ ਫੇਲ ਹੋ ਗਿਆ ਉਹ ਜਿੱਤ ਨਹੀਂ ਸਕਦਾ, ਉਹਨੂੰ ਮੁਕਟ ਨਹੀਂ ਮਿਲਣਾ, ਕਿਉਂਕਿ ਬਾਈਬਲ ਇਸ ਚੀਜ਼ ਨੂੰ ਸਾਫ਼ ਕਲੀਅਰ ਕਰਦੀ ਹੈ। ਜੇ ਮੁਕਟ ਲੈਣਾ ਆ ਤੇ ਸਾਡਾ ਸਿਸਟਮ ਵਧੀਆ ਹੋਣਾ ਚਾਹੀਦਾ, ਸਾਨੂੰ ਪਾਸ ਹੋਣਾ ਪੈਣਾ ਆ। ਇਹਦਾ ਕੋਈ ਮਤਲਬ ਨਹੀਂ ਤੁਸੀਂ ਅੱਧਾ ਘੰਟਾ ਪੜ੍ਹਾਈ ਕੀਤੀ ਜਾਂ 2 ਘੰਟੇ ਪੜ੍ਹਾਈ ਕੀਤੀ ਜਾਂ 6 ਘੰਟੇ ਪੜ੍ਹਾਈ ਕੀਤੀ, ਤੁਸੀਂ ਪ੍ਰੀਖਿਆ ਵਿੱਚੋਂ ਫੇਲ ਹੋ ਗਏ ਹੋ। ਤੇ ਜਿਹੜਾ ਮਨੁੱਖ ਪ੍ਰੀਖਿਆ ਵਿੱਚੋਂ ਫੇਲ ਹੁੰਦਾ ਆ ਉਹ ਪਰਮੇਸ਼ਰ ਦੇ ਰਾਜ 'ਚ ਨਹੀਂ ਜਾ ਸਕਦਾ, ਚਾਹੇ ਉਹ ਸੇਵਕ ਹੋਵੇ, ਚਾਹੇ ਵਿਸ਼ਵਾਸੀ ਹੋਵੇ, ਚਾਹੇ ਨਬੀ ਹੋਵੇ। ਪ੍ਰਭੂ ਕਿਸ ਨੂੰ ਨਹੀਂ ਬਖਸ਼ਦਾ। ਪ੍ਰਭੂ ਦਾ ਰੂਲ ਦਸਤੂਰ ਜਿਹੜੇ ਉਹਦੇ ਵਚਨ ਆ ਸਾਰਿਆਂ ਦੇ ਬਰਾਬਰ ਆ। ਉਹ ਨਾ ਸੇਵਕ ਲਈ ਘੱਟ ਵਾਦਾ, ਨਾ ਵਿਸ਼ਵਾਸੀ ਲਈ ਘੱਟ ਵਾਦਾ, ਨਾ ਕਿਸੇ ਨਬੀ ਲਈ ਘੱਟ ਵਾਦਾ, ਕਿਸ ਨੂੰ ਕੋਈ ਰਹਿਤ ਨਹੀਂ ਦਿੱਤੀ ਗਈ ਵਚਨ ਦੇ ਵਿੱਚ। ਵਚਨ ਦੇ ਵਿੱਚ ਕਿਹਾ ਗਿਆ ਜੋ ਮੇਰਾ ਵਚਨ ਕਹਿੰਦਾ ਤੈਨੂੰ ਕਰਨਾ ਪੈਣਾ ਹੈ। ਜਿਹੜਾ ਵਚਨ ਤੋਂ ਬਾਹਰ ਜਾਂਦਾ ਪਰਮੇਸ਼ਰ ਉਹਨੂੰ ਮਾਰ ਦਿੰਦਾ ਆ। ਇਸੇ ਤਰ੍ਹਾਂ ਕੀ ਹੋਇਆ, ਜਦੋਂ ਯਿਰਮੀਆ ਨਬੀ ਸੀਗਾ, ਯਿਰਮੀਆ ਨਬੀ ਦੇ ਸਮੇਂ ਦੇ ਇੱਕ ਨਬੀ ਸੀਗਾ ਜਿਹਦਾ ਨਾਮ ਸੀ ਹਨਨਿਆ। ਹਨਨਿਆ ਵੀ ਇੱਕ ਨਬੀ ਸੀ, ਉਹਨੇ ਰਾਜੇ ਨੂੰ ਖੁਸ਼ ਕਰਨ ਵਾਸਤੇ ਝੂਠੀ ਭਵਿੱਖਬਾਣੀ ਕੀਤੀ ਵੀ ਰਾਜਾ ਹਾਂ ਤੇਰੇ ਨਾਲ ਇੱਦਾਂ ਹੋ ਜਾਊਗਾ, ਤੇਰੇ ਨਾਲ ਇਸ ਤਰ੍ਹਾਂ ਹੋ ਜਾਊਗਾ। ਲੇਕਿਨ ਜਿਹੜਾ ਯਿਰਮੀਆ ਨਬੀ ਸੀ ਉਹਨੇ ਕੀ ਕਿਹਾ, ਕਹਿੰਦਾ ਹਨਨਿਆ ਤੈਨੂੰ ਪਰਮੇਸ਼ਵਰ ਦਾ ਖੌਫ ਨਹੀਂ ਹੈ। ਕਹਿੰਦਾ ਤੂੰ ਕੀ ਗੱਲਾਂ ਕਰਕੇ ਆਇਆ, ਕਹਿੰਦਾ ਤੂੰ ਇਸੇ ਸਾਲ ਦੇ 7ਵੇਂ ਮਹੀਨੇ ਮਾਰਿਆ ਜਾਵੇਗਾ। ਦੇਖੋ ਇੱਕ ਨਬੀ ਦੂਜੇ ਨਬੀ ਨੂੰ ਮਾਰ ਰਿਹਾ ਆ, ਕਾਹਦੇ ਦੁਆਰਾ, ਬੋਲਾਂ ਦੇ ਦੁਆਰਾ। ਲੇਕਿਨ ਉਸ ਯਿਰਮੀਆ ਨਬੀ ਦੇ ਅੰਦਰ ਕੀ ਸੀ, ਖੁਦਾ ਦਾ ਉਹ ਵਚਨ ਸੀਗਾ ਜਿਹੜਾ ਕਿਸ ਨੂੰ ਨਹੀਂ, ਜਿਹੜਾ ਕਿਸੇ ਦੇ ਵੀ ਲਿਹਾਜ਼ ਨਹੀਂ ਲੈਂਦਾ। ਉਸ ਵਚਨ ਨੇ ਕੀ ਕੀਤਾ, ਹਨਨਿਆ ਨਬੀ ਨੂੰ ਮਾਰਤਾ। ਤੇ ਅੱਜ ਕੀ ਪ੍ਰਭੂ ਬਖਸ਼ੂਗਾ ਕਿਸ ਨੂੰ? ਪ੍ਰਭੂ ਕਿਸ ਨੂੰ ਨਹੀਂ ਬਖਸ਼ਦਾ। ਇਸ ਕਰਕੇ ਖੁਦਾ ਨੇ ਕਿਹਾ ਸੇਵਕ ਗੰਭੀਰ ਹੋਣੇ ਚਾਹੀਦੇ ਆ, ਸੇਵਕ ਗੰਭੀਰ ਹੋਣੇ ਚਾਹੀਦੇ, ਕਿਉਂਕਿ ਜਿਨ੍ਹਾਂ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ ਉਹ ਆਪਣੇ ਲਈ ਅੱਛੀ ਪਦਵੀ ਅਤੇ ਉਸ ਨਿਸ਼ਚਾ ਵਿੱਚ ਜਿਹੜੀ ਮਸੀਹ ਯੀਸ਼ੂ ਉੱਤੇ ਵੱਡੀ ਦਲੇਰੀ ਪ੍ਰਾਪਤ ਕਰਦੇ ਹਨ। ਦੇਖੋ ਜਿਹਨਾਂ ਨੂੰ ਸੇਵਕਾਈਆਂ ਮਿਲੀਆਂ ਆ, ਜੇ ਉਹ ਆਤਮਾ ਤੇ ਸੱਚਾਈ ਨਾਲ ਸੇਵਕਾਈ ਕਰਨਗੇ ਤਾਂ ਪਰਮੇਸ਼ਵਰ ਉਹਨਾਂ ਨੂੰ ਅੱਗੇ ਵਧਾਵੇਗਾ। ਲੇਕਿਨ ਜਦੋਂ ਸੇਵਕਾਈ ਦੇ ਵਿੱਚ, ਚਰਚਾ ਦੇ ਵਿੱਚ ਗਲਤ ਸਿਸਟਮ ਸ਼ੁਰੂ ਹੋ ਜਾਣਗੇ, ਉੱਥੇ ਪਰਮੇਸ਼ਵਰ ਦਾ ਆਤਮਾ ਕੰਮ ਨਹੀਂ ਕਰਦਾ। ਇਸ ਕਰਕੇ ਪ੍ਰਭੂ ਨੇ ਕਿਹਾ ਆ ਵੀ ਕਹਿੰਦਾ ਤੁਸੀਂ ਇੱਕ ਵਧੀਆ ਲੋਕ ਬਣੋ, ਵਧੀਆ ਯਾਲੀ ਬਣੋ ਤੁਸੀਂ, ਲੇਕਿਨ ਲੋਕ ਇਸ ਤਰ੍ਹਾਂ ਨਹੀਂ ਕਰਦੇ। ਯਿਰਮੀਆ ਕੱਢਾਂਗੇ, ਯਿਰਮੀਆ 23 ਕੱਢਾਂਗੇ। ਦੇਖੋ ਵਚਨ ਕੀ ਕਹਿ ਰਿਹਾ, ਕਹਿੰਦਾ ਹਾਏ ਉਹਨਾਂ ਅਯਾਲੀਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖੇਰੂ ਕਰਦੇ ਹਨ। ਯਹੋਵਾ ਦਾ ਵਾਕ ਹੈ, ਇਸ ਲਈ ਯਹੋਵਾ ਇਸਰਾਇਲ ਦਾ ਪਰਮੇਸ਼ਵਰ ਇਉਂ ਆਖਦਾ ਹੈ, ਮੈਂ ਉਹਨਾਂ ਅਯਾਲੀਆਂ ਦੇ ਵਿਰੁੱਧ ਹਾਂ ਜਿਹੜੇ ਮੇਰੀ ਪ੍ਰਜਾ ਨੂੰ ਚਾਰਦੇ ਹਨ। ਹੁਣ ਦੇਖੋ ਪਰਮੇਸ਼ਵਰ ਦਾ ਵਚਨ ਕਿਹਨੂੰ ਕਹਿ ਰਿਹਾ, ਅਯਾਲੀ ਕੀ ਹੁੰਦੇ ਆ, ਸੇਵਕਾਂ ਨੂੰ ਅਯਾਲੀ ਕਿਹਾ ਆ। ਕਹਿੰਦਾ ਤੁਸੀਂ ਮੇਰੀ ਭੇਡਾਂ ਨੂੰ ਕਹਿੰਦਾ ਮਾਰ ਮੁਕਾਉਂਦੇ ਹੋ। ਕਿੱਦਾਂ ਮਾਰ ਮੁਕਾਉਂਦੇ, ਜਦੋਂ ਤੱਕ ਕੋਈ ਸੇਵਕ, ਕੋਈ ਅਯਾਲੀ ਜਿਹਨੂੰ ਚਰਚ ਦਾ ਸਿਸਟਮ ਨਾ ਕਰਨਾ ਆਉਂਦਾ ਹੋਵੇ, ਜਿਹਨੂੰ ਪ੍ਰਬੰਧ ਨਾ ਕਰਨਾ ਆਉਂਦਾ ਹੋਵੇ, ਉਹ ਕੀ ਕਰੂਗਾ, ਆਪਣੀ ਜਿਹੜੀ ਭੇਡਾਂ ਨੇ ਉਹਨਾਂ ਨੂੰ ਗਵਾ ਲੂਗਾ। ਕਿਉਂ ਗਵਾਊਗਾ? ਕਿਉਂਕਿ ਉਹ ਉਹਨਾਂ ਦਾ ਖਿਆਲ ਨਹੀਂ ਰੱਖ ਸਕਦਾ। ਜਿਹੜਾ ਵਚਨ ਦੇ ਵਿੱਚ ਗੰਭੀਰ ਨਹੀਂ ਆ, ਜਿਹੜਾ ਵਚਨ ਨੂੰ ਗਿਆਨ ਦੇ ਤਰ੍ਹਾਂ ਸੁਣਾਊਗਾ, ਉਹ ਕੁਛ ਨਹੀਂ ਕਰ ਸਕਦਾ। ਉਹ ਨਾ ਤਾਂ ਆਪ ਜਾਊਗਾ, ਨਾ ਤੁਹਾਨੂੰ ਖੁਦਾ ਦੇ ਰਾਜ ਵਿੱਚ ਵੜਨ ਦਊਗਾ। ਇਹੋ ਜਿਹੇ ਲੋਕ ਬਹੁਤ ਨੇ। ਮੈਂ ਤੁਹਾਨੂੰ ਦੱਸ ਰਿਹਾ, ਗਿਆਨ ਦੇ ਨਾਲ ਕੋਈ ਵੀ ਖੁਦਾ ਦੇ ਕੋਲ ਨਹੀਂ ਪਹੁੰਚ ਸਕਦਾ। ਚਾਹੇ ਪੂਰੀ ਬਾਈਬਲ ਦਾ ਗਿਆਨ ਰੱਖਦਾ ਹੋਵੇ, ਚਾਹੇ ਜਿੰਨੇ ਵੀ ਸੰਦੇਸ਼ ਨੇ ਭਾਈ ਬ੍ਰੈਨਮ ਦੇ ਉਹਨਾਂ ਦਾ ਗਿਆਨ ਰੱਖਦਾ ਹੋਵੇ, ਕੀ ਤੁਹਾਨੂੰ ਗਿਆਨ ਸਵਰਗ ਵਿੱਚ ਲੈ ਕੇ ਜਾਵੇਗਾ, ਪਰਮੇਸ਼ਵਰ ਦੇ ਰਾਜ ਵਿੱਚ ਲੈ ਕੇ ਜਾਵੇਗਾ? ਨਹੀਂ, ਤੁਹਾਨੂੰ ਤੁਹਾਡੀ ਨਿਹਜਾ ਖੁਦਾ ਦੇ ਰਾਜ ਦੇ ਵਿੱਚ ਲੈ ਕੇ ਜਾਵੇਗੀ। ਤੁਸੀਂ ਭਾਵੇਂ ਸੰਦੇਸ਼ ਥੋੜਾ ਜਾਣਦੇ ਹੋ, ਪ੍ਰਭੂ ਬਾਰੇ ਘੱਟ ਜਾਣਦੇ ਹੋ, ਉਹਨੇ ਕਿਹਾ ਸਿਰਫ ਕੇਵਲ ਵਿਸ਼ਵਾਸ ਰੱਖ। ਨਬੀ ਨੇ ਵੀ ਕਿਹਾ, ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ, ਕਹਿੰਦਾ ਸਿਰਫ ਵਿਸ਼ਵਾਸ ਕਰ। ਇਹਦਾ ਕੋਈ ਮਤਲਬ ਨਹੀਂ ਆ ਕੋਈ ਜ਼ਿਆਦਾ ਗਿਆਨ ਰੱਖਦਾ ਆ, ਕੋਈ ਜ਼ਿਆਦਾ ਪੜ੍ਹਿਆ ਲਿਖਿਆ, ਕੋਈ ਘੱਟ ਪੜ੍ਹਿਆ ਲਿਖਿਆ ਆ। ਇਹਦਾ ਮਤਲਬ ਇਹ ਨਹੀਂ ਆ ਵੀ ਖੁਦਾ ਉਹਦੇ ਨਾਲ ਜ਼ਿਆਦਾ ਗੱਲਾਂ ਕਰੂਗਾ। ਜੇ ਕਲੀਸਿਆ, ਜੇ ਕਿਸ ਨੂੰ ਜ਼ਿਆਦਾ ਨੌਲੇਜ ਆ, ਕਿਸ ਨੂੰ ਘੱਟ ਨੌਲੇਜ ਆ, ਪਰਮੇਸ਼ਵਰ ਪੱਖਪਾਤ ਨਹੀਂ ਕਰਦਾ। ਪਰਮੇਸ਼ਵਰ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਬਰਾਬਰ ਪ੍ਰੇਮ ਕਰਦਾ ਆ। ਜਿਹੜਾ ਪਰਮੇਸ਼ਵਰ ਦਾ ਵਚਨ ਆ, ਪਰਮੇਸ਼ਵਰ ਦੀ ਰੋਟੀ ਆ, ਉਹ ਹਮੇਸ਼ਾ ਵੰਡ ਕੇ ਦਿੰਦਾ ਆ, ਕਿਸ ਨੂੰ ਘੱਟਵਾਦ ਨਹੀਂ ਦਿੰਦਾ। ਕਦੇ ਵੀ ਖੁਦਾ ਬਰਕਤਾਂ ਵੀ ਘੱਟਵਾਦ ਨਹੀਂ ਦਿੰਦਾ। ਉਹਨੂੰ ਪਤਾ ਆ ਇਹ ਮਨੁੱਖ ਕਿੰਨਾ ਕੁ ਲੈ ਸਕਦਾ, ਕਿੰਨਾ ਕੁ ਸਹਾਰ ਸਕਦਾ। ਪ੍ਰਭੂ ਉਸ ਹਿਸਾਬ ਨਾਲ ਉਹਨੂੰ ਦੁੱਖ ਵੀ ਦਿੰਦਾ ਆ, ਉਸ ਹਿਸਾਬ ਨਾਲ ਹੀ ਉਹਨੂੰ ਪਿਆਰ ਵੀ ਦਿੰਦਾ ਆ। ਕਈ ਵਾਰ ਖੁਦਾ ਵਰਤਾਂਦਾ ਵੀ ਹੈ ਸਾਨੂੰ,
लेकिन किस तरह जो असीं गंभीर होवांगे वचन दे विच, खुदा उस तरीके नाल काम करदा। हुण देखो वचन विच की लिखिआ आ, मैं उन्हां अयालियां दे विरुद्ध हां जिहड़े मेरी प्रजा नूं चारदे हन। तुसां मेरे इज्जत नूं खेरू खेरू कीता अते उस नूं हक के कढ दित्ता ते उन्हां दी परवाह नहीं कीती। देखो मैं तुहाडे कंमां दी बुराई तुहाडे उत्ते लियावांगा, यहोवा दा वाक है। कहंदा मैं अपने इज्जत दे वकील उन्हां देशां विचों इकट्ठे करांगा जिथे उन्हां नूं हक, कहंदा जिन्हां नूं कहंदा उस देशां विचों मैं इकट्ठे करूंगा जिथे कहंदा मैं उन्हां नूं हक दित्ता सीगा, जिथे उन्हां नूं भेज दित्ता सीगा। मैं उन्हां नूं उन्हां दे वाड़ियां विच मोड़ देवांगा अते वो फलणगे अते वधणगे। मैं उन्हां उत्ते अयाली खड़े करांगा। हुण देखो परमेश्वर की कह रहा, मैं उन्हां उत्ते अयाली खड़े करूंगा। अयाली कौन आ? ये भी अयाली आ ते वो भी अयाली सी जिन्हां ने अपनी भेडां दी फिक्र नहीं कीती। ते खुदा कहंदा मैं इन्हां वास्ते अपने अयाली करूंगा। ਇਹਦਾ मतलब भी वो ਜਿਹੜੇ अयाली सी जिन्हां ने भेडां नहीं सांभियां खुदा वालों नहीं सीगे, क्योंकि जिहड़ा अयाली आ जिहड़ा भेडां चारदा हमेशा ही अपने पेट की फिक्र करूगा। जे 100 भेडां विचों एक गवाच जावे ते वो सब तो पहलों 99 नूं छड्ड के एक दे पिछे जाऊगा। क्यों जाऊगा? कि 99 की फिक्र नहीं आ ओनू 99 की फिक्र भी आ, लेकिन वो की आ सेफ्टी विच आ। मान लो साडे घर विच 4 बच्चे आ 5 बच्चे आ, उन्हां विचों एक गुस्से होके चले जावे ते 3 या 4 बच्चे तो साडे घर दे विच ही, लेकिन साडा की फर्ज बनदा असीं उस बच्चे दे मगर जाइए जिहड़ा गुस्से होके साडे घर विचों गया आ। इहनूं कहंदे ने अयाली, इहनूं कहंदे ने फिक्र करन वाला, लेकिन ये भी अयाली आ जिहड़े भेडां दी फिक्र नहीं करदे। इहो ਜਿਹੇ लोग भी हन। मैं उन्हां उत्ते अयाली खड़े करांगा जिहड़े उन्हां नूं चारनगे, वो फिर ना डरनगे ते ना घबराउणगे, ना उन्हां विचों कोई गवाचेगी। यहोवा दा देखो गवाचना की आ। लोग संसार दे विच जदों एक किसी चर्च विच लोग जाते हैं उत्थों उन्होंने मन टुटता या हट जाते हैं, वो की हुंदा गवाच जाते हैं। जो तक किसी भेड़ नूं कोई सेवक जिहड़ा सेवक उन्होंने रास्ता ना दिखावे उदों तक भेड़ कुछ नहीं कर सकती, क्योंकि बाइबल बयान करती आ खुदा ने विचोलिए खड़े किए आ। बिना विचोलिया तो कदे भी दुल्हा ते दुल्हे का विआह नहीं हुंदा, लाड़ा लाड़ी का विआह विचोले द्वारा ही हुंदा। इस तरह ही खुदा ने विचोले खड़े किए, एक सेवक खड़ा किया। लेकिन सेवक होना कितना दा चाहिए आ? सेवक बड़ा ही गंभीर होना चाहिए आ। सेवक पेटू नहीं होना चाहिए भी सेवक 3 दिहाड़ी 3 बारी रोटी खा रहे हैं, कलीसिया ने ऑर्डर मार रहे तुहाडे घरे बकरा बन जाए, तुहाडे घरे आ बन जाए, मैं तो आना तुसीं मेरी रिस्पैक्ट नहीं की। ये सेवक नहीं आ, ये कौन ना, ये भेड़िए आ ਜਿਹੜੇ की करते हैं लुटते हैं लोगों को। क्यों लुटते हैं? साडे चर्च इन्ना पैसा दो, साडे चर्चे आ करो। बाइबल विच किते भी गल्लां नहीं लिखियां गईयां। उत्पत तो लैके प्रकाश दी पोथी तक दशमांश ते भेटां तो इलावा कोई गल नहीं हैगी जिहदे विच कोई थोपे भी तू 1 लाख रुपया देना, तू 50,000 देना, तू 20। बाइबल थोपण नूं नहीं कहंदी, बाइबल बयान करदी जो कुछ करना आ हिरदे तो कर। जे तू हिरदे तो नहीं करदा ते तैनूं लाभ नहीं आ, ना लैण वाले को कोई लाभ आ ना देण वाले को कोई लाभ आ। जो कुछ भी करना बाइबल बयान करदी, खुदा दा वचन कहंदा आत्मा सच्चाई नाल ते हिरदे ते करो। कहंदा जो कुछ करना जे तुसीं दे के कुड़ कुड़ करदे हो ते कहंदा ये वधिया गल नहीं। ਇਹਦਾ की मतलब आ तुसीं अपणियां बरकतां रोक लियां। लेकिन ये चीज़ां सिखाऊगा कौन? जेड़ा खुद नमूना बनूगा वही ये चीज़ों को सिखाऊगा। जेड़ा बंदा खुद प्रार्थना नहीं करता, खुद फास्टिंग नहीं करता, वो अपनी कलीसिया को की सिखाऊगा? जिहदे उपर खुद मसा नहीं आ कि कलीसिया विच मसा आवेगा। कहते जिदा का सेवक हुंदा है उदा दी कलीसिया हुंदी आ। जे सेवक भी विचारी है तो कलीसिया भी विचारी हो जाती है। अज देखिए जी चर्चा विच की हाल आ। अज चर्चा विच मुंडे कुड़ियां जोड़ियां बनाई जाते हैं, ब्याह करवाते हैं। ਇਹ ਕੀ ਆ ਸਾਰੇ ਕੰਮ ਬਚਣ ਤੋਂ ਬਾਹਰ ਆ। ਇੱਕ ਅਯਾਲੀ ਇਹ ਚੀਜ਼ਾਂ ਨੂੰ ਕਿਉਂ ਨਹੀਂ ਰੋਕਦਾ? ਫਿਰ ਅਸੀਂ ਕਹਿੰਦੇ ਆ ਸਾਡੀਆਂ ਸੇਵਕਾਈਆਂ ਪ੍ਰਮਾਣਿਤ ਆ, ਸਾਡੇ ਉੱਪਰ ਅੱਗ ਦਾ ਖੰਭਾ ਉਤਰਿਆ। ਮੈਂ ਕਹਿੰਦਾ ਆ ਅੱਗ ਦਾ ਖੰਭਾ ਇਜ਼ਰਾਈਲੀਆਂ ਉੱਪਰ ਉਤਰਿਆ ਸੀ ਤੇ ਸਾਰੇ ਇਜ਼ਰਾਈਲੀ ਮਾਰ ਦਿੱਤੇ। ਉਸ ਅੱਗ ਦੇ ਖੰਭੇ ਨੇ 20 ਤੋਂ 24 ਲੱਖ ਜਿੰਨੇ ਇਜ਼ਰਾਈਲੀ ਸੀ ਇੱਕ ਦਾ ਵੀ ਲਿਹਾਜ਼ ਨਹੀਂ ਲਿਆ, ਕਿਉਂਕਿ ਖੁਦਾਵੰਦ ਆਪਣੇ ਵਚਨ ਤੋਂ ਬਾਹਰ नहीं ਜਾਂਦਾ। खुदावंद ने सारे के सारे मारते। मैं दावा मैं पूछता हाँ कि इजराइलियों के ऊपर पिलर ऑफ फायर नहीं सीगा? उस पिलर ऑफ फायर ने मिस्र की सेना तो उन्होंने लोगों की रक्षा की, फिर उस पिलर ऑफ फायर ने उन्होंने लोगों को मार दिता। कि बलियाम के कोल पिलर ऑफ फायर नहीं उतरिया सीगा? जो बलियाम बलियां दे के प्रभु यीशु मसीह को बुलांदा सी, यहोवा को बुलांदा सी, ते की पिलर ऑफ फायर उतरदा नहीं सीगा? फिर उससे पिलर ऑफ फायर ने की किया? बलियाम को मार दिता। क्यों मारिया? क्योंकि ये वो लोग ने जिन्हों ने वचन तो बाहर काम किए। मैं तुहानूं क्लीयर करता हाँ, चाहे जिन्ना मर्जी कोई बड़ा पास्टर कोई नबी होवे खुदा छड्डदा नहीं है, क्योंकि बाइबल में गल्लां दर्ज ने।
खुदावंद उसे दी सुनता है जिहड़ा गंभीर आ। मूसा सेवकाई विच गंभीर सीगा, इस करके मूसा दे नाल नाल खुदा चलिया। जिहड़ा मनुख सेवकाई विच गंभीर नहीं सी, खुदा उहदे नाल नहीं चलूगा। जदों यहोशुआ नूं सेवकाई मिली मूसा तो बाद ते उहनूं खुदा ने कहा डरना कहंदा तू, कहंदा जिद्दां मैं मूसा दे नाल सी, कहंदा उसे तरह मैं तेरे भी नाल आ, कहंदा तैनूं डरन दी लोड़ नहीं आ। ते अज सानूं डरन दी लोड़ नहीं आ। जे मूसा दा परमेश्वर ओही आ, एलिया का परमेश्वर ओही है, तो साडा भी परमेश्वर ओही है। वो अज भी साडे वास्ते वो रुकावटां खत्म कर देगा, वो समुंदर को दो भाग कर देगा। बाइबल इस चीज़ को बयान करती, उन्हें क्या है सिर्फ तुसी विश्वास करो काहदे उपर, वचन दे उपर। लेकिन सानू ये भी पछाणन की लोड़ आ कि लोगों ने परखिया नहीं सी मूसा नूं, भी मूसा सानू उस देश विचों कढ के लै गया, तो लोग पागल नहीं सीगे। वो लोग बड़े समझदार से इजराइल के जो गुलामी में सीगे, वो लोग मूसा के पीछे एवं नहीं लगे। जो उन्होंने चमत्कार देखे, चिन्ह देखे, बड़े बड़िया गल्लां देखियां भी मूसा द्वारा खुदा काम कर रहा, उदों लोग पिछे गए। जो पिछे गए तो भी जो रली मिली भीड़ आई, उन्होंने की किया भी मूसा तुहानूं मारन वास्ते स्थान दे विच ले आया, पिछे मिस्र की सेना, अगे समुंदर आ। देखो उस समय के भी लोग सीगे ਜਿਹੜੇ ਵਿੱਚ ਪ੍ਰਧਾਨ ਸੀਗੇ ਉਹਨਾਂ ਦੇ, ਉਹ ਕੀ ਕਹਿ ਰਹੇ ਆ, ਕਹਿੰਦੇ ਪਿੱਛੇ ਮਿਸਰ ਦੀ ਸੈਨਾ ਆ, ਅੱਗੇ ਸਮੁੰਦਰ ਆ, ਕਹਿੰਦੇ मूसा ਮਾਰ ਰਹੇ। ਲੇਕਿਨ ਦੇਖੋ मूसा ਕੌਣ ਸੀਗਾ? मूसा ਇੱਕ ਵਧੀਆ ਅਯਾਲੀ ਸੀ ਜਿਹੜੀ ਆਪਣੀ ਭੇਡਾਂ ਨੂੰ ਲੈ ਕੇ ਖੁਦ ਅੱਗੇ ਅੱਗੇ ਜਾ ਰਿਹਾ ਸੀ ਤੇ ਭੇਡਾਂ ਉਹਦੇ ਪਿੱਛੇ ਪਿੱਛੇ ਆ ਰਹੀਆਂ ਸੀ। ਤੇ ਉਹਨੇ ਕਿਹਾ, ਕਹਿੰਦਾ ਸਮੁੰਦਰ, ਕਹਿੰਦਾ ਸੁੱਕੀ ਧਰਤੀ ਬਣ ਜਾਊਗਾ। ਜਦੋਂ ਉਹਨੇ ਲਾਠੀ ਮਾਰੀ ਤੇ ਸਮੁੰਦਰ ਦੋ ਭਾਗ ਹੋ ਗਿਆ ਤੇ ਸਾਰੇ ਲੋਕ ਉਹਨਾਂ ਵਿੱਚੋਂ ਨਿਕਲ ਗਏ। ਇਹਨੂੰ ਕਹਿੰਦੇ ਨੇ ਅਯਾਲੀ। ਉਹ ਮਰਦੇ ਦਮ ਤੱਕ मूसा वचन ਦੀ ਸੇਵਕਾਈ ਵਿੱਚ ਗੰਭੀਰ ਰਿਹਾ। ਉਹ ਮਖੌਲੀਆ ਨਹੀਂ ਸੀ, ਉਹ ਪੇਟੂ ਨਹੀਂ ਸੀਗਾ। ਇਸ ਕਰਕੇ ਵਚਨ ਕਹਿੰਦਾ ਸੇਵਕ ਗੰਭੀਰ ਹੋਣ। ਜੇ ਸੇਵਕ ਗੰਭੀਰ ਨਹੀਂ ਆ ਤੇ ਖੁਦਾ ਉਹਦੀ ਸੇਵਕਾਈ ਖਤਮ ਕਰ ਦਊਗਾ। खुदावंद जे देना जानता तो खुदा ले भी सकता है। जे कोई खुदा के गिफ्टां नहीं साम सकता तो खुदावंद कदे भी इस तरह नहीं करता भी वो गिफ्टां वापस लवे। लेकिन खुदावंद तो जोड़े लोग ने अपने गिफ्टां खुद गवाते हैं। क्यों गवाते हैं? क्योंकि वो वचन ते नहीं चलते। भावें कोई सेवक आ, चाहे कोई नबी आ, कोई भी होवे एनी पर्सन जेड़ा बंदा वचन तो बाहर गया, खुदावंद उन्होंने कट दिंदा है। कोई लिहाज नहीं है, क्योंकि ये वो वचन आ जिहदे विच किस दा लिहाज नहीं लिता जांदा। बाइबल विच किस दा पक्षपात नहीं हुंदा, ना अमीर दा ना गरीब दा। लेकिन चर्चा विच की हाल आ, जो कोई अमीर मनुख जाता उन्होंने वधिया पदवी दी जाती है, उन्होंने वधिया तरीके नाल बिठाया जाता। जे कोई गरीब मनुख हुंदा आ ते ओहदे नाल ईर्खा की जाती, उन्होंने पीछे किया जाता। ये की है? ये पक्षपात क्यों? मैं पूछदा कि वचन सानू इस चीज़ को क्लीयर करता है भी तुसीं पक्षपात करो। ਇਹਦਾ मतलब वो सेवक गंभीर नहीं आ। ਉਹਨੂੰ ਕਾਹਦੀ परवाह आ? ਉਹਨੂੰ पैसे की परवाह आ। ਜਿਹੜਾ मनुख रूहां की परवाह करता आ वो सच्चा सेवक आ। जिन्हों यीशु मसीह ने प्रमाणित किया आ वो सच्चा सेवक आ। मैं कहना आ जे पिलर ऑफ फायर आ भी गया तो की साडे जीवन नहीं बदलने चाहिए सी? ਅਸੀਂ ਕਿੱਦਾਂ ਪਛਾਣਾਂਗੇ? ਮੰਨ ਲਓ ਕੋਈ ਮਨੁੱਖ ਬਹੁਤ ਵੱਡੀਆਂ ਗੱਲਾਂ ਕਰ ਰਿਹਾ ਵੀ ਮੇਰੇ ਨਾਲ ਪ੍ਰਭੂ ਇਦਾਂ, ਪ੍ਰਭੂ ਨੇ ਮੈਨੂੰ ਦਰਸ਼ਨ ਦਿੱਤਾ, ਪ੍ਰਭੂ ਨੇ ਆਹ ਕੀਤਾ। ਜੇ ਉਹਦਾ ਜੀਵਨ ਹੀ ਨਹੀਂ ਸਹੀ ਤਾਂ ਤੁਸੀਂ ਕਹੋਗੇ ਵੀ ਸਾਨੂੰ ਤਾਂ ਲੱਗਦਾ ਹੀ ਨਹੀਂ ਇਹਦਾ ਜੀਵਨ ਦੇਖ ਕੇ। ਕਿਉਂਕਿ ਇਹਦਾ ਤਾਂ ਕਰੈਕਟਰ ਹੀ ਸਹੀ ਨਹੀਂ ਆ। ਇਹ ਤੇ ਬੰਦੇ ਹੀ ਕਰੈਕਟਰ ਲੈ ਸਾ। ਇਹਦਾ ਤਾਂ ਸਿਸਟਮ ਸਹੀ ਨਹੀਂ ਹੈ। ਪੇਟੂ ਆਏ, ਗਲਤ ਆਏ, ਲਾਲਚੀ ਆ, ਹੈ ਨਾ। ਅਸੀਂ ਇਸ ਤਰ੍ਹਾਂ, ਲੇਕਿਨ ਅਸੀਂ ਕਿਸ ਤਰ੍ਹਾਂ ਦੇਖ ਕੇ ਕਹਿੰਦੇ ਜਦੋਂ ਅਸੀਂ ਦੇਖਦੇ ਹਾਂ ਉਸ ਮਨੁੱਖ ਦਾ ਜੀਵਨ ਦੇਖਦੇ ਹਾਂ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ, ਉਹਦਾ ਜੀਵਨ ਕੀ ਕਰਦਾ? ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦਾ ਆ। क्योंकि जिहड़ा मनुख अग दे कोल जाऊगा सुक्का नहीं रहूगा। जिहड़ा मनुख अग दे कोल जाऊगा उन्होंने भी अग लग जूगी। जे तुसी खुदा दे वचन दे कोल आए हो, जे तुसी खुदा दे उस सच्चे सेवक दे कोल जिन्हों खुदा दे दूत द्वारा दर्शन दिता गया, जे तुसी इहो जिहे सेवक कोल जाओगे तो परमेश्वर भी तुहानूं उहो जिहा बना दूगा। जे मैं संसार तो मरिया आ ते मैं पूरी कलीसिया नूं मार दूंगा। मैं इस चीज़ दा दावा करदा आ एक भी मनुख नहीं बचेगा। इस स्थान दे आने वाला एक भी मनुख नहीं बचेगा। जे मैं संसार तो मरिया तो मेरी कलीसिया के लोग भी मरनगे। क्योंकि वचन बयान करता जब तक बीज मरता नहीं आ वो पुंगरता नहीं आ। जो बीज मरूगा वो पुंगरूगा। जो छोटा जिहा बूटा बनता है तो 100 गुणा फल लैके आता है। तो इस तरह सानू चाहिए संसार तो असीं मरीए। जो तक असीं संसार तो नहीं मरांगे परमेश्वर साडे विच काम नहीं करेगा। लेकिन ये चीज़ां कौन सिखाऊगा? ये चीज़ां सिखाण दा काम किहदा हुंदा है? एक सेवक दा हुंदा है। ते सेवक नूं चाहिदा आ बड़ी गंभीरताई दे नाल सेवकाई। ये कोई मजाक नहीं है, कोई तमाशा नहीं है। प्रभु की सेवकाई ये रूहां की कीमत की सेवकाई आ जिन्हां नूं लोकां ने मजाक समझ लिया। चर्च आ जाओ, चंगियाइयां लै लो, कोई गल नहीं। कि चंगियाई तो नबी ने कहा चंगियाई तो बाद भी एक चीज़ है उठाए जाना। चंगियाई तो मिलनी आ, चंगियाई तो बाद एक होर चीज़ है
ਜਿਹਨੂੰ ਕਿਹਾ ਗਿਆ ਉਠਾਏ ਜਾਣਾ। ਕੀ ਅਸੀਂ ਉਸ ਉਠਾਏ ਜਾਣ ਵਿੱਚ ਨਹੀਂ ਜਾਣਾ ਚਾਹੁੰਦੇ? ਅਸੀਂ ਜਾਣਾ ਚਾਹੁੰਦੇ ਹਾਂ ਉਸ ਉਠਾਏ ਜਾਣ ਦੇ ਵਿੱਚ, ਤੇ ਸਾਨੂੰ ਖੁਦਾ ਦੇ ਵਚਨ ਤੇ ਵਿਸ਼ਵਾਸ ਕਰਨਾ ਪਵੇਗਾ। ਜੋ ਖੁਦਾ ਦਾ ਵਚਨ ਕਹਿੰਦਾ ਆ ਉਹਦੇ ਅਨੁਸਾਰ ਸਾਨੂੰ ਕੰਮ ਕਰਨਾ ਪਵੇਗਾ। ਲੇਕਿਨ ਇਹ ਚੀਜ਼ਾਂ ਕੌਣ ਸਿਖਾਊਗਾ? ਇਹ ਚੀਜ਼ਾਂ ਸਿਖਾਉਣ ਵਾਸਤੇ ਵੀ ਇੱਕ ਸੇਵਕ ਚਾਹੀਦਾ ਆ, ਕਿਉਂਕਿ ਬਾਈਬਲ ਬਿਆਨ ਕਰਦੀ ਆ ਕਿ ਉਹ ਗੰਭੀਰ ਹੋਣਾ ਚਾਹੀਦਾ ਆ, ਦੋ ਜ਼ਬਾਨਾਂ ਨਹੀਂ ਹੋਣਾ ਚਾਹੀਦਾ, ਅੱਗਿਓਂ ਕੁਛ ਹੋਰ ਤੇ ਪਿੱਛੋਂ ਕੁਛ ਹੋਰ। ਇਹ ਨਹੀਂ ਆ। ਖੁਦਾਵੰਦ ਜੋ ਬੋਲਦਾ ਸੀਗਾ ਉਹ ਆਮੀਨ ਹੁੰਦਾ ਸੀਗਾ। ਖੁਦਾ ਦੇ ਲੋਕ ਜੋ ਬੋਲਦੇ ਸੀ ਉਹ ਆਮੀਨ ਸੀਗਾ। ਕਦੇ ਵੀ ਖੁਦਾ ਇਸ ਤਰ੍ਹਾਂ ਨਹੀਂ ਕਰਦਾ ਸੀਗਾ ਵੀ ਆਪਣੇ ਲੋਕਾਂ ਨਾਲ ਕੋਈ ਵਾਅਦਾ ਕੀਤਾ ਹੋਵੇ ਤੇ ਉਸ ਤੋਂ ਫਿਰ ਜਾਵੇ। ਖੁਦਾ ਨੇ ਕਿਹਾ ਜੇ ਤੁਹਾਡੇ ਲਈ ਬਰਕਤਾਂ ਰੱਖੀਆਂ ਆ ਤੇ ਤੁਹਾਡੇ ਲਈ ਬਰਕਤਾਂ ਰੱਖੀਆਂ, ਜੇ ਤੁਹਾਡੇ ਵਾਸਤੇ ਸੀਟਾਂ ਤਿਆਰ ਕੀਤੀਆਂ ਗਈਆਂ ਤੇ ਸੀਟਾਂ ਤੁਹਾਡੇ ਵਾਸਤੇ ਤਿਆਰ ਕੀਤੀਆਂ ਗਈਆਂ। ਲੇਕਿਨ ਸ਼ਰਤ ਕੀ ਆ? ਤੁਹਾਨੂੰ ਪੋਸ਼ਾਕ ਪਾ ਕੇ ਉੱਥੇ ਜਾਣਾ ਪਵੇਗਾ। ਕਿਹੜੀ ਪੋਸ਼ਾਕ ਪਾਣੀ ਆ? ਉਹ ਪਵਿੱਤਰਤਾਈ ਦੀ ਪੋਸ਼ਾਕ ਪਾਣੀ ਆ, ਜਿਹੜੀ ਪਵਿੱਤਰਤਾਈ ਦੀ ਪੋਸ਼ਾਕ ਯੂਸਫ ਨੇ ਪਾਈ ਸੀਗੀ। ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ। ਤੇ ਕੀ ਖੁਦਾਵੰਦ, ਮੈਂ ਤੁਹਾਨੂੰ ਗਾਰੰਟੀ ਦਿੰਦਾ, ਜੇ ਕੋਈ ਮਨੁੱਖ ਸੱਚੇ ਹਿਰਦੇ ਤੋਂ ਖੁਦਾ ਨੂੰ ਮੰਨਦਾ ਹੋਵੇ ਤੇ ਕੀ ਪਰਮੇਸ਼ਵਰ ਉਹਨੂੰ ਮੁਸੀਬਤਾਂ ਵਿੱਚ ਰਹਿਣ ਦਊਗਾ? ਕਦੇ ਵੀ ਨਹੀਂ। ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਜੇ ਕਹਿੰਦੇ ਧਰਮੀ ਮਨੁੱਖ ਡਿੱਗ ਵੀ ਜਾਵੇ ਤੇ ਖੁਦਾਵੰਦ ਫਿਰ ਉਹਨੂੰ ਖੜਾ ਕਰਦਾ ਆ। ਇਸ ਤਰ੍ਹਾਂ ਦਾ ਸਾਡਾ ਵਿਸ਼ਵਾਸ ਹੋਣਾ ਚਾਹੀਦਾ। ਪ੍ਰਭੂ ਜੀ, ਜੇ ਦਾਨੀਏਲ ਸ਼ੇਰਾਂ ਦੇ ਘੋਰਨੇ 'ਚ ਸਿੱਟਿਆ ਗਿਆ ਸੀ ਤੇ ਕੱਢਿਆ ਵੀ ਗਿਆ। ਜੇ ਯਿਰਮਿਆ ਨਬੀ ਨੂੰ ਉਸ ਟੋਏ ਵਿੱਚ ਸਿੱਟਿਆ ਗਿਆ ਸੀ, ਖੂਹ ਵਿੱਚ ਸਿੱਟਿਆ ਗਿਆ ਸੀਗਾ, ਤੇ ਉਹ ਬਾਹਰ ਵੀ ਕੱਢਿਆ ਗਿਆ। ਇਸ ਤਰ੍ਹਾਂ ਨਹੀਂ ਆ ਵੀ ਖੁਦਾਵੰਦ ਕੀ ਕਰਦਾ, ਕੁਝ ਚੀਜ਼ਾਂ ਨੂੰ ਹੋਣ ਦਿੰਦਾ ਆ। ਅਸੀਂ ਸੋਚਦੇ ਵੀ ਪ੍ਰਭੂ ਮੇਰੇ ਜੀਵਨ 'ਚ ਇਹ ਕੰਮ ਕਿਉਂ ਹੋ ਰਿਹਾ, ਖੁਦਾਵੰਦ ਕਿਉਂ ਹੋਣ ਦਿੰਦਾ? ਉਹ ਸਾਨੂੰ ਕੀ ਕਰਦਾ? ਤਜਰਬੇ ਵਿੱਚੋਂ ਕੱਢਦਾ ਹੈ। ਹਰ ਕੋਈ ਮਨੁੱਖ ਉਸ ਅੱਗ ਦੀ ਭੱਠੀ ਵਿੱਚੋਂ ਕੱਢਿਆ ਜਾਂਦਾ ਆ। ਕਿਉਂ? ਪਰਤਾਉਣ ਵਾਸਤੇ ਪ੍ਰਭੂ ਯਿਸੂ ਮਸੀਹ ਪਰਤਾਉਂਦਾ ਆ। ਸਭ ਤੋਂ ਪਹਿਲਾਂ ਸੇਵਕ ਨੂੰ ਪਰਤਾਉਂਦਾ ਆ, ਉਸ ਤੋਂ ਬਾਅਦ ਉਹਦੀ ਕਲੀਸਿਆ ਨੂੰ ਵੀ ਪਰਤਾਉਂਦਾ ਆ। ਫਿਰ ਉਹ ਦੇਖਦਾ ਆ ਵੀ ਹਾਂ ਹੁਣ ਇਹ ਲੋਕ ਮੇਰੇ ਯੋਗ ਨੇ। ਤਾਂ ਪਰਮੇਸ਼ਵਰ ਕੀ ਕਰਦਾ ਆ? ਅਸਮਾਨ ਦੇ ਝਰੋਖੇ ਖੋਲ ਦਿੰਦਾ ਆ, ਉਹ ਬਰਕਤਾਂ ਨੂੰ ਖੋਲ ਦਿੰਦਾ ਆ, ਉਹ ਆਸ਼ੀਸ਼ਾਂ ਨੂੰ ਖੋਲ ਦਿੰਦਾ ਆ, ਜਿਨ੍ਹਾਂ ਦੀ ਉਹਦੀ ਕਲੀਸਿਆ ਨੂੰ ਲੋੜ ਆ। ਉਹ ਕਹਿੰਦਾ ਜੀਵਨ ਦੀ ਰੋਟੀ ਮੈਂ ਆ। ਕਹਿੰਦਾ ਜਿਹੜਾ ਆਵੇਗਾ ਉਹ ਤ੍ਰਿਪਤ ਕੀਤਾ ਜਾਵੇਗਾ, ਲੇਕਿਨ ਬਿਨਾਂ ਖਾਧੇ ਜਾਂ ਬਿਨਾਂ ਤੁਸੀਂ ਆਏ ਤ੍ਰਿਪਤ ਨਹੀਂ ਕੀਤੇ ਜਾ ਸਕਦੇ। ਮੰਨ ਲਓ ਜੇ ਕਿਸੇ ਬੰਦੇ ਨੂੰ ਪਿਆਸ ਲੱਗਦੀ, ਉਹਨੂੰ ਖੂਹ ਦੇ ਕੋਲ ਆਉਣਾ ਪੈਂਦਾ। ਪਾਣੀ ਜਾਂ ਖੂਹ ਉਸ ਮਨੁੱਖ ਦੇ ਕੋਲ ਨਹੀਂ ਜਾਂਦਾ। ਜੇ ਕੋਈ ਬੰਦਾ ਬਿਮਾਰ ਆ, ਉਹਨੂੰ ਡਾਕਟਰ ਦੇ ਕੋਲ ਜਾਣਾ ਪੈਂਦਾ, ਲੇਕਿਨ ਡਾਕਟਰ ਕਦੇ ਵੀ ਘਰ ਹਸਪਤਾਲ ਚੱਕ ਕੇ ਨਹੀਂ ਲੈ ਕੇ ਆਉਂਦਾ। ਇਹ ਸਾਡੀ ਸਮਝ ਚਾਹੀਦੀ ਹੈ ਵੀ ਸਾਨੂੰ ਖੁਦਾ ਦੇ ਘਰ ਵਿੱਚ ਜਾਣਾ ਆ ਤੇ ਉਸ ਵਚਨ ਨੂੰ ਗ੍ਰਹਿਣ ਕਰਨਾ, ਜਿਹੜਾ ਵਚਨ ਕੀ ਕਰ ਰਿਹਾ, ਸਾਡੇ ਜੀਵਨਾਂ ਨੂੰ ਬਦਲ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਆ, ਜਿਹੜੀ ਸੇਵਕਾਈ ਮੈਂ ਕਰ ਰਿਹਾ, ਮੈਂ ਉਹ ਸੇਵਕਾਈ ਕਰ ਰਿਹਾ ਜਿਹੜੀ ਮੈਨੂੰ ਖੁਦਾ ਨੇ ਕਿਹਾ ਵੀ ਲੋਕਾਂ ਦੇ ਜੀਵਨ ਨੂੰ ਮੇਰੇ ਵਚਨ ਦੇ ਨਾਲ ਜੋੜਨਾ। ਮੈਂ ਆਪਣੇ ਨਾਲ ਜੋੜਨ ਦੀ ਸੇਵਕਾਈ ਨਹੀਂ ਕਰਦਾ ਲੋਕਾਂ ਨੂੰ। ਜੇ ਮੈਂ ਆਪਣੇ ਨਾਲ ਜੋੜਨ ਦੀ ਸੇਵਕਾਈ ਕਰਦਾ ਤੇ ਮੈਨੂੰ ਮਿਸ਼ਨਾਂ ਵਿੱਚੋਂ ਬੜੇ ਆਫਰ ਆ ਰਹੇ ਸੀਗੇ, 50,000 ਚੰਦਾ ਆਂਦਾ, ਲੱਖ ਰੁਪਏ ਚੰਦਾ ਆਂਦਾ, ਤੁਸੀਂ ਸਾਡੇ ਨਾਲ ਸੇਵਕਾਈ ਕਰੋ, ਤੁਹਾਨੂੰ ਗੱਡੀ ਵੀ ਦੇਵਾਂਗੇ। ਮੈਂ ਕਿਹਾ ਮੈਂ ਵਚਨ ਦੀ ਸੇਵਕਾਈ ਕਰੂੰਗਾ, ਪੈਸੇ ਦੀ ਸੇਵਕਾਈ ਨਹੀਂ ਕਰੂੰਗਾ। ਜੇ ਮੈਂ ਵਚਨ ਦੀ ਸੇਵਕਾਈ ਕਰਾਂ ਤਾਂ ਹੀ ਮੈਂ ਖੁਦਾ ਦਾ ਸੇਵਕ ਹਾਂ। ਜੇ ਮੈਂ ਪੈਸੇ ਦੀ ਸੇਵਕਾਈ ਕਰਾਂ ਤੇ ਮੈਂ ਖੁਦਾ ਦਾ ਸੇਵਕ ਨਹੀਂ ਹੋ ਸਕਦਾ। ਜਿੰਨੇ ਵੀ ਖੁਦਾ ਦੇ ਸੇਵਕ ਨੇ ਉਹਨਾਂ ਨੇ ਪੈਸੇ ਦੀ ਸੇਵਕਾਈਆਂ ਨਹੀਂ ਕੀਤੀਆਂ। ਉਹਨਾਂ ਨੇ ਕਾਹਦੀ ਸੇਵਕਾਈ ਕੀਤੀ? ਵਚਨ ਦੀ ਸੇਵਕਾਈ ਕੀਤੀ, ਸੁਧਾਰ ਦੀ ਸੇਵਕਾਈ ਕੀਤੀ ਆ। ਤੇ ਖੁਦਾ ਨੇ ਮੈਨੂੰ ਜਿਹੜੀ ਸੇਵਕਾਈ ਦਿੱਤੀ ਆ ਉਹ ਸੁਧਾਰ ਦੀ ਸੇਵਕਾਈ ਦਿੱਤੀ ਆ ਵੀ ਲੋਕਾਂ ਦੇ ਜੀਵਨਾਂ ਨੂੰ ਖੁਦਾ ਦੇ ਨਾਲ ਜੋੜਨਾ। ਜਦੋਂ ਉਹਨਾਂ ਦੇ ਜੀਵਨਾਂ ਨੂੰ ਖੁਦਾ ਦੇ ਨਾਲ ਜੋੜ ਦਿੱਤਾ ਜਾਵੇਗਾ ਤੇ ਕੀ ਹੋਊਗਾ? ਫਿਰ ਉਠਾਇਆ ਜਾਣਾ ਹੋਵੇਗਾ। ਤੇ ਉਠਾਇਆ ਜਾਣਾ ਸਿਰਫ ਦੁਲਹਨ ਦਾ ਹੋਵੇਗਾ, ਹੋਰ ਕੋਈ ਉਠਾਇਆ ਨਹੀਂ ਜਾਵੇਗਾ। ਰੈਪਚਰ ਜਿਹਨੂੰ ਅਸੀਂ ਕਹਿੰਦੇ ਰੈਪਚਰ, ਸਾਡਾ ਰੈਪਚਰ ਹੋਣਾ ਆ। ਰੈਪਚਰ ਕੋਈ ਮਜ਼ਾਕ ਨਹੀਂ ਆ। ਜੇ ਅੱਜ ਕਿਸੇ ਅਫਸਰ ਦੇ ਕੋਲ ਤੁਸੀਂ ਬੈਠਣਾ ਆ ਤੇ ਤੁਸੀਂ ਬੈਠ ਨਹੀਂ ਸਕਦੇ, ਕਿਉਂਕਿ ਉਹਦਾ ਬੜਾ ਵੱਡਾ ਅਹੁਦਾ ਹੁੰਦਾ, ਉਹਦੇ ਸਿਕਿਉਰਿਟੀ ਗਾਰਡ ਕੋਲ ਖੜੇ ਹੁੰਦੇ ਆ। ਤੇ ਖੁਦਾ ਸਾਨੂੰ ਕਿਸ ਤਰ੍ਹਾਂ ਬਿਠਾਵੇਗਾ ਕੋਲ? ਇਹਦਾ ਮਤਲਬ ਸਾਡੇ ਕੋਲ ਕੱਪੜੇ ਹੋਣੇ ਚਾਹੀਦੇ ਆ। ਜੇ ਵਿਆਹ ਵਿੱਚ ਜਾਣਾ ਤੇ ਵਿਆਹ ਦੀ ਪੋਸ਼ਾਕ ਹੋਣੀ ਚਾਹੀਦੀ। ਦੁਲਹਨ ਦੀ ਪਛਾਣ ਕਿਸ ਤਰ੍ਹਾਂ ਹੁੰਦੀ ਆ? ਦੁਲਹਨ ਦੀ ਪਛਾਣ ਹੁੰਦੀ ਉਹਦੀ ਪੋਸ਼ਾਕ ਦੇ ਦੁਆਰਾ। ਇਹਦਾ ਦੁਲਹਨ ਦੇ ਇੱਕ ਅਲੱਗ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ ਆ, ਤਾਂ ਹੀ ਲੋਕੀ ਪਛਾਣਦੇ ਆ ਵੀ ਇਹ ਦੁਲਹਨ ਆ। ਨਹੀਂ ਤੇ ਉੱਥੇ ਤਾਂ ਬਹੁਤ ਕੁਆਰੀਆਂ ਖੜੀਆਂ ਹੁੰਦੀਆਂ। ਕਿੱਦਾਂ ਪਛਾਣ ਹੋਊਗੀ? ਅੱਜ ਸਾਡੀ ਪਛਾਣ ਕਿਸ ਤਰ੍ਹਾਂ ਹੋਊਗੀ? ਸਾਡੀ ਪਛਾਣ ਵੀ ਵਚਨ ਦੇ ਅਨੁਸਾਰ ਹੋਊਗੀ। ਜੇ ਵਚਨ ਦੇ ਅਨੁਸਾਰ ਸਾਡਾ ਜੀਵਨ ਹੋਵੇਗਾ, ਜੋ ਵਚਨ ਕਹਿੰਦਾ ਉਸ ਤਰ੍ਹਾਂ ਦੇ ਸਾਡੇ ਕੱਪੜੇ ਹੋਣਗੇ, ਜੋ ਵਚਨ ਕਹਿੰਦਾ ਉਸ ਤਰ੍ਹਾਂ ਦੀ ਸਾਡੀ ਸੋਚਾਂ ਹੋਣਗੀਆਂ, ਤੇ ਲੋਕੀ ਕਹਿਣਗੇ ਲੋਕ ਤਾਂ ਅਲੱਗ ਜਿਹੇ ਨੇ। ਉਹ ਤੁਹਾਨੂੰ ਅਜੀਬ ਕਹਿਣਗੇ। ਅਜੀਬ ਕਿਉਂ ਕਹਿਣਗੇ? ਕਿਉਂਕਿ ਸੰਸਾਰ ਦੇ ਨਾਲ ਤੁਸੀਂ ਮਿੱਤਰਚਾਰਾ ਨਹੀਂ ਪਾਇਆ, ਇਸ ਕਰਕੇ ਤੁਹਾਨੂੰ ਅਜੀਬ ਕਹਿਣਗੇ। ਤੇ ਇਹੋ ਜਿਹੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਲੈਣ ਆ ਰਿਹਾ ਆ, ਨਾ ਕਿ ਉਹ ਵਿਚਾਰੀਆਂ ਨੂੰ ਤੇ ਨਾ ਉਹ ਗਲਤ ਬੰਦਿਆਂ ਨੂੰ ਲੈਣ ਆ ਰਿਹਾ। ਪ੍ਰਭੂ ਯਿਸੂ ਮਸੀਹ ਕਿਹਨੂੰ ਲੈਣ ਆ ਰਿਹਾ? ਪ੍ਰਭੂ ਯਿਸੂ ਮਸੀਹ ਆਪਣੀ ਪਵਿੱਤਰ ਦੁਲਹਨ ਨੂੰ ਲੈਣ ਆ ਰਿਹਾ ਆ, ਜਿਹੜੀ ਉਹਦੀ ਦੁਲਹਨ ਆ ਉਹ ਪਾਕ ਕੁਵਾਰੀ ਹੈ। ਉਹਨੇ ਸੰਸਾਰ ਦੇ ਲੋਕਾਂ ਨਾਲ, ਉਹਨਾਂ ਦੇ ਕੰਮਾਂ ਦੇ ਨਾਲ ਵਿਚਾਰੀ ਨਹੀਂ ਕੀਤੀ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਪਰਮੇਸ਼ਵਰ ਦੇ ਵਚਨ ਤੇ ਆਮੀਨ ਬੋਲਿਆ ਤੇ ਉਹਦੇ ਅਨੁਸਾਰ ਜੀਵਨ ਬਤੀਤ ਕੀਤਾ ਹੈ। ਨਬੀ ਨੇ ਕਿਹਾ ਆ, ਭਾਈ ਬ੍ਰੈਨਮ ਨੇ ਕਿਹਾ ਆ, ਕਹਿੰਦੇ ਉਹ ਮਨੁੱਖ ਬਹੁਤ ਧੰਨ ਮਨੁੱਖ ਹੁੰਦਾ ਜਦੋਂ ਉਹ ਪਾਪ ਦੇ ਜੀਵਨ ਦੇ ਵਿੱਚੋਂ
ਮਸੀਹ ਦੇ ਵਿੱਚ ਆ ਜਾਵੇ। ਕਹਿੰਦੇ ਸਭ ਤੋਂ ਵੱਡਾ ਗਿਫਟ, ਸਭ ਤੋਂ ਵੱਡੀ ਬਰਕਤ ਤੁਹਾਨੂੰ ਉਦੋਂ ਮਿਲਦੀ ਆ ਜਦੋਂ ਖੁਦਾ ਨੂੰ ਜਾਣ ਲੈਂਦਾ ਹੈ। ਜੇ ਮੰਨ ਲਓ ਸਾਨੂੰ ਪਰਮੇਸ਼ਵਰ ਹੀ ਮਿਲ ਗਿਆ ਤੇ ਕੀ ਖੁਦਾ ਸਾਨੂੰ ਕਿਸੇ ਦੀ ਥੋੜ ਰਹਿਣ ਦੇਵੇਗਾ? ਲੇਕਿਨ ਅੱਜ ਸਾਡਾ ਵਿਸ਼ਵਾਸ ਡੋਲ ਜਾਂਦਾ ਆ। ਲੋਕੀ ਡੋਲ ਜਾਂਦੇ, ਕਿਉਂ ਡੋਲਦੇ ਆ? ਥੋੜੀ ਜਿਹੀ ਤੰਗੀ ਮੁਸੀਬਤ ਕਰਕੇ ਡੋਲਦੇ ਆ। ਲੇਕਿਨ ਦੇਖੋ ਵਚਨ ਕਹਿੰਦਾ ਆ ਪਰਤਾਵਾ ਵੀ ਜ਼ਰੂਰੀ ਆ। ਕਈ ਵਾਰ ਅਸੀਂ ਪਰਤਾਏ ਜਾਂਦੇ, ਜਦੋਂ ਅਸੀਂ ਪਰਤਾਵੇ ਵਿੱਚੋਂ ਨਿਕਲਦੇ ਆ ਸਾਡੀ ਪਰਖ ਹੁੰਦੀ। ਜਦੋਂ ਇੱਕ ਇੱਟ ਹੁੰਦੀ ਆ, ਇੱਟ ਨੂੰ ਕੀ ਕੀਤਾ ਜਾਂਦਾ? ਅੱਗ ਦੀ ਭੱਠੀ ਦੇ ਵਿੱਚ ਉਹਨੂੰ ਤਾਇਆ ਜਾਂਦਾ ਆ, ਫਿਰ ਉਹਦੀ ਮਜ਼ਬੂਤੀ ਦਾ ਪਤਾ ਲੱਗਦਾ ਹੈ, ਉਹ ਟੁੱਟਦੀ ਨਹੀਂ ਆ। ਤੇ ਇਸ ਕਰਕੇ ਯਿਸੂ ਮਸੀਹ ਨੇ ਕਿਹਾ ਸਿਰੇ ਦਾ ਪੱਥਰ ਮੈਂ ਆ। ਕਹਿੰਦਾ ਮੈਂ ਜਿਹਦੇ ਉੱਪਰ ਡਿਗੂੰਗਾ, ਕਹਿੰਦਾ ਉਹਨੂੰ ਵੀ ਚਕਨਾਚੂਰ ਕਰ ਦੂੰਗਾ। ਤੇ ਕਹਿੰਦਾ ਜਿਹੜਾ ਮੇਰੇ ਉੱਪਰ ਡਿਗੂਗਾ ਕਹਿੰਦਾ ਉਹ ਵੀ ਚਕਨਾਚੂਰ ਹੋ ਜਾਊਗਾ। ਤੇ ਮੈਂ ਚਾਹੁੰਦਾ ਆ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਕਹੀਏ, ਪ੍ਰਭੂ ਜੀ ਸਾਡੇ ਉੱਪਰ ਸਵਾਰ ਹੋ, ਸਾਡੀ ਕਾਮਨਾ ਨੂੰ ਚਕਨਾਚੂਰ ਕਰ ਦੇ, ਤਾਂ ਕਿ ਅਸੀਂ ਪੁੰਗਰੀਏ, ਅਸੀਂ ਜੀਵਨ ਵਿੱਚ ਅੱਗੇ ਵਧੀਏ। ਅੱਜ ਸਾਨੂੰ ਲੋੜ ਆ ਖੁਦਾ ਨੂੰ ਕਹਿਣ ਦੀ, ਪ੍ਰਭੂ ਜੀ ਸਾਨੂੰ ਸਰੀਰ ਤੋਂ ਮਾਰ, ਸਾਡੀ ਕਾਮਨਾ ਤੋਂ ਮਾਰ। ਲੇਕਿਨ ਕੀ ਚਾਹੀਦਾ ਆ? ਸਾਨੂੰ ਸਭ ਤੋਂ ਪਹਿਲਾਂ ਗੰਭੀਰ ਹੋਣਾ ਪੈਣਾ ਹੈ। ਇਸ ਕਰਕੇ ਖੁਦਾ ਨੇ ਕਿਹਾ ਜਿਹੜਾ ਸੇਵਕ ਆ ਉਹ ਗੰਭੀਰ ਹੋਣਾ ਚਾਹੀਦਾ, ਨਮੂਨਾ ਹੋਣਾ ਚਾਹੀਦਾ ਹੈ। ਜਦੋਂ ਇੱਕ ਸੇਵਕ ਸਿਖਾਉਣ ਵਾਲਾ ਨਮੂਨਾ ਹੋਵੇ ਤੇ ਤਾਂ ਹੀ ਲੋਕ ਕਹਿ ਸਕਦੇ ਆ ਵੀ ਸਾਨੂੰ ਜਿਹੜਾ ਮਨੁੱਖ ਸਿਖਾਉਂਦਾ ਅਸੀਂ ਉਹ 'ਚ ਕੋਈ ਦੋਸ਼ ਨਹੀਂ ਦੇਖਿਆ, ਅਸੀਂ ਉਹਨੂੰ ਪਰਤਾਇਆ ਆ, ਉਹ ਗਲਤ ਨਹੀਂ ਆ। ਅੱਜ ਕਿਉਂ ਦੋਸ਼ ਲੱਗਦੇ ਆ ਸੇਵਕਾਂ ਦੇ? ਕੋਈ ਕਹਿੰਦਾ ਜੀ ਉਹ ਪੇਟੂ ਆ, ਉਹ ਤਾਂ ਗੁੱਸੇ ਹੋ ਜਾਂਦਾ ਜੇ ਘਰੇ ਬੱਕਰਾ ਨਾ ਬਣਿਆ ਹੋਵੇ, ਮੈਂ ਤੁਹਾਡੇ ਘਰੇ ਨਹੀਂ ਆਣਾ। ਲੋਕੀ ਕੀ ਕਰਦੇ? ਇਹ ਚੀਜ਼ਾਂ ਤੋਂ ਸੇਵਕ ਪਰਤਾਏ ਜਾਂਦੇ ਨੇ। ਜਿਹੜੇ ਖੁਦਾ ਦੇ ਲੋਕ ਆ ਉਹਨਾਂ ਨੂੰ ਨਾ ਖਾਣ ਦਾ ਲਾਲਚ ਹੁੰਦਾ, ਨਾ ਉਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ। ਉਹਨਾਂ ਨੂੰ ਕਾਹਦਾ ਲਾਲਚ ਹੁੰਦਾ? ਵੀ ਸੇਵਕ ਹੀ ਅੱਗੇ ਵਧੇ, ਬਸ ਇਸੇ ਚੀਜ਼ ਦਾ ਲਾਲਚ ਹੋਣਾ ਚਾਹੀਦਾ ਇੱਕ ਸੇਵਕ ਨੂੰ, ਹੋਰ ਉਹਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੋਣਾ ਚਾਹੀਦਾ। ਫਿਰ ਤਾਂ ਉਹ ਸੇਵਕ ਹੁੰਦਾ, ਅਦਰਵਾਈਜ਼ ਉਹ ਸੇਵਕ ਨਹੀਂ ਆ। ਉਹ ਕੌਣ ਆ? ਉਹ ਬਲਿਆਮ ਆ। ਤੇ ਅੱਜ ਬਹੁਤ ਬਲਿਆਮ ਘੁੰਮ ਰਹੇ ਆ ਜਿਹੜੇ ਲੋਕਾਂ ਨੂੰ ਠੱਗ ਰਹੇ ਆ। ਇਹੋ ਜਿਹੇ ਲੋਕਾਂ ਨੂੰ ਖੁਦਾ ਪਸੰਦ ਨਹੀਂ ਕਰਦਾ, ਇਹੋ ਜਿਹੇ ਸੇਵਕਾਂ ਨੂੰ ਖੁਦਾ ਪਸੰਦ ਨਹੀਂ ਕਰਦਾ। ਇੱਕ ਵਧੀਆ ਯਾਲੀ ਆ ਜਿਹੜਾ ਵਫਾਦਾਰ ਹੋਣਾ ਚਾਹੀਦਾ ਆ, ਪਰਮੇਸ਼ਵਰ ਦੇ ਪ੍ਰਤੀ ਤਾਂ ਹੋਣਾ ਹੀ ਆ, ਕਲੀਸਿਆ ਦੇ ਪ੍ਰਤੀ ਵੀ ਹੋਣਾ ਚਾਹੀਦਾ, ਉਹਦੇ ਦੁੱਖ ਦਰਦਾਂ ਦੇ ਪ੍ਰਤੀ ਵੀ ਹੋਣਾ ਚਾਹੀਦਾ। ਇਹ ਨਹੀਂ ਵੀ ਕਲੀਸਿਆ 'ਚ ਕੋਈ ਬਿਮਾਰ ਪਿਆ ਤੇ ਪਾਸਟਰ ਪੈ ਗਿਆ ਆ ਗੇਮ ਖੇਡ ਰਿਹਾ, ਜਾਂ ਪਾਸਟਰ ਘੁੰਮਣ ਚਲ ਗਿਆ ਆ ਕੁੱਲੂ ਮਨਾਲੀ। ਇਹ ਕਿੱਦਾਂ ਦਾ ਪਾਸਟਰ ਹੋਇਆ? ਇੱਧਰ ਕਲੀਸਿਆ ਬਿਮਾਰ ਪਈ ਆ, ਪਾਸਟਰ ਕੁੱਲੂ ਮਨਾਲੀ ਘੁੰਮ ਰਿਹਾ। ਇਹ ਕਿੱਥੇ ਲਿਖਿਆ ਆ? ਉਹ ਤਾਂ ਕਹਿੰਦਾ 24 ਘੰਟੇ ਮੇਰੀ ਉਪਾਸਨਾ ਕਰ। ਲੇਕਿਨ ਅੱਜ ਲੋਕਾਂ ਦੇ ਹਾਲ ਦੇਖ ਲਓ ਕੀ ਆ। ਲੋਕੀ ਕੀ ਕਰ ਰਹੇ ਆ? ਕਹਿੰਦੇ ਇਹ ਇਹੋ ਜਿਹੇ ਆਗੂ ਆ ਜਿਨ੍ਹਾਂ ਨੇ ਨਾ ਆਪ ਵੜਨਾ ਤੇ ਨਾ ਕਲੀਸਿਆ ਨੂੰ ਵੜਨ ਦੇਣਾ। ਪ੍ਰਚਾਰ ਕਰਨ ਦੇ ਨਾਲ ਕੋਈ ਸੇਵਕ ਨਹੀਂ ਬਣਦਾ ਨਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪ੍ਰਚਾਰ ਕਰਨਾ ਕੋਈ ਸੇਵਕ ਨਹੀਂ ਬਣਦਾ, ਬਾਈਬਲ ਦੀ ਨੌਲੇਜ ਰੱਖਣ ਨਾਲ ਕੋਈ ਸੇਵਕ ਨਹੀਂ ਬਣਦਾ। ਸੇਵਕ ਧੁਰੋਂ ਹੀ ਕਹਿੰਦੇ ਜਦੋਂ ਇਹ ਧਰਤੀ ਨਹੀਂ ਬਣੀ ਸੀਗੀ ਉਦੋਂ ਹੀ ਠਹਿਰਾਏ ਗਏ ਆ ਖੁਦਾ ਦੇ ਸੇਵਕ, ਜਿਹੜੇ ਸੱਚੇ ਸੇਵਕ ਆ। ਤੇ ਉਹ ਸਿਰਫ ਵਚਨ ਦੀ ਸੇਵਕੀ ਕਰਨਗੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਲੀਸਿਆ ਵਿੱਚ ਲੀਪਾ ਪੋਤੀ ਕਰਨ ਦਾ। ਉਹ ਉਹੀ ਕਹਿਣਗੇ ਜੋ ਵਚਨ ਬੋਲਦਾ ਹੈ। ਜੇ ਕੋਈ ਸੇਵਕ ਕਲੀਸਿਆ 'ਚ ਲੀਪਾ ਪੋਤੀ ਕਰਦਾ ਆ, ਲੋਕਾਂ ਨੂੰ ਖੁਸ਼ ਕਰਦਾ ਆ ਵੀ ਇਹ ਗੁੱਸੇ ਹੋ ਕੇ ਨਾ ਚਲੇ ਜਾਣ, ਇਹਦਾ ਮਤਲਬ ਆ ਫਿਰ ਉਹ ਸੇਵਕ ਦੇ ਅੰਦਰ ਕੀ ਆ? ਬਲਿਆਮ ਦਾ ਆਤਮਾ ਹੈ। ਜਿਹਦੇ ਅੰਦਰ ਬਲਿਆਮ ਦਾ ਆਤਮਾ, ਉਹਦੀ ਕਲੀਸਿਆ ਉਠਾਈ ਨਹੀਂ ਜਾਵੇਗੀ। ਉਹੀ ਕਲੀਸਿਆ ਉਠਾਈ ਜਾਵੇਗੀ ਜਿਹਦੇ ਅੰਦਰ ਅੱਗ ਆ, ਜਿਹਦੇ ਅੰਦਰ ਖੁਦਾ ਦੀ ਅੱਗ ਆ, ਉਹੀ ਉਠਾਇਆ ਜਾਵੇਗਾ। ਇਸ ਕਰਕੇ ਪ੍ਰਭੂ ਨੇ ਕਿਹਾ ਸਭ ਤੋਂ ਮੇਨ ਪਰਸਨ ਜਿਹੜਾ ਹੁੰਦਾ ਕਲੀਸਿਆ ਵਿੱਚ ਸੇਵਕ ਹੁੰਦਾ ਹੈ। ਇਸ ਕਰਕੇ ਉਹਨੇ ਕਿਹਾ ਗੰਭੀਰ ਹੋਵੇ, ਇੱਕੋ ਹੀ ਪਤਨੀ ਹੋਵੇ, ਪੇਟੂ ਨਾ ਹੋਵੇ, ਸ਼ਰਾਬੀ ਨਾ ਹੋਵੇ, ਗਲਤ ਨਾ ਹੋਵੇ, ਆਪਣੀ ਕਲੀਸਿਆ ਦਾ, ਆਪਣੇ ਬੱਚਿਆਂ ਦਾ ਵਧੀਆ ਪ੍ਰਬੰਧ ਕਰਨ ਵਾਲਾ ਹੋਵੇ। ਹੁਣ ਪ੍ਰਬੰਧ ਕਰਨਾ ਕੀ ਆਪਣੇ ਬੱਚਿਆਂ ਦਾ? ਹੁਣ ਦੇਖਿਆ ਕਈ ਸੇਵਕ ਲੋਕ ਕੀ ਹੁੰਦੇ ਆ, ਉਹ ਆਪਣੇ ਬੱਚਿਆਂ ਦਾ ਪ੍ਰਬੰਧ ਨਹੀਂ ਕਰਨਾ ਜਾਣਦੇ। ਮੁੰਡਾ ਉੱਧਰ ਆਸ਼ਕੀ ਮਾਰ ਰਿਹਾ, ਕੁੜੀ ਉੱਧਰ ਆਸ਼ਕੀ ਮਾਰ ਰਹੀ ਆ, ਉੱਧਰ ਗਲਤ ਆ, ਉੱਧਰ ਗਲਤ ਆ। ਇਹ ਕੀ ਆ? ਜੇ ਤੂੰ ਖੁਦਾ ਦਾ ਸੇਵਕ ਆ ਤੇ ਤੇਰੇ ਬੱਚੇ ਕਿਉਂ ਗਲਤ ਆ? ਕੀ ਤੂੰ ਉਹਨਾਂ ਨੂੰ ਤਾੜਨਾ ਨਹੀਂ ਦਿੱਤੀ? ਕੀ ਤੂੰ ਉਹਨਾਂ ਤੇ ਡੰਡਾ ਨਹੀਂ ਚੱਕਿਆ? ਖੁਦਾ ਦਾ ਵਚਨ ਕਹਿੰਦਾ ਆ ਜੇ ਤੁਹਾਡੇ ਬੱਚੇ ਗਲਤ ਚੱਲਦੇ, ਕਹਿੰਦੇ ਆਪਣੀ ਲਾਠੀ ਚੱਕੋ, ਆਪਣੀ ਛੜੀ ਨੂੰ ਚੱਕ ਤੇ ਮਾਰ, ਕਹਿੰਦਾ ਇਹਦੇ ਸੁਧਾਰ ਵਾਸਤੇ ਆ। ਕੀ ਇੱਕ ਯਾਲੀ ਜਦੋਂ ਦੀ ਭੇਡ ਕੁਛ ਕਰਦੀ ਆ ਤੇ ਕੀ ਉਹਨੂੰ ਡਾਂਟਦਾ ਨਹੀਂ ਆ? ਉਹ ਡਾਂਟਦਾ ਆ ਤਾਂ ਕਿ ਸੰਸਾਰ ਵਿੱਚ ਨਾ ਚਲੇਵੇ। ਸੰਸਾਰ ਵਿੱਚ ਕੀ ਆ? ਭੇੜੀਏ ਆ। ਇਹ ਭੇੜੀਏ ਕੀ ਆ? ਇਹੀ ਲੋਕ ਨੇ ਜਿਹੜੇ ਕਹਿਣਗੇ ਕੋਈ ਗੱਲ ਨਹੀਂ ਭੈਣ, ਕੋਈ ਗੱਲ ਨਹੀਂ ਭਾਈ, ਜਿੱਦਾਂ ਦਾ ਮਰਜ਼ੀ ਜੀਵਨ ਬਤੀਤ ਕਰ, ਸਾਡੇ ਚਰਚ ਆਇਆ ਕਰ, ਜੀਵਨ ਜਿੱਦਾਂ ਦਾ ਮਰਜ਼ੀ ਬਤੀਤ ਕਰ। 3 ਘੰਟੇ ਆਤਮਿਕ ਆ, ਬਸ ਤੁਹਾਨੂੰ ਦਿਖਾਣਗੇ ਵੀ ਅਸੀਂ 3 ਘੰਟੇ ਆਤਮਾ ਦੇ ਵਿੱਚ ਚੱਲ ਰਹੇ ਹਾਂ। ਤੇ ਬਾਅਦ 'ਚ ਕੌਣ ਪੁੱਛੂਗਾ? ਉਹੀ ਮਨੁੱਖ ਵਫਾਦਾਰ ਹੁੰਦਾ, ਉਹੀ ਸੇਵਕ ਵਫਾਦਾਰ ਹੁੰਦਾ ਜਿਹੜਾ 24 ਘੰਟੇ ਆਪਣੀ ਕਲੀਸਿਆ ਨੂੰ ਆਪਣੇ ਵਿਚਾਰਾਂ ਵਿੱਚ ਰੱਖੇ, ਉਹਨਾਂ ਦੀ ਦੁਆ ਪ੍ਰਾਰਥਨਾ ਕਰਦਾ ਰਹੇ, ਪ੍ਰਭੂ ਇਹਨਾਂ ਨੂੰ ਸੰਭਾਲ ਕੇ ਰੱਖ, ਮੇਰੀ ਲੋਕ ਨੇ ਕਲੀਸਿਆ ਦੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਇਹਨਾਂ ਦੀ ਕੀਮਤ ਕੀ ਆ।
नबी ने कहा एक रूह की कीमत 10,000 संसार तो, इस करके मैनू एक रूह की कीमत मैनू बहुत ज़्यादा लगती, इस करके मैं गंभीर रहना भी प्रभु तेरे कोल एक बंदा बचाया जाए, कोई भी स्थान के विचों जाए ना, इस करके मैं गंभीर रहना आ, खुदा दे अगे रोना आ, ना कि मैनू ये लालच आ भी मेरे इत्थे भीड़ा इकट्ठियां हो जान, जे भीड़ा विचों कोई बचाया ना जाए तो उस चीज़ का लाभ की है। लेकिन नबी ने कहा जे थोड़े ही बचाए जान तो बहुत वड्डी गल है, क्योंकि बहुत कीमती है थोड़े लोग। खुदा की नज़रों के मनुख की नज़रों के मनुख की कीमत कुछ नहीं आ, लेकिन खुदा की नज़रों में एक मसीह बंदे की कीमत बहुत ज़्यादा है। प्रभु यीशु मसीह बहुत खुश होंदा जो कोई पापी मनुख जीवन में प्रवेश करता, तौबा करता आ, वो खुशी का ठिकाना नहीं हुंदा, खुदा बंदे नाल खुश हुंदा है। इस करके सानू चाहिदा आ सेवक भी गंभीर होवे तो तां करके उहदी कलीसिया भी गंभीर होवे। दानियल कटांगे, दानियल 5 दे है। हुण देखो दानियल 5 दे विच की लिखिया आ, कहंदा कंध उत्ते अगम लिखत, कंध उत्ते अगम लिखत बेलशस्सर राजा ने अपने 1000 प्रधानां दी वड्डी दौलत कीती। हुण देखो जिहड़ा बेलशस्सर राजा सीगा इह कौन सीगा? बेलशस्सर राजा ने की कीता, इहने 1000 लोकां नूं ਜਿਹੜੇ दरबारी ਸੀਗੇ ਸੈਨਾਪਤੀ ਸੀ ਉਹਨਾਂ ਨੂੰ ਕੀ ਕੀਤਾ ਆਪਣੇ ਚਰਚ ਵਿੱਚ ਇਹਨਾਂ ਨੂੰ ਕੀ ਕੀਤਾ ਆਪਣੇ ਦਰਬਾਰ ਵਿੱਚ ਬੁਲਾਇਆ। ਜਦੋਂ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਸ਼ਰਾਬ ਪੀਣੀ ਸ਼ੁਰੂ ਕਰਤੀ। ਰਾਜੇ ਨੇ ਵੀ ਸ਼ਰਾਬ ਪੀਤੀ। ਇਹ ਬੇਲਸ਼ੱਸਰ ਕੌਣ ਸੀਗਾ? ਇਹ ਨਬੂਕਦਨਸਰ ਦਾ ਬੇਟਾ ਸੀਗਾ। ਨਬੂਕਦਨਸਰ ਦਾ ਬੇਟਾ ਸੀ ਜਿਹਨੇ ਸ਼ਰਦਕ ਮੇਸ਼ਕ ਅਬਦਨਗੋ ਨੂੰ ਅੱਗ ਦੀ ਭੱਠੀ ਵਿੱਚ ਸਿੱਟਿਆ ਸੀਗਾ ਤੇ ਉਹਨੂੰ ਸਜ਼ਾ ਵੀ ਮਿਲੀ ਬਾਅਦ ਕਿਉਂਕਿ ਉਹ ਘਮੰਡੀ ਹੋ ਗਿਆ ਸੀਗਾ। ਇਸੇ ਤਰ੍ਹਾਂ ਜਿਹੜਾ ਇਹਦਾ ਬੇਟਾ ਸੀ ਇਹ ਵੀ ਘਮੰਡੀ ਹੋ ਗਿਆ। ਇਹਨੇ ਕੀ ਕੀਤਾ ਜਦੋਂ ਉਹਨੂੰ ਬਹੁਤ ਸ਼ਾਨੋ ਸ਼ੌਕਤ ਮਿਲ ਗਈ, ਪੈਸਾ ਆ ਗਿਆ, ਇਹ ਓਵਰ ਹੋ ਗਿਆ, ਕਹਿੰਦਾ ਮੇਰੇ ਤੋਂ ਵਧੀਆ ਇਨਸਾਨ ਕੋਈ ਨਹੀਂ। ਇਹਨੇ ਕੀ ਕੀਤਾ ਪਰਮੇਸ਼ਵਰ ਦੇ ਪਵਿੱਤਰ ਭਾਂਡਿਆਂ ਵਿੱਚ ਸ਼ਰਾਬ ਪੀਤੀ। ਹੁਣ ਦੇਖੋ ਅਸੀਂ ਬਚਨ 'ਚ ਪੜ੍ਹਦੇ ਹਾਂ बेलशस्सर राजा ने अपने 1000 प्रधानां दी वड्डी दौलत कीती है ते उस 1000 दे सामने नशा पीता। बेलशस्सर राजा ने नशा चकदे हुए आग्ञा दी कि सोने अते चांदी दे भांडे जिहड़े यरूशलेम कहंदा जिहड़े नबूकदनसर उसके पिता ने यरूशलेम दी हैकल विचों कड्डे सन लिआंदे जाण। कहंदा जिहड़े भांडे सीगे चर्च दे जिन्हां नूं मेरे पिता ने नबूकदनसर ने उस यरूशलेम चों लिआंदे, कहंदा उन्हां भांडिਆਂ ਨੂੰ ਲੈ ਕੇ ਆਓ, कहंदा मैं उन्हां विच शराब पीनी है। देखो इहदी हिम्मत। इन्हें की किया परमेश्वर के भांडिया का गलत इस्तेमाल किया, लियादे तां जो राजा उसके प्रधान ते उसदियां राणियां ते उसदियां रखेलां उन्हां विच नशा पीण। तां की होया सोने के भांडियां नूं जिहड़े परमेश्वर के भवन की हैकल विच जो यरूशलेम विच कड्डे गए सन लियादे अते राजा ने उसके प्रधानां उसदियां राणियां ते उसदियां रखेलां ते उन्हां विचों पीता। कहंदा जिन्ने भी से उन्होंने पीता उन्होंने शराब पीती अते सोने चांदी पित्तल लोहे काठ अते पत्थर के देवतियां की वडियाई की। देखो ये की कर रहे परमेश्वर के भांडियां विच की कर रहे आ शराब पी के की कर रहे आ ये मूर्तियां दे के चढ़ावे चढ़ा रहे, मूर्तियां की उपासना कर रहे, उन्होंने धन बोल रहे हैं। लेकिन की किया परमेश्वर के भांडियां ने की नाराजगी की। जो नाराजगी की तो देखो परमेश्वर का जिहड़ा क्रोध भड़किया। उदों की होया उस घड़ी विच मनुख के हथ दियां उंगलां की होया परमेश्वर का हथ आ गया, कंध के उपर लिखण लग गया। कंध के उपर की लिखिया? कंध के उपर लिखिया मने मने तकेल परेस। कंध के उपर जिहड़ा हथ आया उन्हें लिखिया मने मने तकेल उपर सीन। हुण देखो ये लिखत होई अज भी इसे तरह है। जे कोई मनुख परमेश्वर के वचन तो बाहर जाता तो खुदा का हथ अज भी आंदा, अज भी लिखत हुंदी आ। उस समय की होया जो राजे के सामने लिखत हुई तो राजे ने जिन्ने वो जोतषी सीगे जिन्ने जादूगर से सारे बुलाया। कहता सारे लैके आओ, लेकिन उस हथ की जो लिखत लिखी गई सी उहदे बारे कोई दस किसी ने भी नहीं दसिया। जिन्ने भी लोग सीगे कोई दस नहीं सकिया। लेकिन की होया उहदे बाद की होया दानियल नूं बुलाया गया। जो दानियल नूं बुलाया गया तो बेलशस्सर राजा बहुत घबरा गया अते उसका चेहरा बदल गया अते उसके प्रधान हक्के बक्के रह गए। फिर राजे ते उसके प्रधान दियां गल्लां सुन के राजे की माता जिहड़े राजे की मां सीगी वो की है दाऊद के घर विच गई। दाऊद का घर मतलब भी भंडार वाले घर च गई जिथे खाना बनता सीगा। हे महाराजा जुगो जुग जिउंदा रहो, तेरियां चिंता तेनों हक्का बक्का ना करन अते ना तेरा चेहरा बदले। तेरे राज विच एक मनुख कहता हैगा आ जिहदा नाम जिहड़ा पवित्र जिहदे अंदर की रहिंदा पवित्र आत्मा रहिंदी आ। उन्हें कहा उहदी मां ने कहा
ਕਹਿੰਦਾ ਦੇਵਤਿਆਂ ਦਾ ਆਤਮਾ ਹੈ ਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਅਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ। ਉਹ ਤੇਰੇ ਪਿਤਾ ਦਾ ਮਹਾਰਾਜਾ ਨਬੂਕਦਨਸਰ ਨੇ ਤਾਂ ਹਾਂ ਤੇਰੇ ਪਿਤਾ ਮਹਾਰਾਜਾ ਨੇ ਜਾਦੂਗਰਾਂ, ਜੋਸ਼ੀਆਂ, ਕਸਦੀਆਂ ਅਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ। ਦੇਖੋ ਕੀ ਹੋਇਆ, ਉਹਦੀ ਮਾਤਾ ਗਵਾਹੀ ਦੇ ਰਹੀ ਆ। ਕਿਹਦੀ ਗਵਾਹੀ ਦੇ ਰਹੀ ਆ? ਦਾਨੀਏਲ ਦੀ ਗਵਾਹੀ। ਕਿਉਂ ਗਵਾਹੀ ਦੇ ਰਹੀ ਆ? ਕਿਉਂਕਿ ਉਹਦੇ ਅੰਦਰ ਕੀ ਸੀ? ਖੁਦਾ ਦਾ ਵਚਨ ਸੀ। ਜੇ ਅੱਜ ਸਾਡੇ ਅੰਦਰ ਖੁਦਾ ਦਾ ਵਚਨ ਆ ਤੇ ਸੰਸਾਰ ਦੇ ਲੋਕ ਤੁਹਾਡੀ ਗਵਾਹੀਆਂ ਦੇਣਗੇ ਵੀ ਉਹ ਇੱਕ ਮਨੁੱਖ ਆ ਜਿਹਦੇ ਅੰਦਰ ਖੁਦਾ ਦਾ ਆਤਮਾ ਰਹਿੰਦਾ, ਉਹਨੂੰ ਬੁਲਾਓ, ਉਹ ਤੁਹਾਡਾ ਹੱਲ ਕਰੂਗਾ। ਇਹ ਰਾਜੇ ਦਾ ਹੱਲ ਸੀਗਾ ਜਿਹੜਾ ਵੀ ਮੈਨੂੰ ਜਿਹੜੀ ਲਿਖਤ ਆ ਉਹਦਾ ਸਪਸ਼ਟੀਕਰਨ ਕੀਤਾ ਜਾਵੇ। ਲੇਕਿਨ ਉਹਦੇ ਜਿਹੜੇ ਜਾਦੂਗਰ ਲੋਕ ਸੀਗੇ, ਉਹਦੇ ਜਿਹੜੇ ਜੋਤਸ਼ੀ ਸੀਗੇ, ਉਹਨਾਂ ਨੇ ਸਪਸ਼ਟੀਕਰਨ ਨਹੀਂ ਕੀਤਾ। ਸਪਸ਼ਟੀਕਰਨ ਕਿਹਨੇ ਕੀਤਾ? ਇਹ ਨਬੀ ਜਿਹੜਾ ਇਹ ਦਾਨੀਏਲ ਸੀਗਾ, ਖੁਦਾ ਦਾ ਜਨ ਸੀਗਾ ਜਿਹਦੇ ਅੰਦਰ ਪਵਿੱਤਰ ਆਤਮਾ ਰਹਿੰਦਾ ਸੀ। ਇਹਨੇ ਕੀ ਕੀਤਾ? ਦੱਸਿਆ ਵੀ ਇਹਦਾ ਮਤਲਬ ਕੀ ਆ। ਹੁਣ ਦੇਖੋ ਉਹਨੇ ਕੀ ਦੱਸਿਆ ਕਿ ਉਹ ਕਹਿੰਦਾ ਜੇ ਕੋਈ ਵੀ ਮਨੁੱਖ ਕਹਿੰਦਾ ਮੈਨੂੰ ਇਹ ਚੀਜ਼ ਦਾ ਹੱਲ ਦੱਸ ਦਵੇ ਜਿਹੜੀ ਲਿਖਤ ਹੋਈ ਆ, ਕਹਿੰਦਾ ਮੈਂ ਉਹਦੇ ਗਲ ਵਿੱਚ ਸੋਨੇ ਦਾ ਘੰਟਾ ਪਾਉਂਗਾ, ਉਹਦੇ ਸਿਰ ਤੇ ਮੁਕਟ ਰੱਖਿਆ ਜਾਵੇਗਾ, ਕਹਿੰਦਾ ਉਹਨੂੰ ਪੂਰੇ ਦੇਸ਼ ਵਿੱਚ ਤੀਜਾ ਦਰਜੇ ਦਾ ਰਾਜਾ ਬਣਾਇਆ ਜਾਵੇਗਾ। ਲੇਕਿਨ ਦੇਖੋ ਜਦੋਂ ਦਾਨੀਏਲ ਨੂੰ ਬੁਲਾਇਆ ਗਿਆ ਤੇ ਦਾਨੀਏਲ ਨੇ ਕੀ ਕਿਹਾ? ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਵੇਗਾ। ਜਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ ਤੇਰੇ ਇਨਾਮ ਤੇਰੇ ਹੀ ਕੋਲ ਰਹਿਣ। ਖੁਦਾ ਦੇ ਲੋਕ ਇਹ ਚੀਜ਼ਾਂ ਪਿੱਛੇ ਨਹੀਂ ਭੱਜਦੇ। ਜਿਹੜੇ ਜਿਨ੍ਹਾਂ ਦੇ ਅੰਦਰ ਖੁਦਾ ਦਾ ਆਤਮਾ ਆ ਉਹ ਪੈਸੇ ਪਿੱਛੇ ਨਹੀਂ ਭੱਜਦੇ। ਦੇਖੋ ਬਾਈਬਲ ਕਲੀਅਰ ਕਰ ਰਹੀ ਇਸ ਚੀਜ਼ ਨੂੰ, ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ ਤਾਂ ਵੀ ਰਾਜੇ ਦੇ ਲਈ ਇਹ ਲਿਖਤ ਨੂੰ ਪੜਾਂਗਾ। ਉਹ ਕਹਿੰਦਾ ਮੈਨੂੰ ਤੇਰੇ ਪੈਸੇ ਦਾ ਲਾਲਚ ਨਹੀਂ ਆ, ਮੈਨੂੰ ਤੇਰੀ ਚੀਜ਼ਾਂ ਦਾ ਲਾਲਚ ਨਹੀਂ ਆ। ਅੱਜ ਜੇ ਕੋਈ ਬੰਦਾ ਕਿਸੇ ਪਾਸਟਰ ਨੂੰ ਜਾ ਕੇ ਕਵੇ ਵੀ ਮੇਰੇ ਵਾਸਤੇ ਪ੍ਰਾਰਥਨਾ ਕਰ ਦਿਓ, ਮੇਰਾ ਇਹ ਕੰਮ ਹੋ ਗਿਆ ਤੇ ਮੈਂ ਤੈਨੂੰ 5 ਲੱਖ ਰੁਪਏ ਦੇ ਦੂੰਗਾ, ਪਾਸਟਰ ਨੂੰ ਤਾਂ ਨੀਂਦ ਨਹੀਂ ਆਣੀ ਸਾਰੀ ਰਾਤ। ਉਹਨੇ ਕਹਿਣਾ 5 ਲੱਖ ਖਾਣਾ ਕੋਈ ਗੱਲ ਨਹੀਂ, ਪਹਿਲਾਂ ਤਾਂ ਕਦੇ ਪ੍ਰਾਰਥਨਾ ਕੀਤੀ ਨਹੀਂ ਇਹਦੇ ਵਾਸਤੇ, ਉਹਦੀ ਰੂਹ ਵਾਸਤੇ ਨਹੀਂ ਪ੍ਰਾਰਥਨਾ ਕੀਤੀ, ਲੇਕਿਨ ਪੈਸੇ ਵਾਸਤੇ ਜ਼ਰੂਰ ਕਰੂਗਾ ਕਿਉਂਕਿ ਪਤਾ 5 ਲੱਖ ਰੁਪਏ ਚਰਚ 'ਚ ਆਣਾ ਹੈ। ਇਹੋ ਜਿਹੇ ਲੋਕ ਵੀ ਹੈਗੇ। ਤੇ ਇੱਥੇ ਦੇਖੋ ਜਿਹੜਾ ਇਹ ਖੁਦਾ ਦਾ ਸੇਵਕ ਸੀਗਾ ਦਾਨੀਏਲ, ਇਹਨੇ ਕੀ ਕਿਹਾ? ਕਹਿੰਦਾ ਮੈਨੂੰ ਤੇਰੇ ਪੈਸੇ ਦੀ ਲੋੜ ਨਹੀਂ ਹੈ, ਕਹਿੰਦਾ ਆਪਣਾ ਪੈਸਾ ਕਹਿੰਦਾ ਆਪਣੇ ਕੋਲ ਰੱਖ, ਕਹਿੰਦਾ ਮੈਂ ਤੇਰੇ ਵਾਸਤੇ ਵੈਸੇ ਹੀ ਕਰੂੰਗਾ, ਕਹਿੰਦਾ ਕੋਈ ਗੱਲ ਨਹੀਂ, ਜੋ ਮੇਰਾ ਕੰਮ ਆ ਕਹਿੰਦਾ ਮੈਂ ਕਰੂੰਗਾ। ਉਹਦੇ ਬਾਅਦ ਕੀ ਹੋਇਆ? ਕਹਿੰਦਾ ਹੇ ਰਾਜਾ ਅਤਮਾਨ ਪਰਮੇਸ਼ਵਰ ਨੇ ਨਬੂਕਦਨਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਅਤੇ ਪ੍ਰਤਾਪ ਦਿੱਤਾ ਸੀ। ਕਹਿੰਦਾ ਜਿਹੜਾ ਤੇਰਾ ਪਿਤਾ ਸੀ ਉਹਨੇ ਬੜੀ ਸ਼ੋਹਰਤ ਸਭ ਕੁਝ ਦਿੱਤਾ ਸੀ, ਕਹਿੰਦਾ ਲੇਕਿਨ ਉਹ ਘਮੰਡੀ ਹੋ ਗਿਆ। ਉਹਨੇ ਕਿਹਾ ਵੀ ਮੇਰੇ ਤੋਂ ਵੱਡਾ ਕੋਈ ਨਹੀਂ ਆ। ਉਹਨੇ ਕਿਹਾ ਵੀ ਜੋ ਕੁਝ ਵੀ ਬਣਾਇਆ, ਜੋ ਕੁਝ ਵੀ ਕੀਤਾ, ਕਹਿੰਦਾ ਮੈਂ ਕੀਤਾ। ਉਹ ਰਾਜਾ ਕੀ ਸੀ? ਨਬੂਕਦਨਸਰ। ਕਹਿੰਦਾ ਜਿਹੜਾ ਤੇਰਾ ਪਿਤਾ ਸੀ ਘਮੰਡ ਵਿੱਚ ਆ ਗਿਆ ਸੀਗਾ। ਕਹਿੰਦਾ ਘਮੰਡ ਨੇ ਉਹਨੂੰ ਪਾਗਲ ਕਰਤਾ। ਅੱਜ ਕੀ ਲੋਕ ਘਮੰਡ ਵਿੱਚ ਪਾਗਲ ਨਹੀਂ ਹੋ ਰਹੇ ਵੀ ਸਾਡੇ ਉੱਪਰ ਪਿਲਰ ਆਫ ਫਾਇਰ ਉਤਰਿਆ ਆ, ਉਹ ਘਮੰਡੀ ਹੋ ਗਏ, ਕਹਿੰਦੇ ਸਾਡੀ ਸੇਵਕ ਹੀ ਪ੍ਰਮਾਣਿਤ ਆ, ਦੂਜਿਆਂ ਨੂੰ ਤੁੱਛ ਜਾਣ ਰਹੇ ਆ। ਕਿ ਖੁਦਾ ਨੇ ਪੂਰੇ ਵਰਲਡ ਵਿੱਚ ਇੱਕੋ ਹੀ ਚਰਚ ਰੱਖਿਆ ਜਿਹਦੀ ਸੇਵਕ ਹੀ ਪ੍ਰਮਾਣਿਤ ਆ? ਕਿ ਦੂਜੇ ਬੇਵਕੂਫ ਆ? ਮੈਂ ਇਹ ਪੁੱਛਦਾ ਕਿ ਦੂਜੇ ਲੋਕ ਭਗਤੀ ਨਹੀਂ ਕਰ ਰਹੇ, ਕਿ ਦੂਜੇ ਲੋਕ ਖੁਦਾ ਦੇ ਵਚਨ ਵਿੱਚ ਨਹੀਂ ਚੱਲ ਰਹੇ? ਇਹਨੂੰ ਕੀ ਆ? ਇਹਨੂੰ ਕਹਿੰਦੇ ਨੇ ਫੋਕਾ ਘਮੰਡ। ਅੱਜ ਕੀ ਆ? ਬੇਲਸ਼ੱਸਰ ਵਰਗੂ, ਨਬੂਕਦਨਸਰ ਵਰਗੂ ਲੋਕੀ ਜਿਹੜੇ ਸੇਵਕ ਲੋਕ ਨੇ ਉਹ ਵੀ ਝੂਠੇ ਘਮੰਡ ਵਿੱਚ ਆ ਰਹੇ। ਉਹ ਕਹਿੰਦੇ ਸਾਡੀ ਸੇਵਕ ਹੀ ਪ੍ਰਮਾਣਿਤ ਆ। ਜੇ ਤੇਰੀ ਸੇਵਕ ਹੀ ਪ੍ਰਮਾਣਿਤ ਆ ਤਾਂ ਤੁਹਾਡੇ ਲੋਕ ਤਾਂ ਵਿਚਾਰੀ ਨੇ, ਤੁਹਾਡੇ ਚਰਚਾਂ ਦੇ ਲੋਕਾਂ ਦੇ ਜੀਵਨ ਤਾਂ ਬਦਲੇ ਨਹੀਂ ਆ। ਹੁਣ ਇੱਥੇ ਕੀ ਹੋਇਆ? ਜਿਹੜਾ ਬੇਲਸ਼ੱਸਰ ਰਾਜਾ ਸੀਗਾ ਇਹਦੇ ਸਾਰੇ ਲੋਕ ਵੀ ਵਿਚਾਰੀ ਸੀਗੇ, ਸ਼ਰਾਬੀ ਸੀਗੇ, ਗਲਤ ਸੀਗੇ। ਉਦੋਂ ਕੀ ਹੋਇਆ? ਖੁਦਾ ਦਾ ਹੱਥ ਆਇਆ, ਖੁਦਾ ਦੇ ਹੱਥ ਆਇਆ, ਉਹਨੇ ਇਹਦੇ ਖਿਲਾਫ ਲਿਖਿਆ ਤੇ ਉਹਦਾ ਆਨਸਰ ਕਿਹਨੇ ਦਿੱਤਾ? ਉਹਦਾ ਉੱਤਰ ਕਿਹਨੇ ਦਿੱਤਾ? ਉਹਦਾ ਉੱਤਰ ਦਾਨੀਏਲ ਦੁਆਰਾ ਦਿੱਤਾ ਗਿਆ। ਦੇਖੋ ਦਾਨੀਏਲ ਨੇ ਕੀ ਕਿਹਾ? ਕਹਿੰਦਾ ਪਰ ਜਦੋਂ ਉਸਦਾ ਸੁਭਾਅ ਹੰਕਾਰੀ ਹੋਇਆ ਤੇ ਉਸਦਾ ਆਤਮਾ ਕਰੜਾ ਹੋਇਆ ਤਾਂ ਕਹਿੰਦਾ ਕਹਿੰਦਾ ਉਹ ਘਮੰਡ ਕਰਦਾ ਰਿਹਾ। ਕਹਿੰਦਾ ਆਪਣੇ ਪਿਤਾ ਦੀ ਗੱਲ ਦੱਸ ਰਿਹਾ, ਕਹਿੰਦਾ ਉਹਦਾ ਸੁਭਾਅ ਕਰੜਾ ਹੋ ਗਿਆ, ਕਹਿੰਦਾ ਉਹ ਘਮੰਡ ਕਰਦਾ ਰਿਹਾ। ਤੇ ਕਹਿੰਦਾ ਦੇਖੋ ਉਹਦੇ ਨਾਲ ਕਿੱਦਾਂ ਹੋਇਆ ਹਨਾ, ਕਹਿੰਦਾ ਉਹ ਘਾਹ ਚਰਦਾ ਹੁੰਦਾ ਸੀਗਾ, ਪਾਗਲ ਹੋ ਗਿਆ ਕਹਿੰਦਾ ਤੇਰਾ ਪਿਤਾ। ਪਰ ਹੇ ਬੇਲਸ਼ੱਸਰ, ਤੂੰ ਜੋ ਉਸਦਾ ਪੁੱਤਰ ਹੈ, ਭਾਵੇਂ ਤੂੰ ਇਸ ਸਾਰੀ ਗੱਲ ਨੂੰ ਜਾਣ ਲਿਆ ਤਾਂ ਵੀ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ। ਦੇਖੋ ਉਹਨੂੰ ਪਤਾ ਸੀ ਵੀ ਮੇਰੇ ਪਿਤਾ ਦੇ ਨਾਲ ਕੀ ਹੋਇਆ ਹਨਾ, ਸਭ ਕੁਝ ਉਹਨੂੰ ਪਤਾ ਸੀ ਵੀ ਮੇਰੇ ਪਿਤਾ ਦੇ ਨਾਲ ਇਸ ਤਰ੍ਹਾਂ, ਮੇਰਾ ਪਿਤਾ ਘਮੰਡੀ ਸੀਗਾ, ਉਹ ਪਰਮੇਸ਼ਰ ਤੋਂ ਖਿਲਾਫ ਚੱਲਿਆ ਹਨਾ, ਤੇ ਖੁਦਾ ਨੇ ਉਹਨੂੰ ਕਿਸ ਤਰ੍ਹਾਂ ਮਾਰਿਆ ਹਨਾ। ਤੇ ਉਹਨੂੰ ਚਾਹੀਦਾ ਸੀ ਵੀ ਆਪਣੇ ਜੀਵਨ ਦੀ ਤਬਦੀਲੀ ਕਰੇ, ਲੇਕਿਨ ਉਹਨੇ ਆਪਣੀ ਜੀਵਨ ਦੀ ਤਬਦੀਲੀ ਨਹੀਂ ਕੀਤੀ। ਸਗੋਂ ਦੇਖੋ ਅੱਗੇ ਵਚਨ ਵਿੱਚ ਕੀ ਲਿਖਿਆ? ਸਗੋਂ ਆਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਕੜਾਇਆ ਅਤੇ ਉਸ ਦੇ ਘਰ ਦੇ ਭਾਂਡੇ ਅਤੇ ਤੇਰੇ ਅੱਗੇ ਲਿਆਂਦੇ ਗਏ। ਕਹਿੰਦਾ ਤੂੰ ਕੀ ਕੀਤਾ? ਜਿਹੜਾ ਪਰਮੇਸ਼ਵਰ ਆ, ਜਿਹੜਾ ਆਕਾਸ਼ ਧਰਤੀ ਦਾ ਪਰਮੇਸ਼ਵਰ, ਕਹਿੰਦਾ ਤੂੰ ਕੜਾਇਆ ਉਹਨੂੰ ਆਪਣੇ ਸਾਹਮਣੇ। ਕਹਿੰਦਾ ਤੂੰ ਆਪਣੇ ਆਪ ਨੂੰ ਕੜਾਇਆ ਉਹਦੇ ਸਾਹਮਣੇ। ਕਹਿੰਦਾ ਤੂੰ ਉਹਦੇ ਭਾਂਡਿਆਂ ਵਿੱਚ ਸ਼ਰਾਬ ਪੀਤੀ। ਕਿ ਅੱਜ ਦੇ ਕਈ ਲੋਕ ਇਹੋ ਜਿਹੇ ਨਹੀਂ ਆ, ਕਈ ਸੇਵਕ ਇਹੋ ਜਿਹੇ ਨੇ ਜਿਹੜੇ ਖੁਦਾ ਦੇ ਭਾਂਡਿਆਂ ਨੂੰ ਇਸਤੇਮਾਲ ਕਰ ਰਹੇ ਹੋ। ਕੀ ਤੁਸੀਂ ਖੁਦਾ ਦੇ ਭਾਂਡੇ ਨਹੀਂ ਹੋ? ਕੀ ਤੁਹਾਨੂੰ ਗਲਤ ਇਸਤੇਮਾਲ ਨਹੀਂ ਕੀਤਾ ਜਾ ਰਿਹਾ? ਅੱਜ ਬਹੁਤ ਖੁਦਾ ਦੇ ਜਿਹੜੇ ਭਾਂਡੇ ਨੇ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਜਾ ਰਿਹਾ। ਕਿਹਦੇ ਦੁਆਰਾ? ਜਿਹਨੂੰ ਇਖਤਿਆਰ ਆ,
ਅੱਜ ਕਈ ਜਿਹੜੇ ਸੇਵਕ ਲੋਕ ਨੇ ਉਹ ਬੇਲਸ਼ੱਸਰ, ਨਬੂਕਦਨਸਰ ਵਰਗੇ ਬਣ ਗਏ ਆ। ਉਹਨਾਂ ਨੂੰ ਰਾਜ ਮਿਲ ਗਿਆ, ਉਹ ਕਹਿੰਦੇ ਬਹੁਤ ਵਧੀਆ ਸਾਡੀ ਕਲੀਸਿਆ ਚੱਲ ਰਹੀ ਹੈ, ਲੇਕਿਨ ਉਹ ਕੀ ਕਰ ਰਹੇ ਆ? ਇਹਨਾਂ ਭਾਂਡਿਆਂ ਨੂੰ ਗਲਤ ਇਸਤੇਮਾਲ ਕਰ ਰਹੇ ਆ। ਇਹਨਾਂ ਭਾਂਡਿਆਂ ਵਿੱਚ ਨਸ਼ਾ ਕਰ ਰਹੇ ਆ, ਉਹ ਇਹਨਾਂ ਭਾਂਡਿਆਂ ਵਿੱਚ ਵਿਭਚਾਰੀ ਭਰ ਰਹੇ ਆ। ਕਿਉਂਕਿ ਜਿਹੜੇ ਚਰਚ ਵਿੱਚ ਗਲਤ ਸਿਸਟਮ ਚੱਲਦਾ ਆ, ਉਹ ਕੀ ਆ, ਚਰਚ ਦੇ ਜਿਹੜੇ ਕਲੀਸਿਆ ਹੁੰਦੀ ਉਹ ਭਾਂਡੇ ਹੁੰਦੇ ਆ, ਤੇ ਇਹਨਾਂ ਭਾਂਡਿਆਂ ਦਾ ਕੀ ਕਰਨਾ ਚਾਹੀਦਾ? ਸਹੀ ਇਸਤੇਮਾਲ ਕਰਨਾ ਚਾਹੀਦਾ। ਇਹਨਾਂ ਭਾਂਡਿਆਂ ਨੂੰ ਕਹਿਣਾ ਚਾਹੀਦਾ ਆ, ਇਹਨਾਂ ਭਾਂਡਿਆਂ ਨੂੰ ਵਧੀਆ ਸਾਫ਼ ਤਰੀਕੇ ਨਾਲ ਰੱਖਣਾ ਚਾਹੀਦਾ ਆ, ਇਹਨਾਂ ਭਾਂਡਿਆਂ ਵਿੱਚ ਖੁਦਾ ਦਾ ਵਚਨ ਭਰਨਾ ਚਾਹੀਦਾ। ਲੇਕਿਨ ਉਹਨੇ ਕੀ ਕੀਤਾ? ਇਹਨਾਂ ਭਾਂਡਿਆਂ ਦੇ ਵਿੱਚ ਸ਼ਰਾਬ ਪੀਤੀ। ਇਹੋ ਜਿਹੇ ਲੋਕ ਵੀ ਹੈਗੇ ਆ, ਇਹੋ ਜਿਹੇ ਸੇਵਕ ਵੀ ਹੈਗੇ ਆ। ਚਾਹੇ ਇਹ ਸੇਵਕ ਨਹੀਂ ਸੀਗਾ, ਇੱਕ ਰਾਜਾ ਸੀਗਾ, ਲੇਕਿਨ ਜਿਹੜਾ ਇੱਕ ਸੇਵਕ ਹੁੰਦਾ ਉਹ ਵੀ ਇੱਕ ਰਾਜਾ ਹੀ ਹੁੰਦਾ ਇੱਕ ਤਰ੍ਹਾਂ ਨਾਲ। ਉਹ ਵੀ ਰਾਜ ਕਰਦਾ ਹੈ ਕਲੀਸਿਆ ਉੱਪਰ, ਉਹ ਜਿਸ ਤਰ੍ਹਾਂ ਮਰਜ਼ੀ ਕਲੀਸਿਆ ਨੂੰ ਕਵੇ ਬਣਾ ਸਕਦਾ ਆ। ਸੇਵਕ ਵੀ ਇੱਕ ਰਾਜਾ ਹੁੰਦਾ ਹੈ, ਉਹ ਚਾਹਵੇ ਤਾਂ ਕਲੀਸਿਆ ਨੂੰ ਸਹੀ ਬਣਾ ਸਕਦਾ, ਜੇ ਉਹ ਚਾਹਵੇ ਤਾਂ ਕਲੀਸਿਆ ਨੂੰ ਗਲਤ ਬਣਾ ਸਕਦਾ। ਸਭ ਕੁਝ ਉਹਦੇ ਹੱਥ ਵਿੱਚ ਹੁੰਦਾ, ਕਿਉਂਕਿ ਉਹਦੇ ਹੱਥ ਵਿੱਚ ਪਾਵਰ ਹੁੰਦੀ ਆ। ਲੇਕਿਨ ਜਿਹੜੇ ਖੁਦਾ ਦੇ ਸੱਚੇ ਲੋਕ ਆ, ਉਹ ਕੀ ਕਰਦੇ ਆ? ਆਪਣੇ ਲੋਕਾਂ ਨੂੰ ਕੀ ਕਰਦੇ? ਜਿਹੜੇ ਖੁਦਾ ਦੇ ਭਾਂਡੇ ਆ, ਉਹਨਾਂ ਨੂੰ ਵਧੀਆ ਬਣਾਉਂਦੇ ਆ, ਉਹਨਾਂ ਨੂੰ ਸਾਫ਼ ਰੱਖਦੇ ਆ, ਉਹਨਾਂ ਨੂੰ ਕਾਹਦੇ ਨਾਲ ਭਰ ਕੇ ਰੱਖਦੇ? ਵਚਨ ਦੇ ਨਾਲ ਭਰ ਕੇ ਰੱਖਦੇ, ਉਹਨਾਂ ਨੂੰ ਖਾਲੀ ਨਹੀਂ ਰਹਿਣ ਦਿੰਦੇ। ਸਾਨੂੰ ਚਾਹੀਦਾ ਆ ਜੋ ਸਾਨੂੰ ਖੁਦਾ ਦਾ ਵਚਨ ਕਹਿੰਦਾ ਅਸੀਂ ਉਸੇ ਤਰ੍ਹਾਂ ਕਰੀਏ। ਲੇਕਿਨ ਇੱਥੇ ਦਾਨੀਏਲ ਕੀ ਕਹਿ ਰਿਹਾ? ਦਾਨੀਏਲ ਨੇ ਕਿਹਾ ਤੇਰੇ ਪਿਤਾ ਨੇ ਵੀ ਗਲਤੀ ਕੀਤੀ, ਤੂੰ ਵੀ ਗਲਤੀ ਕੀਤੀ। ਉਹਦੇ ਬਾਅਦ ਕੀ ਹੋਇਆ? ਦਾਨੀਏਲ ਉਹਨੂੰ ਕੀ ਕਹਿ ਰਿਹਾ ਆ? ਅਤੇ ਉਹਨੂੰ ਕਿਹਾ, ਕਹਿੰਦਾ ਸਗੋਂ ਆਕਾਸ਼ ਦੇ ਪ੍ਰਭੂ ਸਨੂਕ ਆਪਣੇ ਆਪ ਨੂੰ ਕੜਾਇਆ ਅਤੇ ਉਹਦੇ ਘਰ ਦੇ ਭਾਂਡੇ ਅਤੇ ਤੇਰੇ ਲਿਆਏ, ਅਤੇ ਤੈਂ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ। ਅਤੇ ਉਸ ਪਰਮੇਸ਼ਵਰ ਨਾਲ ਜਿਸ ਦੇ ਹੱਥ ਵਿੱਚ ਤੇਰਾ ਦਮ ਹੈ, ਤੇਰੇ ਸਾਰੇ ਰਾਹ ਹਨ। ਕਹਿੰਦਾ ਦੇਖੋ, ਅਤੇ ਉਸ ਪਰਮੇਸ਼ਵਰ ਦਾ ਜਿਸ ਦੇ ਹੱਥ ਵਿੱਚ ਕਹਿੰਦਾ ਤੇਰਾ ਦਮ ਆ, ਤੇਰੇ ਸਾਹ ਪ੍ਰਾਣ ਆ, ਕਹਿੰਦਾ ਸਾਰੇ ਰਾਹ ਆ, ਕਹਿੰਦਾ ਤੂੰ ਉਹਦਾ ਆਦਰ ਨਹੀਂ ਕੀਤਾ। ਅੱਜ ਲੋਕੀ ਕਿਹਦਾ ਆਦਰ ਨਹੀਂ ਕਰਦੇ? ਲੋਕੀ ਅੱਜ ਵਚਨ ਦਾ ਆਦਰ ਨਹੀਂ ਕਰਦੇ। ਵਚਨ ਦੇ ਵਿੱਚ ਖੁਦਾ ਦੇ ਹੱਥਾਂ ਦੇ ਵਿੱਚ ਸਾਡੇ ਸਾਹ ਪ੍ਰਾਣ। ਮੇਰੇ ਹੱਥਾਂ ਦੇ ਵਿੱਚ ਕਿਸੇ ਦੇ ਸਾਹ ਪ੍ਰਾਣ ਨਹੀਂ ਆ, ਕਿਸੇ ਸੇਵਕ ਦੇ ਹੱਥਾਂ ਵਿੱਚ ਸਾਹ ਪ੍ਰਾਣ ਨਹੀਂ ਹੁੰਦੇ। ਕਿਹਦੇ ਹੱਥਾਂ ਵਿੱਚ ਸਾਹ ਪ੍ਰਾਣ ਹੁੰਦੇ ਆ? ਖੁਦਾ ਦੇ ਵਚਨ ਦੇ ਵਿੱਚ, ਖੁਦਾ ਦੇ ਹੱਥਾਂ ਵਿੱਚ ਸਾਹ ਪ੍ਰਾਣ ਹੁੰਦੇ ਆ। ਜੇ ਤੁਸੀਂ ਖੁਦਾ ਦੇ ਨਾਲ ਜੁੜੇ ਹੋ ਤੇ ਤੁਹਾਨੂੰ ਕੋਈ ਮਾਰ ਨਹੀਂ ਸਕਦਾ, ਤੁਹਾਨੂੰ ਕੋਈ ਸਿੱਟ ਨਹੀਂ ਸਕਦਾ। ਉਦੋਂ ਕੀ ਹੋਇਆ? ਫਿਰ ਰਾਜੇ ਨੇ ਉਹਨੂੰ ਦੱਸਿਆ, ਕਹਿੰਦਾ ਇਹ ਲਿਖਤ ਤਾਂ ਮੈਨੂੰ ਮਤਲਬ ਦੱਸ। ਉਹਨੇ ਦੱਸਿਆ, ਕਹਿੰਦਾ ਅਤੇ ਇਹ ਲਿਖਤ ਲਿਖੀ ਗਈ ਹੈ, ਸੋ ਇਹ ਹੈ ਮਨੇ ਮਨੇ ਤਕੇਲ ਉਫਰਸੀਨ, ਅਤੇ ਮਨੇ ਪਦ ਦਾ ਇਹ ਅਰਥ ਹੈ ਪਰਮੇਸ਼ਵਰ ਤੇਰੇ ਰਾਜ ਦਾ ਲੇਖਾ ਕੀਤਾ। ਕਹਿੰਦਾ ਪਰਮੇਸ਼ਵਰ ਨੇ ਕੀ ਕੀਤਾ? ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਸ ਦਾ ਛੇਕੜ ਕਰ ਦਿੱਤਾ। ਤਕੇਲ ਦਾ ਇਹ ਅਰਥ ਹੈ ਜੋ ਤੂੰ ਤਕੜੀ ਵਿੱਚ ਤੋਲਿਆ ਗਿਆ ਤੇ ਘੱਟ ਨਿਕਲਿਆ। ਕੀ ਅੱਜ ਲੋਕ ਖੁਦਾ ਲੋਕਾਂ ਨੂੰ ਤਕੜੀ ਵਿੱਚ ਨਹੀਂ ਤੋਲਦਾ? ਅੱਜ ਲੋਕਾਂ ਨੂੰ, ਸੇਵਕਾਂ ਨੂੰ ਤਕੜੀ ਵਿੱਚ ਤੋਲਦਾ ਆ, ਤੇ ਉਹ ਕੀ ਆ? ਘੱਟ ਨਿਕਲਦੇ ਆ। ਕਾਹਦੇ ਵਿੱਚ? ਵਚਨ ਦੇ ਵਿੱਚ। ਵਚਨ ਦੇ ਵਿੱਚ ਘੱਟ ਨਿਕਲਦੇ ਆ ਤੇ ਗਿਆਨ ਦੇ ਵਿੱਚ ਜ਼ਿਆਦਾ ਨਿਕਲਦੇ ਆ। ਵਚਨ ਅੰਦਰ ਹੈ ਨਹੀਂ, ਗਿਆਨ ਭਰ ਲਿਆ। ਗਿਆਨ ਦੇ ਨਾਲ ਉਠਾਇਆ ਜਾਣਾ ਨਹੀਂ ਆ, ਉਠਾਇਆ ਜਾਣਾ ਵਚਨ ਦੇ ਦੁਆਰਾ ਹੋਵੇਗਾ। ਅਤੇ ਅੱਗੇ ਲਿਖਿਆ ਆ, ਤਕੇਲ ਦਾ ਇਹ ਅਰਥ ਤੂੰ ਤਕੜੀ ਵਿੱਚ ਘੱਟ ਤੋਲਿਆ ਗਿਆ। ਪਰਹੇਜ਼ ਦਾ ਇਹ ਅਰਥ ਜੋ ਤੇਰਾ ਰਾਜ ਵੰਡਿਆ ਗਿਆ। ਅੱਜ ਮੈਂ ਤੁਹਾਨੂੰ ਕਹਿਣਾ ਆ, ਜਿਹੜੇ ਸੇਵਕ ਲੋਕ ਖੁਦਾ ਦਾ ਰਾਹ, ਜਿਹੜੇ ਸੇਵਕ ਲੋਕ ਖੁਦਾ ਦੀ ਸੇਵਕਾਈ ਵਧੀਆ ਤਰੀਕੇ ਨਾਲ ਨਹੀਂ ਕਰਦੇ, ਖੁਦਾ ਕੀ ਕਰਦਾ? ਉਹਨਾਂ ਦੀ ਸੇਵਕਾਈਆਂ ਰੱਦ ਦਿੰਦਾ ਆ। ਉਹਨਾਂ ਦੀ ਸੇਵਕਾਈਆਂ ਕਿਸੇ ਹੋਰ ਨੂੰ ਦੇ ਦਿੱਤੀਆਂ ਜਾਂਦੀਆਂ। ਜਿਸ ਤਰ੍ਹਾਂ ਜਿਹੜੀ ਸੇਵਕਾਈ ਸੀਗੀ ਸ਼ਾਉਲ ਦੀ, ਉਹ ਸ਼ਾਉਲ ਦੀ ਸੇਵਕਾਈ ਕਿਹਨੂੰ ਦਿੱਤੀ ਗਈ? ਸ਼ਾਉਲ ਦੀ ਸੇਵਕਾਈ ਦਾਊਦ ਨੂੰ ਦਿੱਤੀ ਗਈ ਸੀਗੀ। ਕਿਉਂ ਦਿੱਤੀ ਗਈ? ਕਿ ਸ਼ਾਉਲ ਮਸਾ ਕੀਤਾ ਹੋਇਆ ਨਹੀਂ ਸੀਗਾ। ਮਸਾ ਕੀਤਾ ਹੋਏ ਦਾ ਮਤਲਬ ਹੁੰਦਾ, ਮਸਾ ਇਸ ਕਰਕੇ ਕੀਤਾ ਜਾਂਦਾ ਵੀ ਆਪਣੀ ਕਲੀਸਿਆ ਨੂੰ, ਆਪਣੇ ਜਿਹੜੇ ਰਾਜ ਨੂੰ ਸੰਭਾਲ ਕੇ ਰੱਖੇ। ਲੇਕਿਨ ਜਿਹੜਾ ਸ਼ਾਉਲ ਸੀਗਾ, ਉਹਨੇ ਆਪਣੀ ਕਲੀਸਿਆ ਨੂੰ ਸੰਭਾਲ ਕੇ ਨਹੀਂ ਰੱਖਿਆ, ਉਹਨੇ ਆਪਣੇ ਲੋਕਾਂ ਨੂੰ ਸੰਭਾਲ ਕੇ ਨਹੀਂ ਰੱਖਿਆ। ਉਹ ਘਮੰਡ ਵਿੱਚ ਆ ਗਿਆ। ਉਹ ਘਮੰਡ ਵਿੱਚ ਆ ਗਿਆ। ਸੈਮੂਅਲ ਨੇ ਕਿਹਾ ਵੀ ਜੋ ਕੰਮ ਤੈਨੂੰ ਕਰਨਾ ਯੋਗ ਨਹੀਂ ਸੀ, ਤੂੰ ਉਹ ਕੰਮ ਕੀਤਾ ਆ। ਕਹਿੰਦਾ ਤੇਰਾ ਰਾਜ ਸਿਰ ਤੋਂ ਲੈ ਲਿਆ ਜਾਂਦਾ ਆ। ਤੇ ਦੇਖੋ ਕਿਹਨੂੰ ਮਸਾ ਕੀਤਾ? ਇੱਕ ਛੋਟੇ ਬੱਚੇ ਨੂੰ, ਇੱਕ 16 ਸਾਲ ਦੀ ਉਮਰ ਦੇ ਬੱਚੇ ਨੂੰ ਮਸਾ ਕਰ ਦਿੱਤਾ ਗਿਆ। ਕਿਉਂ? ਹੁਣ ਸ਼ਾਉਲ ਕਹਿੰਦਾ ਹੋਣਾ ਵੀ ਇਹ ਮੇਰੇ ਸਾਹਮਣੇ ਕੀ ਆ? ਕੁਛ ਵੀ ਨਹੀਂ। ਉਹਦੇ ਸਾਹਮਣੇ ਕੁਛ ਵੀ ਨਹੀਂ ਸੀ, ਕਾਫੂਸ ਸੀਗਾ। ਸ਼ਾਉਲ ਨੇ ਉਹਨੂੰ ਮਾਰਨਾ ਚਾਹਿਆ, ਲੇਕਿਨ ਉਹ ਕੌਣ ਸੀਗਾ? ਉਹਦੀ ਸੇਵਕਾਈ, ਉਹਦਾ ਮਸਾ ਚੱਕ ਕੇ ਕਿਹਦੇ ਉੱਪਰ ਪਾ ਦਿੱਤਾ ਗਿਆ? ਦਾਊਦ ਦੇ ਉੱਪਰ। ਜਿਹੜਾ ਮਸਾ ਸ਼ਾਉਲ ਦੇ ਉੱਪਰ ਸੀਗਾ, ਉਹਦਾ ਮਸਾ ਉਹਦੇ ਉੱਪਰ ਚਲੇ ਗਿਆ। ਕਿਉਂਕਿ ਉਹ ਖੁਦਾ ਦੇ ਵਚਨ ਤੋਂ ਬਾਹਰ ਹੋ ਗਿਆ। ਉਹ ਉਸ ਸੇਵਕਾਈ ਨੂੰ ਸਾਹਮਣੇ, ਕਿਉਂਕਿ ਜਿਹੜੀ ਸ਼ਾਉਲ ਨੂੰ ਸੇਵਕਾਈ ਦਿੱਤੀ ਸੀ, ਉਹ ਦਿੱਤੀ ਸੀ ਤੂੰ ਫਲਿਸਤੀ ਲੋਕਾਂ ਨੂੰ ਮਾਰਨਾ ਹੈ। ਫਲਿਸਤੀ ਲੋਕ ਕਿਹੜੇ ਸੀਗੇ? ਜਿਹੜੇ ਮੂਰਤੀ ਪੂਜਕ ਲੋਕ ਸੀਗੇ, ਉਹਨਾਂ ਨੂੰ ਤੂੰ ਮਾਰਨਾ। ਲੇਕਿਨ ਸ਼ਾਉਲ ਨੇ ਕੀ ਕੀਤਾ? ਵਚਨ ਤੋਂ ਬਾਹਰ ਚਲਾ ਗਿਆ। ਵਚਨ ਤੋਂ ਬਾਹਰ ਉਹਨੇ ਕੰਮ ਕੀਤੇ ਜੋ ਉਹਨੂੰ ਯੋਗ ਨਹੀਂ ਸੀ। ਉਹਨੇ ਉਹ ਕੰਮ ਕੀਤੇ। ਉਹ ਘਮੰਡ ਵਿੱਚ ਆ ਗਏ ਵੀ ਸਭ ਤੋਂ ਵੱਡਾ ਜ਼ਿਆਦਾ ਗਿਆਨੀ ਮੈਂ ਆ, ਮੇਰੇ ਨਾਲ ਹੀ ਪ੍ਰਭੂ ਬੋਲਦਾ ਆ। ਲੇਕਿਨ ਪ੍ਰਭੂ ਕੀ ਕਰਦਾ? ਪ੍ਰਭੂ ਘਮੰਡ ਨੂੰ ਤੋੜ ਦਿੰਦਾ ਹੈ। ਪ੍ਰਭੂ ਸਾਰਿਆਂ ਦਾ ਪਰਮੇਸ਼ਵਰ ਹੈ। ਪ੍ਰਭੂ ਕਿਸੇ ਵੱਡੇ ਛੋਟੇ ਨੂੰ ਨਹੀਂ ਦੇਖਦਾ।
भी कोई पास्टर बहुत ਵੱਡਾ ਆ 20 साल तो सेवकाई कर रहा तो कहूगा जी प्रभु तो मेरे नहीं बोलता है, ये तो कल खड़ा होया, प्रभु इदा नहीं बोल सकता। प्रभु की करता, प्रभु तो छोटे बच्चे ना भी बोलता है, वो चाहे दुध पीता बच्चा होवे। जो यीशु मसीह हैकल विच गया तो उन्हें की क्या कहता, मैं कहता की कराई आ, दुध पींदे हुए बच्चों तो अपनी उस्तत कराई आ। दुध पींदे बच्चे किहड़े हुंदे आ, जिन्होंने वचन की नॉलेज नहीं हुंदी, वो दुध पींदे बच्चे हुंदे आ। ते देखो उस समय की होया, दाऊद नूं मसा किया गया। जो दाऊद नूं मसा किया गया, प्रभु ने सैमुअल नूं कहा सैमुअल तू जा। सैमुअल जो गया तो उन्हें की किया, उहदे पिता नूं बुलाया, कहता अपने पुत्रा नूं लैके आया। तो उहदे पुत्रा नूं बुलाया गया, एक नूं बुलाया, दूजे नूं बुलाया, तीजे नूं बुलाया, 7 पुत्रा नूं बुलाया गया। वो कहता प्रभु ने इनू भी नहीं चुनिया। प्रभु ने किसनूं, वो कहता की कोई होर बाकी हैगा? कहता हाँ एक बाकी हैगा जिहदा नाम दाऊद आ। कहता सब तो छोटा की कर रहा, भेड्डां चार रहा। ते भेड्डां नूं चारन वाले ही भेड्डां चार सकदे आ। जिहदा जीवन खुदा दे वचन ते बचपन तो जुड़िया होवे उही भेड्डां चार सकदा, जे सही तरीके नाल सोचा जावे। लेकिन एक मनुख गलत जीवन बतीत करदा होया खुदा दी भेड्डां नूं चार रहा आ। ते कई बार की हुंदा अपने सुभाव नूं नहीं छड्डदा वो मनुख, क्योंकि उहदे अंदर उहो जी आदत हुंदी आ। लेकिन जिहड़ा दाऊद सी वो बचपन तो भेड्डां नूं चारदा सी। ते की होया, ओनूं इजराइल दीआं भेड्डां चारन वास्ते खड़ा किया गया, मसा किया गया। ते उसे ही दाऊद नूं की होया, उन्हें की किया, जिहड़ा शाऊल सी पहलों उन्हें जो देखा भी उन्हें अपनी सेना में रखे भी बड़ा शूरवीर आ, बाद चो तो ईर्खा करनी शुरू कर दी। क्यों ईर्खा की उन्हें? क्योंकि उस तो बड़े बड़े काम करता सी कलीसिया विच, उस स्थान दे विच उस तो बड़े बड़े काम करता सीगा। लोकी कहंदे जी शाऊल ने तो 1000 मारे लेकिन दाऊद ने लखां मारे। उन्होंने चाहिए सीगा भी मेरी फौज का ही एक सेनापति आ दाऊद भी, उन्होंने चाहिए सी भी इहनूं होर अगे वधावे। लेकिन उन्हें की किया, उन्हें ईर्खा की। जो उन्हें ईर्खा की तो परमेश्वर का आत्मा तो अड हो गया। तो की होया, जिहड़ा शाऊल सीगा चाहे वह मसा किया गया सी तां भी वह मारिया गया, लेकिन जिहड़ा दाऊद सीगा उन्होंने राज दिता गया। खुदा मैं तुहानूं दस रहा, चाहे सेवकाई आ, चाहे किसी भी तरह की चीज़ लगा लो, चाहे किसी की कोई पोस्ट आ या कोई नौकरी आ, जो कोई बंदा घमंड करता तो खुदा सिड़ दिंदा है। खुदा घमंडियां का खुदा नहीं आ, साडा खुदा हलीमा का खुदा आ। ते सानूं चाहिए आ वचन के अनुसार जीवन बतीत करिए, जो खुदा का वचन कहता उहदे अनुसार चलीए। लेकिन अज लोग की करते हैं, वचन के अनुसार नहीं चलते। गलती किहदी आ? कलीसिया की गलती नहीं आ। लोग कहते कलीसिया सही नहीं आ, सेवक सही होना चाहिए आ। जो सेवक सही है तो कलीसिया कितना सही नहीं होगी। जे सेवक के उपर मसा आ, सेवक के उपर आग आ तो कलीसिया उपर भी आएगी। मैं तुहानूं गारंटी देना इस गल की। जे सेवक गलत आ, सेवक ही विचारी आ, सेवक ही 3-3 विआह कराई फिरदा तो कलीसिया के मैंबर तो 3-3 विआह कराणगे, वो तो गलत चलणगे ही चलणगे, क्योंकि सेवक के उपर मसा सही नहीं है। खुद ये सेवकाई ब्याह शादी की सेवकाई नहीं आ, ये आशकी मारन की सेवकाई नहीं आ, ये सेवकाई पवित्रताई दी आ। ते सानू चाहिए आ पवित्रताई दे नाल जीवन बतीत करिए। जे असीं सोचते हैं कोई गल नहीं, खुदा नूं इस्तेमाल कर लेंदे हैं। अज बहुत लोग इतना करते हैं, चर्चा में जाते हैं, पास्टर भी कहते हैं कोई गल नहीं मैंबर बना लो इनू, कोई गल नहीं मूर्ति पूजेगा फिर की ब्याह कर देंगे। बाइबल मना कर दी चीज़ां। जो तक कोई मनुख अपने पाप तो गुनाह तो तौबा करके प्रभु यीशु मसीह के नाम से बपतिस्मा नहीं लेंदा, वो बचाया नहीं जा सकता, वह शुद्धिकरण नहीं होया। साड़ी मर्जी के नाल खुदा ने काम नहीं करना। लोग सोचते हैं मैं अपनी मर्जी कर लूँगा, मैं उन्होंने बचा लूँगा। तुसीं कौन हुंदे बचाने वाले? जिन्हों खुदा ना बचावे उन्होंने तुसीं नहीं बचा सकते, तो जिन्हों खुदा ना मारे उन्होंने तुसीं भी नहीं मार सकते। कहते खुदा के अभिषिक्तां नूं कोई श्राप नहीं दे सकता। जो उन्हें बलियाम ने खुदा के अभिषिक्तां नूं श्राप देने की कोशिश की, उदों की होया? खुदा ने बलियाम नूं मार दिता। जिहड़ा बंदा खुदा वालों ठहराया आ, जे उन्होंने कोई श्राप दिंदा है ना तो खुदा उन्होंने बख्शदा नहीं है। बलियाम ने की किया सी? बलियाम भी तो एक पास्टर सीगा, एक नबी सीगा, वो भी तो खुदा नूं मानदा सी, वो किहड़ा पत्थरां नूं मानदा सीगा। फिर उन्हें की किया? लालच विच आके, पैसे विच लालच विच आके इजरायली लोगों को की किया? श्राप देना चाहया। तेरी सेवकाई डिग जू, मूसा नूं कहते तेरा इदा हो जाऊगा, असीं इहनूं इदा कर दांगे उदा कर दांगे। लेकिन की होया कि खुदा दे मसा किया होए नूं कोई छू सकता है? जे अज खुदा ने मैनू इस सेवकाई विच मसा किया आ ते पूरे संसार के लोग, पूरा संसार एक पासे हो जाए, मैं एक पासे खड़ा आ, कोई मैनू हिला नहीं सकता, क्योंकि ये सेवकाई जिहड़ी मैं कर रहा आ, ये पवित्र आत्मा की सेवकाई आ, ये पिलर ऑफ फायर की सेवकाई आ, जिसने मुझ वर्गे पापी बंदे नूं बदल के अपना नौकर बनाया। मैं उसकी सेवकाई करदा, मैं किसी मनुख की, किसी मिशन की सेवकाई नहीं करता, मैं किसी सेवक की सेवकाई नहीं करता, मैं किसी मनुख की नहीं,
मैं जिਉਂਦੇ परमेश्वर यहोवा की सेवकाई करदा ते जो ओहदा वचन बोलूगा मैं वो बोलूंगा, मैं किसी का लिहाज नहीं लूंगा, चाहे कोई भी होवे, मैं किसी तो नहीं डरदा। मैं सिर्फ जिਉਂਦੇ परमेश्वर यहोवा दे इस वचन तो डरदा आ जेड़ा आमीन आ ते युगो युग जिਉਂਦਾ आ। जो मैनू वचन कहूगा मैं वही काम करूंगा। जे वचन कहूगा तू घुटने टेकूंगा, जे वचन कहूगा तू रोटी खाऊंगा, जे कहूगा भुखा रह तो मैं भुखा भी रहूंगा। मैनू किसी चीज़ का लालच नहीं है। ये सेवकाई मैं किसी लालच भी शुरू नहीं की। मैं तो एक पापी मनुख सीगा, एक गलत मनुख सीगा, लेकिन खुदा दे दूत ने आके क्या, सैमुएल 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 मेरी सेवकाई कर। ते उस दिन तो बाद की होया, मेरा जीवन बदल गया। ते मैं क्या प्रभु जी जो तक मैं इस धरती से रहूंगा मैं आत्मा ते सच्चाई नाल तेरी भक्ति करूंगा, किसी दे नाल पक्षपात नहीं करूंगा, कोई गलत सिस्टम चर्च विच नहीं चलन दूंगा। मैं वो करूंगा जो प्रभु यीशु मसीह मेरे महान पिता तेरे लोगों ने किया, तेरे नबियां ने किया, जिस तरह दाऊद ने किया सीगा, तेरे वचन के अनुसार जीवन व्यतीत किया। भाई ब्रैनम ने किया, तेरे वचन के अनुसार जीवन व्यतीत किया। उन्हें अपने कामना के अनुसार जीवन व्यतीत नहीं किया। एक सेवक नूं नमूना होना चाहिए। लोगों को पता ही नहींगा। सेवक गेमां खेडी जांदा आ, सेवक मीटी पतीले में पा के रिन्नी जाता है, अज मीट खाना जी, अज बकरा खाना, अज सूर खाना है, अज गधा खाना है। देखो वो की कर रहे हैं, अज गलत हो गए ने, पेटू बन गए। खुदा इहो जी सेवकाई पसंद नहीं करता। खुदा तो कहता आ बोझ चकन वाला बन। जिहड़ा मनुख जिहड़ा सेवक बोझ चकन वाला बनता फिर प्रभु उत्ते होर बोझ पाता है। जिहड़ा बंदा थोड़े विच वफादार नहीं है वो बहुत च वफादार नहीं हो सकता। संदेश के प्रचार करने नाल भी तुहाडा रैप्चर हो जाऊगा, तुसीं इदां करो, तुसीं 20,000 दो चर्चे, तुसीं 30,000 दो, तुहाडा रैप्चर होगा। तुहाडा रैप्चर नहीं होना। तुहाडे जिहड़े शरीर की बरकत वो भी खत्म हो जानी है। तुहाडा कोई रैप्चर नहीं होना। रैप्चर तां होवेगा जे तुहाडे जीवन बदलणगे। जब तक साडे जीवन नहीं बदलते साडा रैप्चर नहीं होगा। पैसा भावें मैं कहता पूरा मकान बेच के चर्च से नप दो, जाके चर्च के पास्टर नूं दे दो, तां भी तुहाडा रैप्चर नहीं होना। पैसे दे नाल रैप्चर नहीं होना। ये पैसे की सेवकाई नहीं है भी पैसे के द्वारा तुसीं परमेश्वर के राज च जाओगे। जीवन बदलना पैना है, जीवन देना पैना है। प्रभु बली मंगदा आ, वो कहता फैशनां नूं चाढ़ दे बली, टीवी नूं फैशनां नूं, टीवियां नूं, विचारी नूं, जीन दी पैंटां नूं, बाल कटाण नूं, आईब्रो करन नूं, गलत चीज़ां नूं बली चाढ़ दे ते मेरे कोल आ। कहता फिर तेनूं मैं स्वीकार करूंगा। ये आ साडा जिउंदा परमेश्वर। लोकां ने परमेश्वर नूं मजाक समझ लिया आ भी प्रभु की सेवकाई पता नहीं की बिजनेस बन गई है। कोई बहुत लोग आ जिहड़े कहंदे असीं खुदा दे विच आए। कई सेवक लोग भी कहंदे असीं खुदा विच आए, असीं वो छड्डता। कई कहंदे मैं ब्याज का काम करदा सी, मैं ब्याज का काम छड्डता। कई कहते असीं ठगियां मारदे सी, ठगियां छड्डतियां। ठीक आ, तुसीं ब्याज का काम छड्डता, तुसीं ठगियां छड्डतियां। जिहड़ा पैसा सी ब्याज वाला वो कित्थे गया? वो क्यों नहीं छड्डिया? वो क्यों नहीं तुसीं वंडिया? वो तां तुसीं अपना जमा करके रखिया आ। 5 करोड़ 10 करोड़ तुसीं बैंक विच रखिया आ, हैं? वो क्यों नहीं छड्डिया? जिहड़ा जक्की सीगा, जदों जक्की नूं उहने कहा पेड़ दे उत्तों थल्ले आ, ते उहने की कहा, कहता प्रभु जी मैं अपना सारा माल कहता कंगालां नूं दूंगा। उहने की कीता? उहने रखिया नहीं। जे उन्हें गलती की सी, पाप किया सी, वो कहता ये चीज़ों ये पैसे मैं रखूंगा नहीं। उन्हें सारा पैसा गरीबां विच वंड के की किया? खुदा के पिछे चलिया। तो इत्थे पास्टर कहते मैं ब्याज का काम करता सीगा जी, मैं तो ब्याज का काम छड्डता। देखियो मेरा त्याग, बहुत बड़ा त्याग है तेरा। सारा पैसा तेरे अकाउंट 'च पिया आ, फिर तू वो क्यों नहीं छड्डिया? वो पाप की कमाई क्यों नहीं छड्डी? गल तो तां है ना, तू उस पाप की कमाई नूं छड्डदा, नमूना बनदा। तू नमूना तो बनया ही नहीं। तो खुदावंद कहता है जे मेरा सेवक बनना आ तो नमूना बन। तुहानूं पता सब तो ज़्यादा सज़ा किहनूं मिलनी है? सब तो ज़्यादा सज़ा सेवकां नूं, सब तो ज़्यादा छित्तर जिहड़े सेवकां दे पैणे आ, कलीसिया दे तां बाद च पैणे आ। सब तो ज़्यादा जिहड़ी मार आ वो पास्टरां नूं पैणी आ। क्यों पैणी आ? लोकां दे जीवन दे नाल की करदे? खिलवाड़ करदे आ। उन्हां दी रूह की कीमत नहीं पता इन्हां नूं भी एक रूह नाश होकर नरक विच जावेगी ते किद्दां तड़फेगी, वो चीकां मारेगी, वो दोष लगावेगी भी तू मेरा पास्टर सी, तू मैनूं सही राह क्यों नहीं पाया? एक 10,000 पिछे 20,000 पिछे तू मैनूं नरक विच भेज दिता। ये कौन आ? सेवकां उत्ते दोष लगेगा। ते की प्रभु दा वचन नहीं कहता जिन्हों वध दिता गया कहता उस तो वध लिया जाएगा। इस करके खुदा ने क्या जिहड़ा अज तक मैं प्रचार किया, मैं सेवकां ते किया, मैं किसी तो डरदा नहीं हाँ। मैनू जो बाइबल बयान करेगी मैं वही बयान करूँगा। मैं ना किसी पुलिस तो डरदा, ना किसी धमकियों तो डरदा। मैं डरदा हाँ जिउंदे परमेश्वर यहोवा दे इस वचन तो डरदा हाँ। मैं अपनी कलीसिया के लोगों को वो मन्ना खवाऊंगा, वो रोटी खवाऊंगा जिहड़ी उन्हां दे हजम हो जाए।
ਉਹ ਰੋਟੀ ਨਹੀਂ ਖਵਾਉਂਗਾ ਜਿਹਦੇ ਵਿੱਚ ਮਿਲਾਵਟ ਹੋਵੇ। ਮਿਲਾਵਟ ਵਾਲੀ ਰੋਟੀ ਉਕਾਪਾ ਦੇ ਬੱਚੇ ਨਹੀਂ ਖਾਂਦੇ। ਉਕਾਪਾ ਦੇ ਬੱਚੇ ਕੀ ਖਾਂਦੇ ਆ? ਹਮੇਸ਼ਾ ਤਾਜ਼ਾ ਮਾਸ ਖਾਂਦੇ ਆ। ਭਾਈ ਬ੍ਰੈਨਮ ਨੇ ਜਿਹੜੀ ਉਹਦੀ ਕਲੀਸਿਆ ਦੇ ਲੋਕ ਸੀ, ਉਹਦੇ ਡੀਕਨ ਸੀ, ਬੜੇ ਵਧੀਆ ਸੀਗੇ। ਸਾਰੀ ਰਾਤ ਕਹਿੰਦੇ ਪ੍ਰਾਰਥਨਾ ਕਰਦੇ ਸੀ। ਉਹਦੇ ਡੀਕਨ, ਉਹਦੀ ਕਲੀਸਿਆ ਦੇ ਲੋਕ ਸਾਰੀ ਰਾਤ ਕੀ ਕਰਦੇ ਸੀ? ਪ੍ਰਾਰਥਨਾ ਕਰਦੇ। ਕਾਹਦੇ ਵਾਸਤੇ? ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਸੀਗੇ। ਕੱਲਾ ਭਾਈ ਬ੍ਰੈਨਮ ਨੂੰ ਸੇਵਕਾਈ ਸੀਗੀ, ਉਹ ਚਾਹੇ 7ਵਾਂ ਦੂਤ ਸੀਗਾ, ਫਿਰ ਵੀ ਉਹਦੀ ਕਲੀਸਿਆ ਦੇ ਲੋਕ ਬੋਝ ਲੈ ਕੇ ਪ੍ਰਾਰਥਨਾ ਕਰਦੇ ਸੀਗੇ ਵੀ ਸਾਡਾ ਸੇਵਕ ਆ, ਖੁਦਾ ਦਾ ਸੇਵਕ ਆ। ਤੇ ਜੇ ਉਹ ਖੁਦਾ ਦਾ ਸੇਵਕ ਸੀ ਤਾਂ ਕਲੀਸਿਆ ਦੇ ਲੋਕ ਵੀ ਤਾਂ ਸੇਵਕ ਸੀਗੇ। ਜਿਹੜੇ ਕਲੀਸਿਆ ਦੇ ਲੋਕ ਸੀਗੇ ਉਹ ਵੀ ਤੇ ਖੁਦਾ ਦੇ ਸੇਵਕ ਸੀਗੇ, ਉਹ ਵੀ ਤੇ ਖੁਦਾ ਦੀ ਸੇਵਕਾਈ ਸੀਗੇ। ਕੱਲਾ ਸੇਵਕ ਖੁਦਾ ਦਾ ਸੇਵਕ ਨਹੀਂ ਹੁੰਦਾ, ਪੂਰੀ ਕਲੀਸਿਆ ਖੁਦਾ ਦੀ ਸੇਵਕ ਹੋਣੀ ਚਾਹੀਦੀ ਆ, ਫਿਰ ਰੈਪਚਰ ਹੋਵੇਗਾ। ਇਸ ਤਰ੍ਹਾਂ ਰੈਪਚਰ ਨਹੀਂ ਹੋਵੇਗਾ। ਅੱਜ ਲੋਕੀ ਗਲਤ ਸਿਖਾ ਰਹੇ ਆ। ਲੋਕਾਂ ਨੂੰ ਸਭ ਤੋਂ ਪਹਿਲਾਂ ਸੇਵਕਾਂ ਨੂੰ ਸਿਖਾਉਣਾ ਚਾਹੀਦਾ ਆਪਣਾ ਜੀਵਨ ਬਦਲ। ਤੇਰਾ ਜੀਵਨ ਬਦਲੇਗਾ ਤੇ ਤੇਰਾ ਰੈਪਚਰ ਹੋਵੇਗਾ। ਚਰਚ ਬਣਾਉਣ ਨੂੰ ਕੀ ਹੈ? ਭਾਵੇਂ ਮੈਂ 10 ਮਰਲਾ ਚਰਚ ਬਣਾ ਲਾ, ਜੇ ਬਚੇ ਇੱਕ ਨਾ ਤੇ ਫਾਇਦਾ ਕੀ ਆ? ਇਹ ਚਰਚ ਨਹੀਂ ਬਣਾਉਣਾ, ਆਹ ਚਰਚ ਬਣਾਉਣੇ ਆ। ਜਦੋਂ ਇਹ ਚਰਚ ਤਿਆਰ ਹੋਵੇਗਾ ਤੇ ਖੁਦਾਵੰਦ ਉਹਦੇ ਵਿੱਚ ਵਾਸ ਕਰੇਗਾ। ਉਹਨੇ ਕਿਹਾ, ਕਹਿੰਦਾ ਗਧੀ ਦੇ ਬੱਚੇ ਨੂੰ ਫੜ ਕੇ ਲਿਆਓ। ਉਹਨੇ ਆਪਣੇ ਚੇਲਿਆਂ ਨੂੰ ਕਿਹਾ। ਅਸੀਂ ਕਿਉਂ ਨਾ? ਗਧੀ ਦੇ ਬੱਚੇ ਦਾ ਮਤਲਬ ਜਿਹੜੀ ਗਧੀ ਹੁੰਦੇ ਆ ਬੜੀ ਹਲੀਮ ਹੁੰਦੀ ਆ, ਪਿਓਰ ਹੁੰਦੀ ਆ। ਕੀ ਅਸੀਂ ਖੁਦਾ ਦੇ ਬੱਚੇ ਨਹੀਂ ਆ? ਅੱਜ ਇਸ ਗਧੀ ਉੱਪਰ ਖੁਦਾ ਸਵਾਰ ਨਹੀਂ ਹੋਇਆ। ਜੇ ਇਸ ਗਧੇ ਉੱਪਰ ਖੁਦਾ ਸਵਾਰ ਹੋਇਆ ਆ ਤੇ ਤਾਂ ਹੀ ਇਹ ਗਧੇ ਦੇ ਉੱਪਰ ਇਹ ਗਧਾ ਤਾਂ ਹੀ ਬੋਲ ਰਿਹਾ ਆ। ਗਧੇ ਦਾ ਮਤਲਬ ਹੁੰਦਾ ਆ ਉਹਦੇ ਪਵਿੱਤਰ ਲੋਕ ਜਿਹਦੇ ਉੱਪਰ ਖੁਦਾ ਸਵਾਰ ਹੁੰਦਾ। ਸਾਨੂੰ ਹਲੀਮ ਹੋਣਾ ਚਾਹੀਦਾ, ਸਾਨੂੰ ਖੱਚਰ ਵਿਦਿਆ ਵਿੱਚ ਨਹੀਂ ਜਾਣਾ ਚਾਹੀਦਾ। ਅੱਜ ਚਰਚਾ ਵਿੱਚ ਖੱਚਰ ਵਿਦਿਆ ਸਿਖਾਈ ਜਾਂਦੀ ਹੈ। ਆ ਜਾਓ ਕੋਈ ਨਹੀਂ, ਬਰਕਤ ਮਿਲ ਜੂਗੀ ਤੁਹਾਨੂੰ, ਇਹ ਮਿਲ ਜੂਗਾ। ਇਹ ਤਾਂ ਬਾਬਿਆਂ ਵਾਲਾ ਕੰਮ ਹੋ ਗਿਆ। ਬਰਕਤ ਤਾਂ ਠੀਕ ਆ, ਬਰਕਤ ਵੀ ਮਿਲੂਗੀ, ਸਭ ਕੁਝ ਮਿਲੂਗਾ। ਸਭ ਤੋਂ ਪਹਿਲਾਂ ਉਹਦਾ ਜੀਵਨ ਬਦਲਣਾ ਚਾਹੀਦਾ। ਉਹਨੂੰ ਪਾਪ ਵਿੱਚੋਂ ਤਾਂ ਬਾਹਰ ਕੱਢ। ਲੋਕੀ ਕਹਿੰਦੇ ਮੈਂ ਪਾਪ ਛੱਡਤਾ ਹੈ, ਪਾਪੀਆਂ ਵਿੱਚ ਬਹਿਣਾ ਛੱਡਤਾ। ਤੂੰ ਪਾਪੀਆਂ ਵਿੱਚ ਬਹਿਣਾ ਛੱਡਤਾ, ਪਾਪ ਤਾਂ ਤੇਰੇ ਅੰਦਰ ਹੀ ਹੈ। ਤੂੰ ਵਿਆਜ ਦਾ ਕੰਮ ਛੱਡਤਾ, ਪੈਸਾ ਤਾਂ ਤੇਰੇ ਕੋਲ ਹੀ ਆ। ਤੂੰ ਕਹਿੰਦਾ ਮੈਂ ਹਰਾਮਕਾਰਾਂ ਦੇ ਨਾਲ ਬਹਿਣਾ ਛੱਡਤਾ, ਹਰਾਮਕਾਰਾਂ ਨਾਲ ਬਹਿਣਾ ਛੱਡਤਾ। ਹਰਾਮਕਾਰੀ ਤੇਰੇ ਅੰਦਰ ਹੀ ਆ। ਇਸ ਕਰਕੇ ਉਹ ਹਰਾਮਕਾਰੀ ਕਿਹਦੇ ਵਿੱਚ ਆ ਰਹੀ ਹੈ? ਕਲੀਸਿਆ ਦੇ ਵਿੱਚ ਆ ਰਹੀ ਆ। ਤੇ ਕਲੀਸਿਆ ਦੇ ਲੋਕ ਕੀ ਹੋ ਰਹੇ? ਵਿਚਾਰੀ ਹੋ ਰਹੇ। मैं खुश ਹੁੰਦਾ ਉਹਨਾਂ ਸੇਵਕਾਂ ਤੋਂ ਜਿਹੜੇ ਲੋਕ ਆਪਣੀ ਕਲੀਸਿਆ ਦੇ, ਜਿਹੜੇ ਪਾਸਟਰ ਲੋਕ ਨੇ ਆਪਣੀ ਕਲੀਸਿਆ ਵਿੱਚ ਬੜੀ ਗੰਭੀਰਤਾ ਦੇ ਨਾਲ ਪ੍ਰਚਾਰ ਕਰਦੇ ਆ ਤੇ ਕਹਿੰਦੇ ਆ ਆਪਣੇ ਜੀਵਨ ਦਾ ਸੁਧਾਰ ਕਰ, ਤੇਰੇ ਪੈਸਾ ਨਹੀਂ ਬਚਾਉਣਾ ਤੈਨੂੰ। ਪੈਸਾ ਥੋੜੀ ਬਚਾਉਂਦਾ ਆ। 20,000 ਦੇਤਾ, 30,000 ਦੇਤਾ, ਲੱਖ ਰੁਪਏ ਦੇ ਕੇ ਡੀਕਨ ਥੋੜੀ ਬਣ ਜੂਗਾ। ਲੱਖ ਰੁਪਏ ਦੇ ਕੇ ਕੋਈ ਖੁਦਾ ਦੇ ਰਾਜ 'ਚ ਥੋੜੀ ਚੱਲ ਜੂਗਾ। ਖੁਦਾ ਦੇ ਰਾਜ ਵਿੱਚ ਜਾਣਾ ਆ ਤੇ ਜੀਵਨ ਨੂੰ ਬਦਲਣਾ ਪੈਣਾ ਆ। ਤੇ ਪ੍ਰਭੂ ਯਿਸੂ ਮਸੀਹ ਉਹਨੂੰ ਪਸੰਦ ਕਰਦਾ ਆ ਜਿਹੜਾ ਮਨੁੱਖ ਆਪਣੇ ਜੀਵਨ ਨੂੰ ਬਦਲਦਾ ਆ। ਅਦਰਵਾਈਜ਼ ਖੁਦਾ ਨੂੰ ਪਸੰਦ ਨਹੀਂ ਕਰਦਾ। ਹੁਣ ਦੇਖੋ ਇਹ ਕੀ ਆ? ਇਹ ਮਸੀਹ ਲਾਈਫ ਆ ਸਾਡੀ। ਇਹਨੂੰ ਕਹਿੰਦੇ ਨੇ ਮਸੀਹ ਲਾਈਫ। ਮਸੀਹ ਲਾਈਫ ਇਸ ਤਰ੍ਹਾਂ ਨਹੀਂ ਬਣਦੀ। ਮਸੀਹ ਲਾਈਫ ਵਾਸਤੇ ਸਿਖਾਉਣ ਵਾਲਾ ਵੀ ਇੱਕ ਮਸੀਹ, ਉਹਦੇ ਅੰਦਰ ਵੀ ਮਸੀਹ ਹੋਣਾ ਚਾਹੀਦਾ, ਤਾਂ ਹੀ ਤੁਹਾਨੂੰ ਸਿਖਾਊਗਾ। ਜੇ ਸਿਖਾਉਣ ਵਾਲੇ ਦੇ ਅੰਦਰ ਖੁਦਾ ਨਹੀਂ ਆ ਤੇ ਤੁਹਾਨੂੰ ਖੁਦਾ ਤੱਕ ਕਿੱਦਾਂ ਪਹੁੰਚਾਊਗਾ? ਜੇ ਡਰਾਈਵਰ ਹੀ ਅੰਨਾ ਆ ਤੇ ਜਿਹੜੇ ਵਿੱਚ ਬੈਠੇ ਉਹ ਤਾਂ ਟੋਏ 'ਚ ਜਾਣਗੇ। ਗਰੰਟੀ ਇਸ ਗੱਲ ਦੀ। ਅੰਨਾ ਕਿਸ ਚੀਜ਼ ਨੇ ਕਰਤਾ? ਲੋਕਾਂ ਨੂੰ ਗਿਆਨ ਨੇ ਅੰਨਾ ਕਰਤਾ। ਅੱਜ ਐਂਡ ਟਾਈਮ ਮੈਸੇਜ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਨਰਕ ਵਿੱਚ ਜਾਣਗੇ। ਮੈਂ ਡੰਕੇ ਦੀ ਚੋੜ ਦੇ ਨਾਲ ਇਹ ਗੱਲ ਨੂੰ ਕਲੀਅਰ ਕਰਦਾ। ਐਂਡ ਟਾਈਮ ਮੈਸੇਜ ਦੇ ਲੋਕ ਸਭ ਤੋਂ ਜ਼ਿਆਦਾ ਨਰਕ 'ਚ ਜਾਣਗੇ ਕਿਉਂਕਿ ਘਮੰਡੀ ਹੋ ਗਏ। ਜੀਵਨ ਤਾਂ ਬਦਲਿਆ ਨਹੀਂ। 3 ਵਿਆਹ ਕਰਾ ਰਹੇ ਆ, ਆਸ਼ਕੀਆਂ ਮਾਰ ਰਹੇ ਆ, ਗਲਤ ਜੀਵਨ ਬਤੀਤ ਕਰ ਰਹੇ ਆ। ਫਿਰ ਕਹਿੰਦੇ ਜਿਹੜਾ ਲਾੜੀ ਦੀ ਸੇਵਾ ਕਰੂਗਾ ਬਚਾਇਆ ਜਾਊਗਾ। ਤੁਸੀਂ ਨਹੀਂ ਬਚਾਏ ਜਾਓਗੇ ਤਾਂ ਤੁਹਾਡੀ ਸੇਵਾ ਕਰਨ ਵਾਲੇ ਸਵਾਹ ਬਚਾਇਆ ਜਾਣਾ। ਕੋਈ ਨਹੀਂ ਬਚਾਇਆ ਜਾਵੇਗਾ। ਬਚਾਇਆ ਉਹੀ ਜਾਵੇਗਾ ਜਿਹਨੇ ਨਬੀ ਦੇ ਸੰਦੇਸ਼ ਦੇ ਅਨੁਸਾਰ ਜੀਵਨ ਬਤੀਤ ਕੀਤਾ ਹੈ। ਨਬੀ ਦੇ ਸੰਦੇਸ਼ ਸੁਣਾਉਣ ਨਾਲ ਥੋੜੀ ਬਚਾਇਆ ਜਾਣਾ ਹੈ, ਜਾਂ ਨਬੀ ਦੇ ਸੰਦੇਸ਼ ਪੜ੍ਹਨ ਦੇ ਨਾਲ ਤੁਸੀਂ ਬਚਾਏ ਜਾਓਗੇ। ਮੰਨ ਲਓ 1100 1150 ਸੰਦੇਸ਼ ਨੇ ਭਾਈ ਬ੍ਰੈਨਮ ਦੇ। ਜੇ ਤੁਸੀਂ ਉਹਨਾਂ ਸੰਦੇਸ਼ਾਂ ਨੂੰ ਪੜ੍ਹਦੇ ਹੋ ਕੀ ਤੁਸੀਂ ਬਚਾਏ ਜਾਓਗੇ? ਮੈਂ ਕਹਿੰਦਾ ਨਹੀਂ ਬਚਾਏ ਜਾਓਗੇ। ਜੇ ਤੁਸੀਂ ਉਹ ਸੰਦੇਸ਼ਾਂ ਦੇ ਅਨੁਸਾਰ ਜੀਵਨ ਬਤੀਤ ਕਰਦੇ ਹੋ ਤਾਂ ਤੁਸੀਂ ਬਚਾਏ ਜਾਓਗੇ। ਖੁਦਾ ਦਾ ਵਚਨ ਇਹੀ ਕਹਿੰਦਾ ਆ। ਇਸ ਕਰਕੇ ਪ੍ਰਭੂ ਯਿਸੂ ਮਸੀਹ ਕਹਿੰਦਾ ਮੇਰੇ ਉੱਤੇ ਵਿਸ਼ਵਾਸ ਕਰ, ਕਹਿੰਦਾ ਸਭ ਗੱਲਾਂ ਕਹਿੰਦਾ ਤੇਰੇ ਲਈ ਪੂਰੀਆਂ ਕਰ ਦੂੰਗਾ। ਤੁਹਾਡੇ ਅੰਦਰ ਕੋਈ ਦੁੱਖ ਬਿਮਾਰੀ ਨਹੀਂ ਰਹੇਗੀ। ਖੁਦਾ ਦਾ ਵਚਨ ਇਸ ਚੀਜ਼ ਨੂੰ ਕਲੀਅਰ ਕਰਦਾ। ਸਾਨੂੰ ਚਾਹੀਦਾ ਆ ਆਪਣੇ ਗੁਨਾਹ ਪਾਪਾਂ ਨੂੰ ਮੰਨੀਏ ਤੇ ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੀਏ ਜੋ ਸਾਨੂੰ ਖੁਦਾ ਦਾ ਵਚਨ ਕਹਿੰਦਾ। ਡਰੋ ਨਾ। ਬਥੇਰੇ ਲੋਕਾਂ ਨੇ ਸਾਡੇ ਕੋਲ ਆਉਣਾ ਆ, ਬਥੇਰੇ ਲੋਕਾਂ ਨੇ ਤੁਹਾਨੂੰ ਭਰਮਾਉਣਾ ਆ। ਗੱਲ ਕਰੋ ਵੀ ਜੇ ਤੂੰ ਸੇਵਕ ਆ, ਜੇ ਤੂੰ ਕੋਈ ਨਮੂਨਾ ਆ ਤੇ ਆਪਣਾ ਨਮੂਨਾ ਪੇਸ਼ ਕਰਾਓ ਨਮੂਨਾ ਉਹਦੇ ਅੱਗੇ, ਫਿਰ ਉਹਨਾਂ ਗੱਲ ਕਰੋ। ਡਰਨ ਦੀ ਲੋੜ ਨਹੀਂ ਆ। ਜੇ ਮੈਂ ਖੜਾ, ਮੈਨੂੰ ਪੁੱਛੋ, ਮੈਂ ਤੁਹਾਡੇ ਸਾਹਮਣੇ ਖੜਾ, ਕੀ ਮੈਂ ਤੁਹਾਡੇ ਸਾਹਮਣੇ ਇੱਕ ਨਮੂਨਾ ਪੇਸ਼ ਨਹੀਂ ਕੀਤਾ ਆਪਣਾ? ਕੀ ਮੈਂ ਇੱਕ ਪਾਪੀ ਮਨੁੱਖ ਨਹੀਂ ਸੀਗਾ? ਜਦੋਂ ਪਾਪ ਦੇ ਵਿੱਚੋਂ ਖੁਦਾ ਨੇ ਮੈਨੂੰ ਬਾਹਰ ਕੱਢਿਆ, ਸਭ ਤੋਂ ਪਹਿਲਾਂ ਮੈਂ ਇੱਕ ਨਮੂਨਾ ਬਣਿਆ। ਜਦੋਂ ਤੱਕ ਤੁਹਾਡੇ ਅੰਦਰ ਨਮੂਨਾ ਪੇਸ਼ ਨਹੀਂ ਹੁੰਦਾ ਤੁਸੀਂ ਕੁਛ ਨਹੀਂ ਕਰ ਸਕਦੇ।
ਸਾਨੂੰ ਚਾਹੀਦਾ ਆ ਖੁਦਾ ਦਾ ਸੇਵਕ ਵੀ ਨਮੂਨਾ ਹੋਵੇ ਤੇ ਤਾਂ ਅਸੀਂ ਨਮੂਨੇ ਬਣ ਸਕਦੇ। ਜੇ ਖੁਦਾ ਦਾ ਸੇਵਕ ਹੀ ਨਮੂਨਾ ਬਣਿਆ, ਤੁਸੀਂ ਨਮੂਨੇ ਕਿੱਥੋਂ ਬਣ ਜਾਓਗੇ? ਜੇ ਸੇਵਕ ਹੀ ਨਹੀਂ ਮਰਿਆ ਤੇ ਕਲੀਸਿਆ ਕਿੱਥੋਂ ਮਰੂਗੀ? ਜੇ ਕਲੀਸਿਆ ਨਹੀਂ ਮਰੂਗੀ ਤਾਂ ਉਠਾਇਆ ਜਾਣਾ ਨਹੀਂ ਹੋਵੇਗਾ। ਇਹ ਸਿੱਖ ਝੂਠਾ। ਫਿਰ ਤੁਹਾਨੂੰ ਝੂਠੀਆਂ ਗੱਲਾਂ ਸਿਖਾਈ ਜਾ ਰਹੀਆਂ ਵੀ ਨਬੀ ਨੇ ਕਿਹਾ ਤੁਸੀਂ ਉਠਾਏ ਜਾਓਗੇ। ਨਬੀ ਨੇ ਕਿਹਾ ਆਪਣੇ ਜੀਵਨ ਨੂੰ ਬਦਲ। ਨਬੀ ਦੇ ਜਿੰਨੇ ਸੰਦੇਸ਼ ਆ ਉਹਨਾਂ ਦੇ ਇੱਕੋ ਹੀ ਨਿਚੋੜ ਆ, ਆਪਣੇ ਜੀਵਨ ਨੂੰ ਬਦਲ। ਜੇ ਤੱਕ ਜੀਵਨ ਹੀ ਨਹੀਂ ਬਦਲੂਗਾ ਉਠਾਏ ਜਾਣਾ ਕਿੱਥੋਂ ਹੋ ਜਾਊਗਾ? ਮੈਨੂੰ ਤੇ ਨਹੀਂ ਸਮਝ ਲੱਗਦੀ। ਪਿਲਰ ਆਫ ਫਾਇਰ ਉਤਰ ਗਿਆ, ਪਿਲਰ ਆਫ ਫਾਇਰ ਹੋ ਗਿਆ, ਕੁੜੀਆਂ ਤੁਸੀਂ ਛੜੀ ਜਾਂਦੇ ਆ ਚਰਚਾ ਵਿੱਚ, ਫਿਰ ਕਹਿੰਦੇ ਪਿਲਰ ਆਫ ਫਾਇਰ ਉਤਰ ਗਿਆ। ਤੇ ਨਬੀ ਤਾਂ ਕਹਿੰਦਾ ਤੇਰਾ ਜੀਵਨ ਬਦਲਣਾ ਚਾਹੀਦਾ। ਦੇਖੋ ਇਹ ਕੀ ਆ? ਇਹਦਾ ਮਤਲਬ ਸਾਫ਼ ਕਲੀਅਰ ਬਲਿਆਮ ਦੀ ਸਿੱਖਿਆ ਤੁਹਾਨੂੰ ਸਿਖਾਈ ਜਾ ਰਹੀ ਆ। ਬਲਿਆਮ ਦੀ ਸਿੱਖਿਆ ਤੁਹਾਡੇ ਅੱਗੇ ਪੇਸ਼ ਕੀਤੀ ਜਾ ਰਹੀ ਆ। ਲੋਕ ਭੋਲੇ ਭਾਲੇ ਵਿਚਾਰੇ ਪਤਾ ਕੁਛ ਨਹੀਂ ਪਿੱਛੇ ਚੱਲ ਰਹੇ ਆ। ਇਸ ਤਰ੍ਹਾਂ ਸੇਵਕਾਈਆਂ ਨਹੀਂ ਹੁੰਦੀਆਂ। ਸੇਵਕਾਈ ਵਚਨ ਦੇ ਅਨੁਸਾਰ ਹੋਣੀ ਚਾਹੀਦੀ ਹੈ। ਗਿਆਨ ਸੁਣਾਉਣ ਨਾਲ ਸੇਵਕਾਈ ਨਹੀਂ ਆ। ਨਬੀ ਨੇ ਆ ਕਿਹਾ, ਨਬੀ ਨੇ ਤਾਂ ਬਹੁਤ ਕੁਝ ਕਿਹਾ, ਤੁਸੀਂ ਕਿਹੜੀ ਗੱਲ ਨੂੰ ਮੰਨਦੇ ਹੋ? ਨਬੀ ਗੱਲ ਤੇ ਇਹ ਆ ਨਾ, ਗੱਲ ਇਹ ਆ ਅਸੀਂ ਕਿਹੜੀ ਗੱਲਾਂ ਪਿੱਛੇ ਨਬੀ ਦੀ ਚੱਲ ਰਹੇ ਆ। ਨਬੀ ਨੇ ਤਾਂ ਕਿਹਾ ਆ ਤੁਹਾਡਾ ਜੀਵਨ ਵਧੀਆ ਹੋਣਾ ਚਾਹੀਦਾ, ਨਮੂਨੇ ਹੋਣੇ ਚਾਹੀਦੇ ਤੁਸੀਂ ਕਲੀਸਿਆ ਦੇ ਵਿੱਚ। ਜੇ ਤੁਸੀਂ ਸੇਵਕ ਹੋ, ਜੇ ਤੁਸੀਂ ਪਾਸਟਰ ਹੋ ਜਾਂ ਡੀਕਨ ਹੋ, ਕੁਝ ਵੀ ਹੋ, ਤੁਸੀਂ ਨਮੂਨੇ ਹੋਣੇ ਚਾਹੀਦੇ। ਜੇ ਤੁਸੀਂ ਵਿਸ਼ਵਾਸੀ ਹੋ, ਤੁਹਾਡੇ ਵਿਸ਼ਵਾਸ ਦਾ ਵੀ ਇੱਕ ਨਮੂਨਾ ਹੋਣਾ ਚਾਹੀਦਾ ਲੋਕਾਂ ਅੱਗੇ। ਨਮੂਨਾ ਕੀ ਆ? ਵੈਰ ਵਿਰੋਧ ਲੜਾਈ ਝਗੜੇ, ਇਹ ਨਮੂਨਾ ਖੁਦਾ ਪਸੰਦ ਨਹੀਂ ਕਰਦਾ। ਖੁਦਾਵੰਦ ਕਹਿੰਦਾ ਆ ਜੇ ਮੇਰੇ ਕੋਲ ਆਣਾ ਆ ਤੇ ਪਾਕ ਬਣ, ਹਲੀਮ ਬਣ। ਖੁਦਾਵੰਦ ਹਲੀਮਾ ਦਾ ਖੁਦਾ ਆ। ਖੁਦਾਵੰਦ ਸਾਡੇ ਵਿੱਚੋਂ ਕੋਈ ਬਿਮਾਰੀ ਨਹੀਂ ਰਹਿਣ ਦੇਵੇਗਾ। ਜਿੰਨੀਆਂ ਬਿਮਾਰੀਆਂ ਆ ਸਭ ਪ੍ਰਭੂ ਖਤਮ ਕਰ ਦੇਵੇਗਾ। ਉਹ ਕਹਿੰਦਾ ਸਿਰਫ ਵਿਸ਼ਵਾਸ ਕਰ, ਤੇ ਜਿੰਨੇ ਲੋਕ ਵਿਸ਼ਵਾਸ ਕਰਨਗੇ ਮੈਂ ਗਰੰਟੀ ਦਿੰਦਾ ਆ ਤੁਹਾਡੀ ਸ਼ੂਗਰ ਆ। ਜੇ ਤੁਸੀਂ ਕੋਮਾ ਦੇ ਵਿੱਚੋਂ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕੋਮੇ ਦੇ ਵਿੱਚ ਆ, ਕੋਈ ਬਿਮਾਰੀ ਵਿੱਚ ਆ, ਕੋਈ ਵਿਚਾਰੀ ਵਿੱਚ ਆ, ਕੋਈ ਪਾਪ ਦੇ ਵਿੱਚ ਆ, ਕਿਸੇ ਪੇਟ 'ਚ ਇਨਫੈਕਸ਼ਨ ਆ, ਕਿਸ ਨੂੰ ਯੂਰਨ ਦੀ ਪ੍ਰੋਬਲਮ ਆ, ਕਿਸ ਨੂੰ ਮੱਥੇ ਵਿੱਚ ਫੋੜਾ ਆ, ਕਿਸ ਨੂੰ ਸਰਵਾਈਕਲ ਆ, ਉਹ ਸਭ ਤੁਹਾਡਾ ਖਤਮ ਹੋ ਜਾਵੇਗਾ। ਤੁਹਾਨੂੰ ਵਿਸ਼ਵਾਸ ਕਰਨਾ ਪੈਣਾ। ਕਾਹਦੇ ਉੱਪਰ ਵਿਸ਼ਵਾਸ ਕਰਨਾ ਪੈਣਾ? ਯਹੋਵਾ ਦੇ ਵਚਨ ਦੇ ਉੱਪਰ ਵਿਸ਼ਵਾਸ ਕਰੋ। ਮੈਂ ਪ੍ਰੋਫੈਸੀ ਕਰਦਾ, ਮੈਂ ਸਿੱਧਾ ਦਾਵਾ ਕਰਦਾ ਯਿਸੂ ਮਸੀਹ ਦਾ ਸੇਵਕ ਹੋਣ ਦੇ ਨਾਤੇ, ਜੇ ਤੁਸੀਂ ਵਿਸ਼ਵਾਸ ਕਰੋਗੇ ਖੁਦਾਵੰਦ ਦੇ, ਅੱਜ ਹੁਣੇ ਇਸੇ ਸਮੇਂ ਤੁਹਾਡੀ ਬਿਮਾਰੀਆਂ ਖਤਮ ਹੋ ਜਾਣਗੀਆਂ, ਤੁਹਾਡੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਤੁਸੀਂ ਵਿਸ਼ਵਾਸ ਕਰੋ ਯਹੋਵਾ ਦੇ ਵਚਨ ਤੇ। ਜਿਹੜਾ ਯਹੋਵਾ ਆ ਉਹ ਹਮੇਸ਼ਾ ਆਮੀਨ ਆ। ਖੁਦਾਵੰਦ ਕਦੇ ਵੀ ਆਪਣੇ ਬੱਚਿਆਂ ਨੂੰ ਤਿਆਗਦਾ ਨਹੀਂ ਹੈ। ਵਿਸ਼ਵਾਸ ਕਰੋ ਖੁਦਾ ਦਾ ਹੱਥ ਤੁਹਾਨੂੰ ਛੂਹਣ ਜਾ ਰਿਹਾ ਆ ਤੁਹਾਡੀ ਤਕਲੀਫਾਂ ਨੂੰ। ਜੇ ਤੁਸੀਂ ਕਰਜ਼ੇ ਥੱਲੇ ਹੋ, ਤੁਹਾਡਾ ਕਰਜ਼ਾ ਖਤਮ ਹੋਣ ਜਾ ਰਿਹਾ। ਜੇ ਤੁਸੀਂ ਕਿਸੇ ਮੁਸੀਬਤ ਵਿੱਚੋਂ, ਤੁਹਾਡੀ ਮੁਸੀਬਤ ਖਤਮ ਹੋਣੀ। ਜੇ ਤੁਹਾਡੇ ਕੋਲ ਘਰ ਨਹੀਂ ਆ, ਖੁਦਾ ਤੁਹਾਨੂੰ ਨਵਾਂ ਘਰ ਦੇ ਜਾ ਰਿਹਾ ਆ। ਤੁਹਾਨੂੰ ਨਵਾਂ ਘਰ ਮਿਲੇਗਾ। ਤੁਸੀਂ ਉਸ ਕਿਰਾਏ ਦੇ ਮਕਾਨ ਤੋਂ ਬਾਹਰ ਆਓਗੇ, ਤੁਸੀਂ ਉਸ ਤਕਲੀਫਾਂ ਵਿੱਚੋਂ ਬਾਹਰ ਆਓਗੇ। ਜੇ ਤੁਹਾਡੇ ਬੱਚਿਆਂ ਕੋਲ ਖਾਣ ਲਈ ਕੁਛ ਨਹੀਂ ਆ, ਖੁਦਾਵੰਦ ਤੁਹਾਨੂੰ ਉਹ ਖਾਣਾ ਦੇਵੇਗਾ ਜਿਹੜਾ ਖਾਣਾ ਸਵਰਗ ਵਿੱਚੋਂ ਉਤਰਦਾ ਆ। ਤੁਸੀਂ ਕੀ ਕਰਨਾ? ਤੁਸੀਂ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕਰੋ। ਸਾਰੀਆਂ ਬਿਮਾਰੀਆਂ ਨੂੰ ਮੈਂ ਯਿਸੂ ਮਸੀਹ ਦੇ ਨਾਮ ਵਿੱਚ ਡਾਂਟਦਾ ਆ। ਸਿਰਫ ਵਿਸ਼ਵਾਸ ਕਰੋ, ਖੁਦਾਵੰਦ ਤੁਹਾਡੇ ਘਰ ਦੇ ਹਾਲਾਤਾਂ ਨੂੰ ਬਦਲ ਦੇਵੇਗਾ। ਜਿੰਨੇ ਲੋਕ ਮੈਨੂੰ YouTube ਤੇ, ਫੇਸਬੁੱਕ ਤੇ ਵੇਖ ਰਹੇ ਨੇ, ਤੁਸੀਂ ਵਿਸ਼ਵਾਸ ਕਰੋ ਤੁਹਾਡੇ ਹਾਲਾਤ ਬਦਲ ਜਾਣਗੇ। ਤੁਸੀਂ ਵਿਸ਼ਵਾਸ ਕਰੋ। ਮੇਰੇ ਹੱਥ ਵੱਲ ਦੇਖੋ, ਇਸ ਹੱਥ ਵਿੱਚੋਂ ਇੱਕ ਲਾਈਟ ਨਿਕਲੇਗੀ, ਇੱਕ ਰੋਸ਼ਨੀ ਨਿਕਲੇਗੀ ਜੋ ਤੁਹਾਡੇ ਘਰ ਦੇ ਹਾਲਾਤਾਂ ਨੂੰ ਬਦਲ ਦੇਵੇਗੀ। ਇੱਕ ਸਾਮਰਥ ਨਿਕਲੇਗੀ ਮੇਰੇ ਹੱਥ ਵਿੱਚੋਂ, ਤੁਹਾਡੀ ਬਿਮਾਰੀਆਂ ਖਤਮ ਹੋ ਜਾਣਗੀਆਂ। ਤੁਸੀਂ ਜਾਣ ਜਾਓਗੇ ਕਿ ਖੁਦਾ ਯੁਗਾਂ ਦੇ ਯੁਗ ਜਿਉਂਦਾ ਹੈ। ਉਹ ਕੱਲ, ਅੱਜ ਅਤੇ ਯੁਗਾਂ ਦੇ ਯੁਗ ਜਿਉਂਦਾ ਹੈ। ਇੱਕੋ ਜਿਹਾ ਜੋ ਕੱਲ ਬਰਕਤਾਂ ਦਿੰਦਾ ਸੀ, ਚੰਗਿਆਈਆਂ ਦਿੰਦਾ ਸੀ, ਤੇ ਅੱਜ ਵੀ ਦਿੰਦਾ ਆ। ਜੇ ਤੁਹਾਡੇ ਪੈਰ ਦੇ ਵਿੱਚ ਪ੍ਰੋਬਲਮ ਆ, ਤੁਹਾਡੇ ਪੈਰ ਦੀ ਪ੍ਰੋਬਲਮ, ਤੁਹਾਡਾ ਲੰਗੜਾਪਨ ਖਤਮ ਹੋ ਰਿਹਾ, ਵਿਸ਼ਵਾਸ ਕਰੋ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। आओ प्रार्थना करते हैं आखिरी वचन दे लिए। हालेलुया। धन्यवाद करदा प्यारे प्रभु यीशु मसीह, मैं तेरे नाम की महिमा करदा खुदा बाप। प्रभु यीशु मसीह इत्थे वो खाना दिता जाता है प्रभु यीशु मसीह जो काबा का खाना है प्रभु यीशु मसीह। इत्थे चूचियां का खाना नहीं दिता जाता मेरे महान पिता। मेरे महान पिता इत्थे वो खाना दिता जाता है प्रभु जी जो तेरे वालों सिट्टिया गया है प्रभु जी। मेरे महान पिता तेरे वालों सिट्टिया गया खाना प्रभु यीशु मसीह तेरे लोगों को दिता जा रहा है मेरे महान पिता। जेड़ा मन्ना जो इजराइलियां उत्ते प्रभु यीशु मसीह सिट्टिया सी ते मेरे महान पिता इजराइली खा के इसनूं तृप्त हुंदे सी प्रभु जी। वो खाना प्रभु यीशु मसीह तू अपने लोगों को दे रहा। मैं तेरा धन्यवाद करदा प्रभु जी, तू मेरे भी जीवन को बदलिया, मैनू भी नमूना बनाया प्रभु यीशु मसीह। ते मैं चाहना हाँ प्रभु यीशु मसीह जे मैं नमूना बनया प्रभु जी, इस कलीसिया के लोग भी नमूना बन प्रभु जी। क्योंकि खुदावंद तेरा वचन दसदा है संसार विच प्रभु जी विश्वासी लोग बहुत ज़्यादा ने
ਮਸੀਹ ਨੂੰ ਮੰਨਣ ਵਾਲੇ ਬਹੁਤ ਜ਼ਿਆਦਾ, ਲੇਕਿਨ ਨਮੂਨੇ ਬਹੁਤ ਘੱਟ ਨੇ ਪ੍ਰਭੂ ਜੀ। ਮੈਂ ਚਾਹੁੰਦਾ ਹਾਂ ਪ੍ਰਭੂ ਜੀ ਇਸ ਥਾਂ ਦੇ ਲੋਕ ਪ੍ਰਭੂ ਜੀ, ਇਸ ਚਰਚ ਵਿੱਚ ਆਉਣ ਵਾਲੇ ਲੋਕ ਪ੍ਰਭੂ ਜੀ ਨਮੂਨਾ ਬਣ ਪ੍ਰਭੂ ਯਿਸੂ ਮਸੀਹ। ਵਿਸ਼ਵਾਸੀ ਤਾਂ ਹੈ ਪ੍ਰਭੂ ਜੀ, ਲੇਕਿਨ ਨਾਲ ਨਮੂਨਾ ਵੀ ਬਣਨ ਪ੍ਰਭੂ ਯਿਸੂ ਮਸੀਹ, ਤਾਂ ਕਿ ਲੋਕਾਂ ਸਾਹਮਣੇ ਉਹਨਾਂ ਦੀ ਮਿਸਾਲਾਂ ਦਿੱਤੀਆਂ ਜਾਣ। ਖੁਦਾਵੰਦਾ ਤੂੰ ਦਇਆ ਕਰ, ਕਿਰਪਾ ਕਰ ਮੇਰੇ ਮਹਾਨ ਪਿਤਾ। ਅਸੀਂ ਪ੍ਰਭੂ ਜੀ ਉਹ ਕੰਮ ਕਰੀਏ ਮੇਰੇ ਮਹਾਨ ਪਿਤਾ, ਤੇਰੇ ਵਚਨ ਦੇ ਅਨੁਸਾਰ ਇਸ ਤਰ੍ਹਾਂ ਜੀਵਨ ਬਤੀਤ ਕਰੀਏ ਪ੍ਰਭੂ ਜੀ, ਜਿਸ ਤਰ੍ਹਾਂ ਮਹਾਨ ਪਿਤਾ ਯੂਸਫ ਨੇ ਖੁਦਾਵੰਦ ਯੂਸਫ ਨੇ ਪ੍ਰਭੂ ਜੀ ਆਪਣਾ ਜੀਵਨ ਬਤੀਤ ਕੀਤਾ ਸੀ ਪ੍ਰਭੂ ਜੀ। ਅਸੀਂ ਇਸ ਤਰ੍ਹਾਂ ਤੇਰੇ ਨਾਲ ਚੱਲਣਾ ਚਾਹੁੰਦੇ ਹਾਂ ਪ੍ਰਭੂ ਜੀ, ਜੋ ਤੇਰਾ ਵਚਨ ਕਹਿੰਦਾ ਪ੍ਰਭੂ ਜੀ। ਅਸੀਂ ਤੇਰੇ ਵਚਨ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਖੁਦਾਵੰਦਾ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਜੀ, ਇੱਕ ਜਨ ਨੂੰ ਬਲੈਸ ਕਰ। ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਅੱਜ ਤੋਂ ਬਾਅਦ ਪ੍ਰਭੂ ਜੀ ਤੇਰੇ ਕਲੀਸਿਆ ਵਿੱਚ ਆਉਣ ਵਾਲੇ ਲੋਕਾਂ ਵਿੱਚ ਪ੍ਰਭੂ ਜੀ ਜੋ ਵਿਸ਼ਵਾਸ ਕਰਨਗੇ ਖੁਦਾਵੰਦ, ਤੇ ਕੋਈ ਵੀ ਬਿਮਾਰੀ ਉਹਨਾਂ ਦੇ ਅੰਦਰ ਨਹੀਂ ਰਹੇਗੀ ਖੁਦਾਵੰਦ, ਕਿਉਂਕਿ ਮੇਰੇ ਮਹਾਨ ਪਿਤਾ ਬਿਮਾਰੀਆਂ ਨੂੰ ਅੱਜ ਤੋਂ 2020 ਸਾਲ ਪਹਿਲਾਂ ਖੁਦਾਵੰਦ ਜਦ ਤੈਨੂੰ ਕਲਵਰੀ ਕਰੂਸ ਤੇ ਚੜਾਇਆ ਗਿਆ, ਤੂੰ ਸਾਰੀਆਂ ਬਿਮਾਰੀਆਂ ਤੇ ਸਾਰੀ ਪਰੇਸ਼ਾਨੀਆਂ ਤੇ ਪ੍ਰਭੂ ਜੀ ਸਾਰੀਆਂ ਮੁਸ਼ਕਿਲਾਂ ਤੇ ਫਤਿਹ ਪਾਈ ਹੈ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਤੇਰੇ ਅੱਗੇ ਟਿਕ ਨਹੀਂ ਸਕਦੀ ਮੇਰੇ ਮਹਾਨ ਪਿਤਾ। ਮੈਂ ਸਾਰੀ ਸ਼ੈਤਾਨ ਦੀ ਸ਼ਕਤੀਆਂ ਨੂੰ, ਸਾਰੇ ਸ਼ਰਾਪਾਂ ਨੂੰ ਸ਼ਾਪਿਤ ਕਰਦਾ ਆ, ਲਲਕਾਰਦਾ ਆ। ਉਹਦਾ ਸੇਵਕ ਹੋਣ ਦੇ ਨਾਤੇ ਜਿੱਦਾਂ ਦਾਊਦ ਨੇ ਗੋਲੀਅਤ ਨੂੰ ਲਲਕਾਰਿਆ ਸੀ, ਦੁਸ਼ਟ ਸ਼ੈਤਾਨ ਮੈਂ ਤੈਨੂੰ ਲਲਕਾਰਦਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਤੂੰ ਕਲੀਸਿਆ ਵਿੱਚ ਕੰਮ ਨਹੀਂ ਕਰੇਗਾ ਮੇਰੇ ਮਹਾਨ ਪਿਤਾ। ਤੂੰ ਇਹਨਾਂ ਪਵਿੱਤਰ ਲੋਕਾਂ ਦੇ ਵਿੱਚ ਬਿਮਾਰੀਆਂ ਨਹੀਂ ਲੈ ਕੇ ਆਵੇਂਗਾ, ਪਰੇਸ਼ਾਨੀਆਂ ਨਹੀਂ ਲੈ ਕੇ ਆਵੇਂਗਾ। ਮੈਂ ਤੈਨੂੰ ਸ਼ਾਪਿਤ ਕਰਦਾ ਤੇ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਦਿੰਦਾ। ਤੇਰੇ ਜਿੰਦਾ ਜਲਾਲੀ ਸਾਮਰਥੀ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ।